ਸਤਿ ਸ਼੍ਰੀ ਅਕਾਲ ਮੇਰੇ ਸਾਰੇ ਦੋਸਤੋ, ਕੀ ਹਾਲ ਨੇ ਜੀ ਸਾਰਿਆਂ ਦੇ? ਠੀਕ ਹੀ ਹੋਵੋਗੇ। ਠੀਕ ਹੈ ਪੁੱਤਰੋ। ਅਤੇ ਅੱਜ ਆਪਾਂ ਕਰਨ ਜਾ ਰਹੇ ਹਾਂ ਪੋਲੀਟੀ ਦਾ ਪਾਰਟ ਨੰਬਰ 2। ਅੱਜ ਆਪਾਂ ਪੋਲੀਟੀ ਦਾ ਪਾਰਟ ਨੰਬਰ 2 ਕਰਨ ਜਾ ਰਹੇ ਹਾਂ ਪੁੱਤਰੋ, ਕਿਉਂਕਿ ਪਾਰਟ 1 ਆਪਾਂ ਕੱਲ੍ਹ ਕੰਪਲੀਟ ਕਰ ਚੁੱਕੇ ਹਾਂ। ਪਾਰਟ 1 ਦੇ ਵਿੱਚ ਆਪਾਂ 50 MCQ ਕਵਰ ਕਰ ਚੁੱਕੇ ਹਾਂ, ਬਹੁਤ ਜ਼ਿਆਦਾ ਇੰਪੋਰਟੈਂਟ ਨੇ ਜਿਹੜੇ, ਅਤੇ 50 MCQ ਆਪਾਂ ਇੰਪੋਰਟੈਂਟ ਕਰਾਂਗੇ ਅੱਜ ਪੋਲੀਟੀ ਦੇ। ਤੁਹਾਨੂੰ ਮੈਂ ਪੋਲੀਟੀ ਦੇ 200 MCQ ਕਰਵਾਊਂਗਾ, 200 ਜਾਂ 250। ਇੰਨੀ ਮੇਰੀ ਗਰੰਟੀ ਕਿ ਪੇਪਰ ਉਹਦੇ ਵਿੱਚੋਂ ਆਊਗਾ, ਉਹਦੋਂ ਬਾਹਰ ਪੋਲੀਟੀ ਦਾ ਕੋਈ ਵੀ ਚੀਜ਼ ਨਹੀਂ ਪੁੱਛੀ ਜਾਊਗੀ। ਠੀਕ ਹੈ, 50-100 ਹੋ ਜਾਣਗੇ। ਅਤੇ ਅੱਜ ਸ਼ਾਮ ਨੂੰ ਤੁਹਾਨੂੰ ਮੈਂ ਇੱਕ ਵੱਡੀ ਵੀਡੀਓ 50 MCQਆਂ ਦੀ ਪਾਊਂਗਾ, ਜੂਨ ਕਰੰਟ ਅਫੇਅਰ ਦੀ। ਜੂਨ ਕਰੰਟ ਅਫੇਅਰ ਦੀ ਵੀਡੀਓ ਪਾਊਂਗਾ ਤੁਹਾਨੂੰ, 50 MCQ ਹੋਣਗੇ ਉਹਦੇ ਵਿੱਚ। ਆਪਣੇ ਸਾਰੇ ਜੂਨ ਦੇ ਕਲੀਅਰ ਹੋ ਜਾਣਗੇ। ਅਪ੍ਰੈਲ ਨਾ ਮਾਰਚ ਹੋ ਗਿਆ ਸੀ ਆਪਣਾ, ਮਾਰਚ ਕਿਹੜੇ ਹੋ ਗਏ ਸੀ ਆਪਣੇ? ਅਪ੍ਰੈਲ, ਮਈ ਅਤੇ ਜੂਨ। ਹਾਂ, 3 ਮਹੀਨਿਆਂ ਦੇ ਸ਼ੁਰੂ ਕੰਪਲੀਟ ਹੋ ਜਾਣਗੇ ਆਪਣਾ। ਅਤੇ ਉਹ ਮੈਂ ਅੱਜ ਆਪਣੀ ਸਾਰੀ ਵੀਡੀਓ 'ਚ ਕੰਪਲੀਟ ਕਰ ਦੂੰਗਾ ਇਹਦੇ ਵਿੱਚ। ਠੀਕ ਹੈ, ਜਿਹੜੇ ਆਪਣੇ ਰਹਿ ਗਏ ਸਾਰੇ ਆ ਵੀਡੀਓ ਦੇ ਵਿੱਚ ਆਪਣੀ ਜਲਦੀ 'ਚ ਕੰਪਲੀਟ ਹੋ ਜਾਣਗੇ। ਸਾਰਿਆਂ ਨੇ ਉਹ ਵੀਡੀਓ ਜ਼ਰੂਰ ਲਾਉਣੀ ਹੈ ਜਿਹੜੀ ਆਪਾਂ ਕਰੰਟ ਅਫੇਅਰ ਵਾਲੀ ਲਾਈ ਹੈ। ਠੀਕ ਹੈ, ਕਿਉਂਕਿ ਕਰੰਟ ਅਫੇਅਰ ਆਪਣੇ ਪੇਪਰ ਪੁਆਇੰਟ ਆਫ ਵਿਊ ਤੋਂ ਬਹੁਤ ਮਹੱਤਵਪੂਰਨ ਹੈਗੇ, ਕਿਉਂਕਿ ਪੇਪਰ GK ਜ਼ਿਆਦਾ ਹੋਣੀ ਹੈ ਤਾਂ ਉਹਦੇ ਵੀ ਚਾਂਸ ਜ਼ਿਆਦਾ ਨੇ। ਅਤੇ ਇੱਕ ਤੁਹਾਨੂੰ ਕੱਲ੍ਹ ਨੂੰ ਇਸ ਟਾਈਮ 'ਤੇ 50 ਇੰਪੋਰਟੈਂਟ MCQ ਮਿਲਣਗੇ। ਕਾਹਦੇ? ਪੰਜਾਬ GK ਦੇ। ਠੀਕ ਹੈ, ਪੰਜਾਬ GK ਦੇ ਮਿਲਣਗੇ। ਅਤੇ ਦੁਬਾਰਾ ਆਪਾਂ ਜੋਗਰਾਫੀ ਦੇ ਵੀ ਅਸੀਂ ਕਵਰ ਕਰਾਂਗੇ, ਸਾਰੇ ਆਪਣੇ ਲੈਕਚਰ ਲੱਗਣਗੇ। ਮੈਥ ਦੀ ਵੀਡੀਓ ਵੀ ਤੁਹਾਨੂੰ ਮੈਂ ਇੱਕ ਵੱਡੀ ਬਣਾ ਦੂੰਗਾ। ਠੀਕ ਹੈ, ਅਤੇ ਉਹ ਤੁਸੀਂ ਦੇਖ ਲਓ ਜਿਵੇਂ ਤੁਹਾਨੂੰ ਟਾਈਮ ਲੱਗਿਆ। ਹੁਣ ਦੇਖੋ ਜੀ, ਵੀਡੀਓ ਨੂੰ ਸਭ ਤੋਂ ਪਹਿਲਾਂ ਤਾਂ ਲਾਈਕ ਕਰ ਦਿਓ, ਕਹਿਣ ਦੀ ਲੋੜ ਨਾ ਪਿਆ ਕਰੇ, ਵੀਡੀਓ ਨੂੰ ਲਾਈਕ ਕਰ ਦਿਓ ਅਤੇ ਫਿਰ ਆਪਾਂ ਅੱਗੇ ਵੱਧਦੇ ਹਾਂਗੇ। ਅਤੇ ਚੈਨਲ ਨੂੰ ਆਪਣੇ ਸਬਸਕ੍ਰਾਈਬ ਕਰ ਲਿਆ ਕਰੋ। ਥੱਲੇ ਇੱਕ ਇੱਦਾਂ ਨਹੀਂ ਲਿਖਿਆ ਹੁੰਦਾ ਸਬਸਕ੍ਰਾਈਬ, ਇਹ ਬਟਨ ਦੱਬ ਲਿਆ ਕਰੋ। ਜਦੋਂ ਕੋਈ ਵੀ ਆਪਣੀ ਵੀਡੀਓ ਹੋਇਆ ਕਰੂਗੀ ਉਹ ਤੁਹਾਡੇ ਕੋਲ ਆ ਜਾ ਕਰੂਗੀ। ਓਕੇ ਜੀ। ਦੇਖੋ ਜੀ, ਸਭ ਤੋਂ ਪਹਿਲਾਂ ਜਿਹੜਾ ਪ੍ਰਸ਼ਨ ਹੱਲ ਕਰਨਾ ਉਹ ਕਰ ਰਹੇ ਹਾਂ ਆਪਾਂ, ਕਿਹੜੇ ਦੇਸ਼ ਦੇ ਵਿੱਚ ਡਿਊਲ ਸਿਟੀਜ਼ਨਸ਼ਿਪ ਹੈ? ਡਿਊਲ ਸਿਟੀਜ਼ਨ ਨੂੰ ਜੇ ਆਪਾਂ ਪੰਜਾਬੀ ਦੇ ਵਿੱਚ ਦੇਖੀਏ ਤਾਂ ਦੋਹਰੀ ਨਾਗਰਿਕਤਾ। ਦੋਹਰੀ ਨਾਗਰਿਕਤਾ ਕਿੱਥੇ ਹੈ ਕਹਿੰਦੇ? US ਦੇ ਵਿੱਚ ਹੈ, ਇੰਡੀਆ ਦੇ ਵਿੱਚ ਹੈ, ਚਾਈਨਾ ਦੇ ਵਿੱਚ ਹੈ ਕਿ ਫਰਾਂਸ ਦੇ ਵਿੱਚ ਹੈ? ਦੋਹਰੀ ਨਾਗਰਿਕਤਾ ਦਾ ਮਤਲਬ ਕੀ ਹੈ? ਦੋਹਰੀ ਨਾਗਰਿਕਤਾ ਮਤਲਬ ਇਹ ਆ ਪੁੱਤਰੋ ਕਿ ਆਪਾਂ ਇੰਡੀਆ ਦੇ ਵੀ ਵਸਨੀਕ ਬਣ ਗਏ ਅਤੇ US ਦੇ ਵੀ ਵਸਨੀਕ ਬਣ ਜਾਈਏ। ਇੰਡੀਆ ਦੇ ਵੀ ਵਸਨੀਕ ਬਣ ਜਾਈਏ ਅਤੇ US ਦੇ ਵਸਨੀਕ ਬਣ ਜਾਈਏ। ਠੀਕ ਹੈ, ਜਾਂ ਕਿਸੇ ਹੋਰ ਕੰਟਰੀ ਦੇ ਵਸਨੀਕ ਬਣ ਜਾਈਏ। ਦੋ ਜਗ੍ਹਾ ਤੋਂ ਆਪਾਂ ਬਣ ਸਕਦੇ। ਜਿਵੇਂ ਹੁਣ ਆਪਣਾ ਕੋਈ ਬੰਦਾ ਇੰਡੀਆ ਦਾ ਰਹਿੰਦਾ, ਉਹ ਬਾਹਰ ਜਾ ਕੇ ਆਸਟ੍ਰੇਲੀਆ ਦਾ PR ਹੋ ਗਿਆ, ਜਾਂ ਕੈਨੇਡਾ ਦਾ ਹੋ ਗਿਆ, ਜਾਂ ਅਮਰੀਕਾ ਦਾ ਹੋ ਗਿਆ, ਤਾਂ ਉਹਦੀ ਇੱਧਰੋਂ ਵੋਟ ਕੱਟੀ ਜਾਊਗੀ ਆਪਣੇ ਇੰਡੀਆ ਦੇ ਵਿੱਚੋਂ। ਕਹਿਣ ਦਾ ਮਤਲਬ ਆਪਣੇ ਜਿਹੜਾ ਇੰਡੀਆ ਹੈਗਾ, ਇੰਡੀਆ ਦੇ ਵਿੱਚ ਆਪਣੇ ਸਿੰਗਲ ਸਿਟੀਜ਼ਨਸ਼ਿਪ ਚੱਲਦੀ ਹੈ। ਅਤੇ ਚਾਈਨਾ ਦੇ ਵਿੱਚ ਵੀ ਸਿੰਗਲ ਸਿਟੀਜ਼ਨਸ਼ਿਪ ਹੈ, ਇੰਡੀਆ ਦੇ ਵਿੱਚ ਵੀ ਸਿੰਗਲ ਸਿਟੀਜ਼ਨ, ਫਰਾਂਸ ਦੇ ਵਿੱਚ ਵੀ ਸਿੰਗਲ ਸਿਟੀਜ਼ਨਸ਼ਿਪ ਹੈ। ਪਰ USA ਦੇ ਵਿੱਚ ਕੀ ਹੈਗਾ? ਡਿਊਲ ਸਿਟੀਜ਼ਨਸ਼ਿਪ ਹੈ ਕਿ ਇੱਕ ਬੰਦਾ ਜੇਕਰ ਕਿਸੇ ਹੋਰ ਜਗ੍ਹਾ ਦਾ ਸਿਟੀਜ਼ਨ ਬਣਨਾ ਚਾਹੁੰਦਾ ਤਾਂ ਉਹ ਕੈਨੇਡਾ ਦਾ ਵੀ ਬਣ ਸਕਦਾ, ਕੈਨੇਡਾ ਦੀ ਨਾਗਰਿਕਤਾ ਉਹਦੀ ਕੱਟੀ ਨਹੀਂ ਜਾਊਗੀ। ਠੀਕ ਹੈ, ਤਾਂ ਕਰਕੇ ਦੋ ਦੇਸ਼ਾਂ ਦੀ ਨਾਗਰਿਕਤਾ ਲੈ ਸਕਦਾ ਜਿਹੜਾ ਕੈਨੇਡਾ ਵਿੱਚ ਰਹਿ ਰਿਹਾ ਹੈ। ਅਤੇ ਕੈਨੇਡਾ ਦੇ ਵਿੱਚ ਕਿਹੜੀ ਸਿਟੀਜ਼ਨਸ਼ਿਪ ਚੱਲ ਰਹੀ ਹੈ? ਡਿਊਲ ਸਿਟੀਜ਼ਨਸ਼ਿਪ। ਜੇ ਹੁਣ ਸਿਟੀਜ਼ਨਸ਼ਿਪ ਦੀ ਗੱਲ ਕਰੀਏ, ਆਪਾਂ ਇੰਨੀ ਸਿਟੀਜ਼ਨਸ਼ਿਪ ਦੀ ਗੱਲ ਕਰੀਏ, ਕਿਹੜੇ ਭਾਗ ਦੇ ਵਿੱਚ ਆਉਂਦੀ ਹੈ? ਤਾਂ ਸਿਟੀਜ਼ਨਸ਼ਿਪ ਆਉਂਦੀ ਹੈ 5 ਤੋਂ ਲੈ ਕੇ 11 ਆਰਟੀਕਲ ਦੇ ਵਿੱਚ। ਅਤੇ ਪਾਰਟ ਨੰਬਰ 2 ਜਾਂ ਭਾਗ ਦੂਜਾ ਵੀ ਕਹਿ ਲੈਂਦੇ ਪੰਜਾਬੀ 'ਚ ਆਪਾਂ ਇਹਨੂੰ। ਠੀਕ ਹੈ ਜੀ। ਇਸ ਤੋਂ ਬਾਅਦ ਆਪਾਂ ਚੱਲਦੇ ਹਾਂ 52ਵੇਂ 'ਤੇ। ਕਹਿੰਦੇ ਆਪਣੇ ਸੰਵਿਧਾਨ ਦੇ ਵਿੱਚ ਫੰਡਾਮੈਂਟਲ ਰਾਈਟ ਕਿਸ ਭਾਗ ਦੇ ਵਿੱਚ ਆਉਂਦੇ ਹਨ? ਆਪਣੇ ਸੰਵਿਧਾਨ ਦੇ ਵਿੱਚ ਪੁੱਤਰੋ ਫੰਡਾਮੈਂਟਲ ਰਾਈਟ ਆ ਜਿਹੜੇ, ਉਹ ਕਿਸ ਭਾਗ ਦੇ ਵਿੱਚ ਆਉਂਦੇ ਆ? ਤੁਸੀਂ ਦੱਸੋ ਇਹ ਕਿ ਕਿਹੜੇ ਭਾਗ ਦੇ ਵਿੱਚ ਆਉਂਦੇ ਆਪਣੇ ਫੰਡਾਮੈਂਟਲ ਰਾਈਟ। ਦੇਖੋ, ਜਿਹੜੇ ਪੁੱਤਰੋ ਫੰਡਾਮੈਂਟਲ ਰਾਈਟ ਹੁੰਦੇ ਆਪਣੇ, ਜਿਨ੍ਹਾਂ ਨੂੰ ਆਪਾਂ ਪੰਜਾਬੀ ਦੇ ਵਿੱਚ ਕੀ ਕਹਿੰਦੇ ਨੇ? ਮੌਲਿਕ ਅਧਿਕਾਰ। ਮੌਲਿਕ ਅਧਿਕਾਰ ਪਾਰਟ 1 'ਚ ਆਉਂਦੇ ਆ। ਦੇਖੋ, ਐਲੀਮੈਂਟ ਕਰਨਾ ਸਿੱਖੋ। ਪਾਰਟ 1 ਦੇ ਵਿੱਚ ਤਾਂ ਆਪਣਾ ਦਾ ਸਟੇਟ ਐਂਡ ਯੂਨੀਅਨ ਆਉਂਦੀਆਂ। 2 ਦੇ ਵਿੱਚ ਸਿਟੀਜ਼ਨਸ਼ਿਪ ਆਉਂਦੀ ਹੈ। 3 ਦੇ ਵਿੱਚ ਆਪਣੇ ਫੰਡਾਮੈਂਟਲ ਰਾਈਟ ਆਉਂਦੇ ਆ। 4 ਦੇ ਵਿੱਚ ਆਪਣੇ ਆਉਂਦੇ ਆ DPSP। ਤਾਂ ਇੱਥੇ ਪਤਾ ਲੱਗ ਜੂ ਤੁਹਾਨੂੰ। ਪਾਰਟ 1 ਤਾਂ ਹੈਗਾ ਜਿਹੜਾ, ਇਹ ਤਾਂ ਹੈਗਾ 1 ਤੋਂ ਲੈ ਕੇ 4 ਤੱਕ। ਸਿਟੀਜ਼ਨਸ਼ਿਪ ਹੈਗਾ 5 ਤੋਂ ਲੈ ਕੇ 11 ਤੱਕ। ਫੰਡਾਮੈਂਟਲ ਰਾਈਟ ਹੈਗੇ ਆ 12 ਤੋਂ ਲੈ ਕੇ 35 ਤੱਕ। ਅਤੇ DPSP ਹੈਗਾ 36 ਤੋਂ ਲੈ ਕੇ 51 ਤੱਕ। ਓਕੇ ਜੀ, ਕਲੀਅਰ ਹੈ। ਤਾਂ ਇਹਦਾ ਆਨਸਰ ਆ ਗਿਆ ਪਾਰਟ ਨੰਬਰ 3, C ਨੰਬਰ ਆਪਸ਼ਨ ਭਾਈ ਇਹਦਾ ਆਨਸਰ ਆ ਚੁੱਕਿਆ। ਇੱਕ ਬੱਚੋ ਕੱਲ੍ਹ ਮੈਂ ਤੁਹਾਨੂੰ ਲਿਖਾ ਕੇ ਗਿਆ ਸੀ ਇੱਕ ਪ੍ਰਸ਼ਨ ਕਿ ਲੋਕ ਸਭਾ ਦਾ ਜਿਹੜਾ ਉਮਰ ਹੈਗੀ ਉਹ, ਕਿਉਂਕਿ ਇੰਨਾ ਸੌਖਾ ਪ੍ਰਸ਼ਨ ਜਿਵੇਂ ਪਜਲ ਹੋ ਗਿਆ, ਕਿਉਂਕਿ ਪ੍ਰਸ਼ਨ ਬਹੁਤ ਕਰ ਲਏ ਸੀ ਕੱਲ੍ਹ ਆਪਾਂ, ਤਾਂ ਉਹਦੀ ਉਮਰ 25 ਸਾਲ ਹੁੰਦੀ ਹੈ।
ਲੋਕ ਸਭਾ ਦਾ ਜਿਹੜਾ ਕੋਈ ਆਪਾਂ MP ਬਣਨਾ ਉਹਦੀ ਉਮਰ 25 ਸਾਲ ਹੁੰਦੀ ਹੈ, ਠੀਕ ਹੈ। ਅਤੇ ਵਿਧਾਨ ਸਭਾ ਦੀ ਵੀ 25 ਸਾਲ ਹੁੰਦੀ ਹੈ। ਪਰ ਰਾਜ ਸਭਾ ਦਾ ਮੈਂਬਰ ਵਾਸਤੇ ਬਣਨ ਵਾਸਤੇ ਉਮਰ 30 ਸਾਲ ਹੋਣੀ ਚਾਹੀਦੀ ਹੈ। ਰਾਸ਼ਟਰਪਤੀ ਜਾਂ ਉਪ ਰਾਸ਼ਟਰਪਤੀ ਬਣਨ ਵਾਸਤੇ ਉਮਰ 35 ਸਾਲ ਹੋਣੀ ਚਾਹੀਦੀ ਹੈ। ਇਹ ਗੱਲ ਯਾਦ ਰੱਖਣੀ ਹੈ ਸਾਰਿਆਂ ਨੂੰ। ਵੈਸੇ ਜਿਹੜੀ ਉੱਥੇ ਗਲਤੀ ਸੀ ਉਹ ਮੈਂ ਸਹੀ ਕਰਤੀ ਸੀ, ਦਿਖਾ ਦੇਣਾ ਤੁਹਾਨੂੰ ਮੈਂ। ਆਹ ਦੇਖੋ, ਇੱਥੇ ਗਲਤੀ ਹੋਈ ਸੀ ਕਿ ਲੋਕ ਸਭਾ ਦਾ ਮੈਂਬਰ ਬਣਨ ਵਾਸਤੇ ਘੱਟੋ ਘੱਟ ਉਮਰ ਕਿੰਨੀ ਹੋਣੀ ਚਾਹੀਦੀ ਹੈ। ਲੋਕ ਸਭਾ ਦੀਆਂ ਕਿੰਨੀਆਂ ਸੀਟਾਂ ਆਪਣੇ, ਲੋਕ ਸਭਾ ਨੇ ਦੱਸੋ ਪੁੱਤਰੋ 13 ਸੀਟਾਂ ਆਪਣੇ। ਇਹਦੇ ਦੁਆਰਾ ਬੰਦਾ MP ਬਣਦਾ, MP ਦਾ ਮੈਂਬਰ ਆਫ ਪਾਰਲੀਮੈਂਟ। ਕਿਹੜੇ ਆਰਟੀਕਲ ਦੇ ਵਿੱਚ ਆਉਂਦੀ ਹੈ? ਲੋਕ ਸਭਾ ਆਰਟੀਕਲ 81 ਦੇ ਵਿੱਚ। ਆਹ ਪਿਆ ਬਈ 25 ਨੰਬਰ ਆਪਸ਼ਨ, C ਨੰਬਰ ਆਪਸ਼ਨ ਆਊਗੀ, 25 ਸਾਲ ਉਮਰ ਹੁੰਦੀ ਹੈ। ਇਸ ਤੋਂ ਬਾਅਦ ਆਹ ਆਪਰੇਸ਼ਨ ਬਹੁਤ ਜ਼ਿਆਦਾ ਇੰਪੋਰਟੈਂਟ ਆਪਰੇਸ਼ਨ ਆ ਪੁੱਤਰੋ, ਬਹੁਤ ਜ਼ਿਆਦਾ। ਕੀ ਪੁੱਛ ਰਹੇ ਇਹਦੇ ਵਿੱਚ? ਕਹਿੰਦੇ ਸਾਡੇ ਫੰਡਾਮੈਂਟਲ ਰਾਈਟ ਨੂੰ ਕੌਣ ਸੁਰੱਖਿਅਤ ਕਰਦਾ? ਤੁਸੀਂ ਸਾਡੀ ਕਾਪੀ ਕੋਲੇ ਰੱਖਿਆ ਕਰੋ, ਕਾਪੀ 'ਤੇ ਜਦੋਂ ਵੀ ਮੈਂ ਕੋਈ ਆਪਰੇਸ਼ਨ ਪਾਉਣਾ ਕਾਪੀ ਟਿਕ ਕਰ ਲਿਆ ਕਰੋ। ਅਤੇ ਸਭ ਤੋਂ ਪਹਿਲਾਂ ਦੂਸਰੀ ਗੱਲ ਕੀ ਹੈਗੀ, ਐਲੀਮੀਨੇਟ ਮੈਥਡ ਵਰਤਿਆ ਕਰੋ। ਐਲੀਮੀਨੇਟ ਮੈਥਡ ਕਹਿੰਦੇ ਸਾਡੇ ਫੰਡਾਮੈਂਟਲ ਰਾਈਟ ਨੂੰ ਕੌਣ ਸੁਰੱਖਿਅਤ ਕਰਦਾ ਹੈ? ਪਾਰਟ ਨੰਬਰ 3 'ਚ ਆ ਜਾਂਦੇ ਆ। ਅਤੇ ਫੰਡਾਮੈਂਟਲ ਰਾਈਟ ਆਪਣੇ ਹੈ ਕਿੰਨੇ? ਫੰਡਾਮੈਂਟਲ ਰਾਈਟ ਪੁੱਤਰੋ ਆਪਣੇ ਪਹਿਲਾਂ ਹੁੰਦੇ ਸੀ 7, ਅੱਜ ਦੇ ਟਾਈਮ ਦੇ ਵਿੱਚ ਆਪਣੇ ਫੰਡਾਮੈਂਟਲ ਰਾਈਟ ਕਿੰਨੇ ਆ? 6। ਰਾਈਟ ਆਫ ਪ੍ਰੋਪਰਟੀ ਸੀ ਜਿਹੜਾ ਆਪਣਾ, ਰਾਈਟ ਆਫ ਪ੍ਰੋਪਰਟੀ ਸੀ, ਉਹਨੂੰ ਫੰਡਾਮੈਂਟਲ ਰਾਈਟ ਦੇ ਵਿੱਚੋਂ ਕੱਢਤਾ, ਠੀਕ ਹੈ। ਫੰਡਾਮੈਂਟਲ ਰਾਈਟ ਦੇ ਵਿੱਚ ਉਹਨੂੰ ਕੱਢਤਾ। ਕਿਹੜੇ ਆਰਟੀਕਲ ਦੇ ਵਿੱਚ ਆਉਂਦਾ ਸੀ ਉਹ? ਆਰਟੀਕਲ 31 ਦੇ ਵਿੱਚ ਆਉਂਦਾ ਸੀ ਰਾਈਟ ਆਫ ਪ੍ਰੋਪਰਟੀ। ਪਹਿਲਾਂ ਆਪਣੇ 7 ਹੁੰਦੇ ਸੀ ਫੰਡਾਮੈਂਟਲ ਰਾਈਟ, ਉਹਦੇ 'ਚ ਕੱਢਤਾ। ਹੁਣ ਕਿੰਨੇ ਰਹਿ ਗਏ? 6 ਰਹਿ ਗਏ। ਹੁਣ ਰਾਈਟ ਆਫ ਪ੍ਰੋਪਰਟੀ ਨੂੰ ਕਿਹੜਾ ਰਾਈਟ ਬਣਾਤਾ? ਲੀਗਲ ਰਾਈਟ ਬਣਾਤਾ ਰਾਈਟ ਆਫ ਪ੍ਰੋਪਰਟੀ ਨੂੰ। ਅਤੇ ਕਿਹੜੇ ਆਰਟੀਕਲ ਦੇ ਵਿੱਚ ਪਾਤਾ? 300A ਦੇ ਵਿੱਚ। ਦੇਖੋ ਪੁੱਤਰੋ ਬੱਚਿਆਂ ਵਾਂਗੂ ਸਮਝਾ ਰਿਹਾ ਤੁਹਾਨੂੰ ਮੈਂ, ਬੱਚਿਆਂ ਵਾਂਗੂ, ਠੀਕ ਹੈ। ਮੈਨੂੰ ਇਹ ਹੁੰਦਾ ਕਿ ਤੁਹਾਡੀ ਕਿਸੇ ਸਿਲੈਕਸ਼ਨ ਹੋ ਜਾਏ ਤਾਂ ਬਹੁਤ ਵਧੀਆ ਗੱਲ ਹੈਗੀ, ਠੀਕ ਹੈ। ਅਤੇ ਇੱਕ ਬੱਚੇ ਦਾ ਕਹਿੰਦਾ ਕਮੈਂਟ ਆਇਆ ਸੀ, ਕਹਿੰਦਾ ਸਰ ਤੁਸੀਂ ਕਹਿੰਦੇ ਸਾਰਾ ਕੁਛ ਸਾਡੇ ਕਰਵਾਏ 'ਚ ਆਊਗਾ, ਜੇ ਨਾ ਆਇਆ ਇਹਦੇ 'ਚ ਫਿਰ, ਜੇ ਨਾ ਆਇਆ ਪੁੱਤਰੋ ਤੂੜੀ ਵਾਲੇ ਕਮਰੇ 'ਚ ਵੜ ਕੇ ਬਹਿ ਜਾਓ, ਬਸ ਹੋਰ ਕੋਈ ਹੱਲ ਹੀ ਨਹੀਂ ਹੈਗਾ ਫਿਰ, ਠੀਕ ਹੈ। ਤੂੜੀ ਵਾਲੇ ਕਮਰੇ 'ਚ ਵੜ ਕੇ ਬਹਿ ਜਾ ਕਰੋ, ਅਤੇ ਜਾਂ ਐਂ ਕਰਿਓ ਬੱਕਰੀਆਂ ਲੈ ਲਓ, ਠੀਕ ਹੈ। ਅਤੇ ਆਪਾਂ ਨਾਲ ਮੈਨੂੰ ਬੁਲਾ ਲਿਆ ਕਰੋ, ਆਪਾਂ 4 ਦਿਨ ਵਗ ਜਾ ਕਰਾਂਗੇ। ਹੋਰ ਕੀ ਹੈ, ਉਹ ਰੱਖ ਲਿਆ ਕਿ ਇੱਕ ਆਪਾਂ ਲੈ ਲਿਆ ਕਰਾਂਗੇ ਡਾਂਗ ਜੀ 'ਤੇ ਆਪਾਂ ਪਤੀਲੀ ਜੀ ਲਮਕਾ ਲਿਆ ਕਰਾਂਗੇ, ਠੀਕ ਹੈ। ਨਾਲ ਗੁੜ ਬੰਨ ਲਿਆ, ਥੋੜ੍ਹੀ ਚਾਹ ਬੰਨ ਲਈ, ਅਤੇ ਇੱਜੜ ਚਾਰ ਦੇ ਪਿੰਡਾਂ ਦੇ ਪਿੰਡ ਕੱਢ ਜਾ ਕਰਾਂਗੇ ਆਪਾਂ ਹੱਥ ਨੂੰ, ਠੀਕ ਹੈ। ਫਿਰ ਆਪਾਂ ਆਹ ਕੰਮ ਕਰਾਂਗੇ। ਚੌੜ ਕਰੀ ਜਾਂਦਾ, ਕੋਈ ਨਾ ਹੋ ਜਾਊਗਾ, ਟੈਨਸ਼ਨ ਨਾ ਲਿਆ ਕਰੋ, ਐਡੀ ਚੱਕਰ ਵਾਲੀ ਗੱਲ ਨਹੀਂ ਹੈਗੀ ਕੋਈ ਨਹੀਂ। ਫਿਰ ਆਪਣੇ ਮਿਹਨਤ ਹੈ ਯਾਰ ਪੁੱਤਰੋ, ਜਿੰਨੀ ਕਰ ਲਓਗੇ ਘੱਟ ਹੈ। 8 ਲੱਖ ਬੰਦੇ ਨੇ ਅਪਲਾਈ ਕੀਤਾ ਫਾਰਮ ਪੁਲਿਸ ਦਾ, 8 ਲੱਖ ਬੰਦੇ ਨੇ। ਉਹਦੀ ਵੀ ਤੁਹਾਨੂੰ ਡਿਟੇਲ ਦੱਸੂਗਾ ਸਾਰੀ ਮੈਂ, ਕਿਵੇਂ ਅਪਲਾਈ ਕੀਤਾ, ਕਿਵੇਂ ਪ੍ਰੋਸੈਸ ਹੋਊਗਾ, ਕਿੰਨਾ ਕੰਪੀਟੀਸ਼ਨ, ਸਾਰਾ ਕੁਝ ਦੱਸੂ ਤੁਹਾਨੂੰ ਮੈਂ। ਦੇਖੋ ਸਾਡੇ ਫੰਡਾਮੈਂਟਲ ਰਾਈਟ ਨੂੰ ਕੌਣ ਸੁਰੱਖਿਅਤ ਕਰਦਾ? ਕਹਿੰਦੇ ਰੂਲਿੰਗ ਪਾਰਟੀਆਂ ਤਾਂ ਸੁਰੱਖਿਅਤ ਕਰ ਹੀ ਸਕਦੀਆਂ। ਜੁਡੀਸ਼ਰੀ, ਪਾਰਲੀਮੈਂਟ, ਆਲ ਆਫ ਅਬਵ ਆਪਸ਼ਨ ਦੇ ਵਿੱਚ ਆਉਂਦਾ ਨਹੀਂ, ਕਿਉਂਕਿ ਰੂਲਿੰਗ ਪਾਰਟੀ ਕੱਟੀ ਗਈ ਤਾਂ ਆਲ ਆਫ ਅਬਵ ਤਾਂ ਹੀ ਨਹੀਂ ਸਕਦਾ। ਪਾਰਲੀਮੈਂਟ ਕੋਲ ਤਾਂ ਕੋਈ ਫਾਇਦਾ ਨਹੀਂ ਹੈਗਾ। ਪਾਰਲੀਮੈਂਟ ਕੀ ਹੈ? ਪਾਰਲੀਮੈਂਟ ਦਾ ਕੀ ਮਤਲਬ ਹੈ ਫੰਡਾਮੈਂਟਲ ਰਾਈਟ ਦੇ ਵਿੱਚ? ਕਿਉਂਕਿ ਜਿਹੜਾ ਆਰਟੀਕਲ 13 ਹੈਗਾ, ਆਰਟੀਕਲ 13, ਹਾਂ 13 ਦੇ ਵਿੱਚ ਇਹ ਗੱਲ ਕਹਿੰਦੀ ਕਿ ਫੰਡਾਮੈਂਟਲ ਰਾਈਟ ਦੇ ਵਿੱਚ ਜੇ ਕੋਈ ਬੰਦਾ ਸੰਸ਼ੋਧਨ ਕਰਨਾ ਚਾਹੂਗਾ ਤਾਂ ਉਹ 0 ਮੰਨਿਆ ਜਾਊਗਾ, ਠੀਕ ਹੈ। ਇਹ ਤਾਂ ਉਹਦੇ ਨਾਲ ਕੋਈ ਕਰ ਹੀ ਨਹੀਂ ਸਕਦੇ ਪਾਰਲੀਮੈਂਟ ਵਾਲੀ ਤਾਂ ਗੜਬੜੀ। ਕੱਟ ਕਟਾ ਕੇ ਕੀ ਰਹੇਗਾ? ਜੁਡੀਸ਼ਰੀ ਕਿਹੜੀ ਹੁੰਦੀ ਹੈ? ਜੁਡੀਸ਼ਰੀ ਉਹ ਹੁੰਦੀ ਜਿਹੜੀ ਆਪਾਂ ਨੂੰ ਨਿਆਂਪਾਲਿਕਾ ਕਹਿ ਦਿੰਦੇ ਹਾਂ। ਨਿਆਂਪਾਲਿਕਾ ਕਿਹੜੀਆਂ ਹੁੰਦੀਆਂ ਆਪਣੀਆਂ? ਸੁਪਰੀਮ ਕੋਰਟ ਅਤੇ ਹਾਈ ਕੋਰਟ, ਠੀਕ ਹੈ। ਇਹ ਗੱਲ ਯਾਦ ਰੱਖਣੀ ਹੈ। ਇਸ ਤੋਂ ਬਾਅਦ ਆ ਗਿਆ ਆਪਣਾ ਅਗਲਾ ਆਪਰੇਸ਼ਨ। ਇਹਦਾ ਆਨਸਰ ਹੈਗਾ ਆਪਸ਼ਨ ਨੰਬਰ ਭਾਈ C, ਜਿਹੜਾ ਬਿਲਕੁਲ ਸਹੀ ਆਨਸਰ ਹੈਗਾ। ਓਕੇ, ਹੁਣ ਚੱਲਦੇ ਆਪਾਂ ਅਗਲੇ 'ਤੇ। CGI ਦੀ ਰਿਟਾਇਰਮੈਂਟ ਉਮਰ ਕਿੰਨੀ ਹੁੰਦੀ ਹੈ? CGI ਦੀ ਰਿਟਾਇਰਮੈਂਟ ਉਮਰ ਕਿੰਨੀ ਹੁੰਦੀ ਹੈ? ਦੱਸੋ, ਆਦੀ ਕਾਪੀ 'ਤੇ ਨਿਸ਼ਾਨੀ ਲਾ ਲਓ ਭਾਈ ਪਹਿਲਾਂ ਕਿ CGI ਦੀ ਉਮਰ ਕਿੰਨੀ ਹੁੰਦੀ ਹੈ। ਜਿਹੜਾ ਪੁੱਤਰ ਹੁੰਦਾ CG ਹੁੰਦਾ ਚੀਫ ਜਸਟਿਸ ਆਫ ਇੰਡੀਆ, ਚੀਫ ਜਸਟਿਸ ਆਫ ਇੰਡੀਆ, ਜਿਹੜਾ ਸੁਪਰੀਮ ਕੋਰਟ ਦੇ ਵਿੱਚ ਬੈਠਾ ਗਾ ਅਤੇ ਸਾਰੇ ਜੱਜਾਂ ਤੋਂ ਵੱਡਾ ਜੱਜ ਆ, ਉਹਨੂੰ CGI ਕਹਿ ਦਿੰਦੇ ਆ। ਦੇਖੋ ਜੋ CGI ਦੀ ਰਿਟਾਇਰਮੈਂਟ ਜਾਂ ਸੁਪਰੀਮ ਕੋਰਟ ਦੇ ਕਿਸੇ ਵੀ ਜੱਜ ਦੀ ਰਿਟਾਇਰਮੈਂਟ ਏਜ ਕਿੰਨੀ ਹੁੰਦੀ ਹੈ? 62, 63, 64, 65। ਤਾਂ ਭਾਈ ਉਹਦੀ ਉਮਰ ਹੁੰਦੀ ਹੈ 65 ਸਾਲ। D ਨੰਬਰ ਆਪਸ਼ਨ ਬਿਲਕੁਲ ਸਹੀ ਆਨਸਰ ਹੈਗਾ, ਠੀਕ ਹੈ। CGI ਦੀ ਰਿਟਾਇਰਮੈਂਟ ਉਮਰ ਕਿੰਨੀ ਹੁੰਦੀ ਹੈ? 65 ਸਾਲ। ਇਹ ਗੱਲ ਯਾਦ ਰੱਖਣੀ ਹੈ, ਦਿਮਾਗ 'ਚ ਬਿਠਾ ਲਓ। ਹਾਈ ਕੋਰਟ ਦੇ ਜੱਜ ਦੀ ਰਿਟਾਇਰਮੈਂਟ ਏਜ ਕਿੰਨੀ ਹੁੰਦੀ ਹੈ?
ਸੁਪਰੀਮ ਕੋਰਟ ਦੇ ਜੱਜ ਦੀ ਤਾਂ CJI ਦੀ ਏਜ ਤਾਂ ਤੁਹਾਨੂੰ ਦੱਸਤੀ, ਉਹ ਤਾਂ 65 ਸਾਲ ਹੁੰਦੀ ਹੈ। ਪਰ ਜਿਹੜਾ ਹਾਈ ਕੋਰਟ ਦੇ ਜੱਜ ਹੁੰਦੇ, ਜਿਵੇਂ ਆਪਣੇ ਚੰਡੀਗੜ੍ਹ, ਪੰਜਾਬ ਹਰਿਆਣਾ ਚੰਡੀਗੜ੍ਹ ਹਾਈ ਕੋਰਟ ਆਪਣਾ, ਠੀਕ ਹੈ, ਅਤੇ ਪੰਜਾਬ ਹਰਿਆਣਾ ਹਾਈ ਕੋਰਟ ਹੋ ਗਿਆ, ਜਾਂ ਹੋਰ ਵੀ ਕੋਈ ਵੀ ਜਿੰਨੇ ਵੀ ਕੋਰਟ ਆਪਣੇ 25 ਕੋਰਟ ਆ ਸਾਰੇ, 25 ਹਾਈ ਕੋਰਟ ਆਪਣੇ ਇੰਡੀਆ ਦੇ ਵਿੱਚ। ਤਾਂ ਜਿੰਨੇ ਵੀ ਆਪਣੇ ਹਾਈ ਕੋਰਟ ਆ ਉਹਨਾਂ ਦੇ ਵਿੱਚ ਹਾਈ ਕੋਰਟ ਜੱਜ ਦੀ ਜਿਹੜੀ ਰਿਟਾਇਰਮੈਂਟ ਉਮਰ ਹੁੰਦੀ ਕਿੰਨੀ ਹੁੰਦੀ, ਇਹ 'ਚ CJ ਹੁੰਦਾ ਜਿਹੜਾ ਸਭ ਤੋਂ ਵੱਡਾ ਹੁੰਦਾ, ਚੀਫ ਜਸਟਿਸ ਹੁੰਦਾ ਗਾ। ਅਤੇ ਇਹਦੇ ਵਿੱਚ ਉਮਰ ਹੁੰਦੀ ਹੈ ਕਹਿੰਦੇ 62, 65, 64, 67। ਤਾਂ ਇਹਦਾ ਆਨਸਰ ਹੈਗਾ ਆਪਸ਼ਨ ਨੰਬਰ A, ਬਿਲਕੁਲ ਸਹੀ ਆਨਸਰ ਇਹਦਾ। ਹਾਈ ਕੋਰਟ ਦੇ ਜੱਜ ਦੀ ਰਿਟਾਇਰਮੈਂਟ ਏਜ ਕਿੰਨੀ ਹੁੰਦੀ ਹੈ? 62 ਸਾਲ ਹੁੰਦੀ ਹੈ। ਓਕੇ ਜੀ। ਦੇਖੋ, ਰਾਸ਼ਟਰਪਤੀ ਦੀ ਇਲੈਕਸ਼ਨ ਲਈ ਜ਼ਿੰਮੇਵਾਰੀ ਕਿਸ ਦੀ ਹੁੰਦੀ ਹੈ? ਠੀਕ ਹੈ, ਰਾਸ਼ਟਰਪਤੀ ਦੀ ਇਲੈਕਸ਼ਨ ਲਈ ਜ਼ਿੰਮੇਵਾਰੀ ਕਿਸ ਦੀ ਹੁੰਦੀ ਹੈ ਦੱਸੋ ਤੁਸੀਂ? UPSC ਦੀ ਹੁੰਦੀ ਹੈ। UPSC ਦਾ ਅਫਸਰ ਹੋ ਗਏ ਇਹਨਾਂ ਦਾ ਕੋਈ ਮਤਲਬ ਹੀ ਨਹੀਂ ਇਹਨਾਂ ਨਾਲ। ਠੀਕ ਹੈ, ਸਟੇਟ PCS ਦਾ ਕੀ ਮਤਲਬ ਹੈ? ਇਹ ਸਟੇਟ ਦਾ PCS, ਰਾਸ਼ਟਰਪਤੀ ਨਾਲ ਤਾਂ ਕਰ ਹੀ ਨਹੀਂ ਸਕਦਾ ਇਲੈਕਸ਼ਨ ਕੋਈ। ਰੌਲਾ ਰਹਿ ਗਿਆ ਨਾ ਦੋਨਾਂ ਆਪਸ਼ਨਾਂ ਦੇ ਵਿੱਚ, ਇਲੈਕਸ਼ਨ ਕਮਿਸ਼ਨ ਆਫ ਇੰਡੀਆ ਜਾਂ ਸਟੇਟ ਇਲੈਕਸ਼ਨ ਕਮਿਸ਼ਨ। ਸਟੇਟ ਇਲੈਕਸ਼ਨ ਕਮਿਸ਼ਨ ਕਿਵੇਂ ਰਾਸ਼ਟਰਪਤੀ ਦੀ ਚੋਣ ਕਰਾ ਦੇਣਗੇ? ਉਹਦਾ ਸਟੇਟ ਦੀ ਕਰਵਾ ਸਕਦੇ ਆ। ਤਾਂ ਇਹ ਵੀ ਕੱਟਿਆ ਗਿਆ, ਤਾਂ ਆਪਸ਼ਨ ਕੱਟ ਕਟਾ ਕੇ ਕੀ ਪੈਗੀ? ਇਲੈਕਸ਼ਨ ਕਮਿਸ਼ਨ ਆਫ ਇੰਡੀਆ ਜਿਹੜੇ ਭਾਈ ਇਹ ਕਰਵਾਉਣਗੇ ਆਪਣੀ ਇਲੈਕਸ਼ਨ। ਓਕੇ ਜੀ, ਗੱਲ ਯਾਦ ਰੱਖੋ, ਇਹ ਕਰਵਾਉਣਗੇ ਇਲੈਕਸ਼ਨ ਰਾਸ਼ਟਰਪਤੀ ਦੀ। ਓਕੇ। ਇੱਕ ਬੱਚੇ ਦਾ ਤੜਕੀ ਪ੍ਰਸ਼ਨ ਆਇਆ ਸੀ, ਕਹਿੰਦਾ ਸਰ ਰਾਸ਼ਟਰਪਤੀ ਰਿਟਾਇਰਮੈਂਟ ਏਜ ਕਿੰਨੀ ਹੁੰਦੀ ਹੈ? ਰਾਸ਼ਟਰਪਤੀ ਰਿਟਾਇਰਮੈਂਟ ਏਜ 65 ਸਾਲ, 62 ਸਾਲ, 63 ਸਾਲ, ਨੋ ਲਿਮਟ। ਦੱਸੋ ਭਾਈ, ਆਰੀ ਕਾਪੀ 'ਤੇ ਦੱਸਿਆ ਕਰੋ, ਕਮੈਂਟਾਂ 'ਚ ਦੱਸਿਆ ਕਰੋ ਕਿ ਭਾਈ ਦੱਸੋ ਰਿਟਾਇਰਮੈਂਟ ਏਜ ਕਿੰਨੀ ਹੁੰਦੀ ਹੈ ਉਹਦੀ। 65 ਸਾਲ ਹੁੰਦੀ ਹੈ, 62 ਸਾਲ ਹੁੰਦੀ ਹੈ? ਸੋਚੋ। ਜਿਨ੍ਹਾਂ ਨੇ ਲਾਇਆ ਆਨਸਰ ਇਹਦਾ D ਆਪਸ਼ਨ, ਉਹ ਬਿਲਕੁਲ ਸਹੀ ਹੈ। ਜਿਹਨੇ D ਨੰਬਰ ਆਪਸ਼ਨ ਲਾਇਆ ਉਹ ਬੱਚੇ ਬਿਲਕੁਲ ਸਹੀ ਹੈ, ਉਹਨਾਂ ਦਾ ਬਿਲਕੁਲ ਸਹੀ ਆਨਸਰ ਆਏਗਾ। ਠੀਕ ਹੈ ਜੀ। ਅਤੇ ਰਾਸ਼ਟਰਪਤੀ ਰਿਟਾਇਰਮੈਂਟ ਉਮਰ ਦੀ ਕੋਈ ਲਿਮਟ ਨਹੀਂ ਹੁੰਦੀ। ਠੀਕ ਹੈ ਜੀ। ਅਤੇ ਇਹ ਭਾਵੇਂ ਬੁਰਾ ਹੋ ਕੇ ਚੱਲ ਸਕਦਾ, ਬਸ ਆਪਣੇ ਨੌਕਰੀਆਂ ਵਾਲਿਆਂ ਦੀ ਰਿਟਾਇਰਮੈਂਟ ਉਮਰ ਹੁੰਦੀ ਹੈ ਇਕੱਲੀ, ਇਹਨਾਂ ਦੀ ਲੀਡਰਾਂ ਦੀ ਕੋਈ ਰਿਟਾਇਰਮੈਂਟ ਉਮਰ ਨਹੀਂ ਹੁੰਦੀ। ਸਾਡੇ ਸੰਵਿਧਾਨ ਦੇ ਵਿੱਚ ਕਿੰਨੀਆਂ ਫੰਡਾਮੈਂਟਲ ਡਿਊਟੀਆਂ ਹਨ? ਫੰਡਾਮੈਂਟਲ ਡਿਊਟੀਆਂ ਕਰੇ ਜਾ ਜਾਂਦੀਆਂ ਮੌਲਿਕ ਕਰਤੱਵ ਦੇ ਵਿੱਚ। ਕਿੰਨੀਆਂ ਮੌਲਿਕ ਕਰਤੱਵ ਭਾਈ ਆਪਣੇ? ਅੱਜ ਦੀ ਗੱਲ ਕਰ ਰਹੇ ਇਹਨਾਂ ਨੇ ਇਹ ਪੁੱਛਿਆ ਕਿ ਸ਼ੁਰੂ ਦੇ ਵਿੱਚ ਕਿੰਨੇ ਫੰਡਾਮੈਂਟਲ ਡਿਊਟੀਆਂ ਸੀ, ਤਾਂ ਅੱਜ ਦੇ ਟਾਈਮ ਦੇ ਵਿੱਚ ਸਾਡੇ ਸੰਵਿਧਾਨ ਵਿੱਚ ਕਿੰਨੀਆਂ ਫੰਡਾਮੈਂਟਲ ਡਿਊਟੀਆਂ ਹਨ? ਬਸ ਇਹਨਾਂ ਨੇ ਸਿਰਫ ਇਹ ਗੱਲ ਕੀਤੀ ਹੈ। ਜਦੋਂ ਆਪਣਾ ਸੰਵਿਧਾਨ ਸ਼ੁਰੂ ਹੋਇਆ ਸੀ ਉਦੋਂ ਭਾਈ ਇਹਦੇ 'ਚ ਫੰਡਾਮੈਂਟਲ ਡਿਊਟੀਆਂ 10 ਸੀ। ਠੀਕ ਹੈ, ਪਰ ਅੱਜ ਦੇ ਟਾਈਮ ਦੇ ਵਿੱਚ ਫੰਡਾਮੈਂਟਲ ਡਿਊਟੀਆਂ ਕਿੰਨੀਆਂ ਹੈਗੀਆਂ? 11। ਆਪਸ਼ਨ ਨੰਬਰ C ਜਿਹੜਾ ਬਿਲਕੁਲ ਸਹੀ ਆਨਸਰ ਹੈ। ਅੱਜ ਦੇ ਟਾਈਮ ਦੇ ਵਿੱਚ ਫੰਡਾਮੈਂਟਲ ਡਿਊਟੀਆਂ ਕਿੰਨੀਆਂ ਹੈਗੀਆਂ ਆਪਣੇ? 11। ਫੰਡਾਮੈਂਟਲ ਡਿਊਟੀ ਕਿਹੜੇ ਪਾਰਟ 'ਚ ਆ ਜਾਂਦੀ ਹੈ? ਪਾਰਟ 4 ਦੇ ਵਿੱਚ ਆ ਜਾਂਦੀ ਹੈ, 4A ਦੇ ਵਿੱਚ। 4 ਦੇ ਵਿੱਚ ਤਾਂ ਆ ਜਾਂਦੀ ਹੈ ਆਪਣੇ DPSP, ਡਾਇਰੈਕਟਰ ਪ੍ਰਿੰਸੀਪਲ ਆਫ ਸਟੇਟ ਪੋਲਿਸੀ, ਅਤੇ ਪਾਰਟ 4A ਦੇ ਵਿੱਚ ਭਾਈ ਇਹ ਆ ਜਾਂਦੀ ਹੈ। ਓਕੇ ਜੀ। ਹੁਣ ਚੱਲਦੇ ਆਪਾਂ ਅਗਲੇ ਪ੍ਰਸ਼ਨ 'ਤੇ। ਆਹ ਵੀ ਬਹੁਤ ਇੰਪੋਰਟੈਂਟ ਪ੍ਰਸ਼ਨ ਹੈ। ਰਾਸ਼ਟਰਪਤੀ ਭਵਨ ਕਿਸ ਦੁਆਰਾ ਡਿਜ਼ਾਈਨ ਕੀਤਾ ਗਿਆ ਸੀ? ਜਿਹੜਾ ਰਾਸ਼ਟਰਪਤੀ ਭਵਨ ਬਣਿਆ ਹੋਇਆ ਆਪਣਾ, ਠੀਕ ਹੈ, ਇਹ ਡਿਜ਼ਾਈਨ ਕਿਸ ਦੁਆਰਾ ਕੀਤਾ ਗਿਆ ਸੀ? ਦੱਸੋ ਪ੍ਰਸ਼ਨ। ਬਹੁਤ ਇੰਪੋਰਟੈਂਟ ਪ੍ਰਸ਼ਨ ਹੈ ਇਹ। ਕਹਿੰਦੇ ਡੇਵਿਡ ਦੁਆਰਾ ਕਰਿਆ ਗਿਆ ਸੀ, ਸੈਲੀਮੈਂਟ ਐਟਲੀ ਦੁਆਰਾ ਕਰਿਆ ਗਿਆ ਸੀ, ਐਡਮਨ ਲੂਟਿਸ ਦੁਆਰਾ ਕਰਿਆ ਸੀ, ਮਾਈਕਲ ਦੁਆਰਾ ਕਰਿਆ ਗਿਆ ਸੀ। ਤਾਂ ਆਪਸ਼ਨ ਦਾ ਦੱਸੋ, ਚੁਣੋ ਆਪਦੇ ਕੋਲ, ਤਾਂ ਆਪਦੀ ਨਿਸ਼ਾਨੀ ਲਾ ਲਓ। ਅਤੇ ਜਿਹੜੇ ਬੱਚਿਆਂ ਨੇ ਆਪਸ਼ਨ ਨੰਬਰ C ਲਾਇਆ ਉਹਨਾਂ ਦਾ ਸਵਾਲ ਬਿਲਕੁਲ ਸਹੀ ਹੈਗਾ। ਠੀਕ ਹੈ ਜੀ। ਜਿਹਨੇ ਆਪਸ਼ਨ ਨੰਬਰ C ਲਾਇਆ, ਰਾਸ਼ਟਰਪਤੀ ਭਵਨ ਐਡਮਨ ਲੁਟੇ ਦੁਆਰਾ ਡਿਜ਼ਾਈਨ ਕੀਤਾ ਗਿਆ ਸੀ। ਓਕੇ ਜੀ। ਇਸ ਤੋਂ ਬਾਅਦ ਅਗਲਾ ਜੀ, ਕਹਿੰਦੇ ਭਾਰਤ ਦੇ ਰਾਸ਼ਟਰਪਤੀ ਨੂੰ ਕਿੰਨੀ ਵਾਰ ਉਸ ਦੀ ਪੋਸਟ ਲਈ ਚੁਣਿਆ ਜਾ ਸਕਦਾ ਹੈ? ਕਹਿੰਦਾ ਉਹਦੇ ਭਾਰਤ ਦੇ ਰਾਸ਼ਟਰਪਤੀ ਨੂੰ ਰਾਸ਼ਟਰਪਤੀ ਬਣਨ ਵਾਸਤੇ ਕਿੰਨੀ ਵਾਰ ਚੁਣਿਆ ਜਾ ਸਕਦਾ ਹੈ? 2 ਟਾਈਮ, 3 ਟਾਈਮ, 4 ਟਾਈਮ, ਨੋ ਲਿਮਟ। ਤਾਂ ਦੱਸੋ ਭਾਈ ਬੱਚੋ ਕੀ ਆਨਸਰ ਆਊਗਾ? ਤਾਂ ਜਿਹੜੇ ਬੱਚਿਆਂ ਨੇ ਆਪਸ਼ਨ ਨੰਬਰ D ਆਨਸਰ ਲਾਇਆ ਉਹ ਬਿਲਕੁਲ ਸਹੀ ਹੈ। ਠੀਕ ਹੈ, ਰਾਸ਼ਟਰਪਤੀ ਨੂੰ ਭਾਵੇਂ ਤੁਸੀਂ ਜਿੰਨੀ ਸਾਰੀ ਉਮਰ ਹੀ ਅਪੁਆਇੰਟ ਕਰੀ ਚਲੋ, ਕੋਈ ਚੱਕਰ ਨਹੀਂ ਹੁੰਦਾ, ਉਹਨੂੰ ਹਰ ਵਾਰੀ ਚੁਣਿਆ ਜਾ ਸਕਦਾ ਗਾ। ਪਰ USA ਦੇ ਵਿੱਚ ਇੱਕ ਪ੍ਰੈਜ਼ੀਡੈਂਟ ਹੈ ਜਿਹੜਾ, ਉਹ ਸਿਰਫ 2 ਵਾਰੀ ਖੜ੍ਹਾ ਹੋ ਸਕਦਾ ਗਾ। ਇਸ ਤੋਂ ਬਾਅਦ ਉਹ ਕਦੇ ਵੀ ਰਾਸ਼ਟਰਪਤੀ ਦੀ ਚੋਣ ਨਹੀਂ ਲੜ ਸਕਦਾ। ਜਿਵੇਂ ਬਰਾਕ ਓਬਾਮਾ ਸੀ, ਠੀਕ ਹੈ, ਉਹ 2 ਵਾਰੀ ਬਣਿਆ ਸੀ, ਅਤੇ ਬਸ ਇਸ ਤੋਂ ਬਾਅਦ ਉਹ ਨਹੀਂ ਬਣ ਸਕਦਾ। ਠੀਕ ਹੈ। ਜੇਕਰ ਕਿਸੇ ਬਿੱਲ ਉੱਪਰ ਰਾਸ਼ਟਰਪਤੀ ਵੀਟੋ ਪਾਵਰ ਲਗਾ ਦਿੱਤੀ ਤਾਂ ਇਸ ਦੀ ਜਵਾਬਦੇਹੀ ਕਿੱਥੇ ਹੋਵੇਗੀ? ਇਹ ਕੀ ਕਹਿਣਾ ਚਾਹੁੰਦੇ ਆ? ਪਹਿਲਾਂ ਤੁਹਾਨੂੰ ਰਾਸ਼ਟਰਪਤੀ ਦੀਆਂ ਪਾਵਰ, ਵੀਟੋ ਪਾਵਰ ਹੁੰਦੀਆਂ ਰਾਸ਼ਟਰਪਤੀ ਕੋਲ, ਤੁਹਾਨੂੰ ਦੱਸੀਆਂ ਹੋਈਆਂ ਮੈਂ ਕਿਹੜੀਆਂ 3 ਪਾਵਰਾਂ ਹੁੰਦੀਆਂ। ਇੱਕ ਤਾਂ ਹੁੰਦੀ ਹੈ ਪੌਕਟ ਵੀਟੋ, ਇੱਕ ਹੁੰਦੀ ਹੈ ਸਸਪੈਂਸ ਵੀਟੋ, ਇੱਕ ਹੁੰਦੀ ਹੈ ਐਬਸੋਲੂਟ ਵੀਟੋ।
ਇਹ ਤਿੰਨ ਪਾਵਰਾਂ ਹੁੰਦੀਆਂ। ਪੋਕਟ ਵੀਟੋ ਦੇ ਵਿੱਚ ਤਾਂ ਉਹ ਇਹ ਹੁੰਦਾ ਕਿ ਆਪਦਾ ਜਿਹੜਾ ਵੀ ਕੋਈ ਕਿਸੇ ਨੇ ਆਪਾਂ ਬਿੱਲ ਪਾਸ ਕਰਨ ਵਾਸਤੇ ਭੇਜਿਆ, ਰਾਸ਼ਟਰਪਤੀ ਨੇ ਚੁੱਪ ਕਰਕੇ ਆਪਦੀ ਜੇਬ 'ਚ ਪਾ ਲਿਆ, ਠੀਕ ਹੈ, ਮੁੜ ਕੇ ਉਹਦੀ ਕੋਈ ਸੁਣਵਾਈ ਨਹੀਂ ਕੀਤੀ, ਤਾਂ ਉਹਨੂੰ ਕਹਿੰਦੇ ਨੇ ਪੋਕਟ ਵੀਟੋ। ਅਤੇ ਕਿਸੇ ਨੂੰ ਵੀ ਜਵਾਬ ਨਹੀਂ ਦੇਊਗਾ ਇਹਦੇ ਬਾਰੇ। ਸਸਪੈਂਸ ਵੀਟੋ ਦੇ ਵਿੱਚ ਇਹ ਹੈ ਕਿ ਕੋਈ ਬਿੱਲ ਆ ਗਿਆ ਨਾ ਦੁਬਾਰਾ ਫਿਰ ਰਾਸ਼ਟਰਪਤੀ ਨੇ ਭੇਜਤਾ ਕਿ ਇੱਕ ਵਾਰੀ ਦੁਬਾਰਾ ਫਿਰ ਚੈੱਕ ਕਰ ਲਓ, ਜੋ ਦੁਬਾਰੇ ਜਾਊਗਾ ਰਾਸ਼ਟਰਪਤੀ ਕੋਲ, ਰਾਸ਼ਟਰਪਤੀ ਸਾਈਨ ਕਰਕੇ ਉਹਨੂੰ ਸਸਪੈਂਸ ਵੀਟੋ ਦੀ ਪਾਵਰ ਨਾਲ ਉਹਨੂੰ ਪਾਸ ਕਰ ਦੂਗਾ। ਐਬਸੋਲੂਟ ਵੀਟੋ ਦੇ ਵਿੱਚ ਉਹ ਡਾਇਰੈਕਟ ਹੀ ਨਾ ਕਰ ਸਕਦਾ ਕਿ ਮੈਂ ਬਿੱਲ 'ਤੇ ਸਾਈਨ ਨਹੀਂ ਕਰਨੇ, ਠੀਕ ਹੈ। ਜੇਕਰ ਰਾਸ਼ਟਰਪਤੀ ਆਪਣੇ ਵੀਟੋ ਪਾਵਰ ਵਰਤਦਾ ਗਾ ਤਾਂ ਉਹ ਇਸ ਦੇ ਵਿਰੁੱਧ ਜਵਾਬ ਕਿਸ ਨੂੰ ਦੇਵੇਗਾ? ਕਹਿੰਦੇ ਲੋਕ ਸਭਾ 'ਚ ਜਵਾਬ ਦੇਊਗਾ, ਉਹ ਰਾਜ ਸਭਾ ਦੇ ਵਿੱਚ ਜਵਾਬ ਦੇਊਗਾ, ਪ੍ਰਾਈਮ ਮਿਨਿਸਟਰ ਜਵਾਬ ਦਾ ਨਨ ਆਫ ਅਬਵ। ਤਾਂ ਭਾਈ ਇਹਦਾ ਆਨਸਰ ਇਹ ਹੈ ਕਿ ਰਾਸ਼ਟਰਪਤੀ ਜੇਕਰ ਕੋਈ ਵੀਟੋ ਪਾਵਰ ਲਾਉਂਦਾ ਤਾਂ ਕੋਈ ਵੀ ਉਹ ਤੋਂ ਕੋਈ ਨਹੀਂ ਪੁੱਛ ਸਕਦਾ, ਕੋਈ ਵੀ ਨਹੀਂ ਪੁੱਛ ਸਕਦਾ ਉਸ ਤੋਂ ਕਿ ਭਾਈ ਤੂੰ ਵੀਟੋ ਪਾਵਰ ਕਿਉਂ ਲਾਈ ਹੈ ਉਹਦੀ, ਠੀਕ ਹੈ। ਅਤੇ ਕਿਤੇ ਵੀ ਉਹ ਜਵਾਬਦੇਹ ਨਹੀਂ ਹੋਊਗਾ ਇਹਦੇ ਬਾਰੇ, ਠੀਕ ਹੈ, ਕਿਉਂਕਿ ਇਹਦੀ ਸ਼ਕਤੀ ਹੈ ਇਹ। ਤਾਂ ਨਨ ਆਫ ਅਬਵ ਦਾ ਆਨਸਰ ਆ ਜਾਊਗਾ ਡੀ ਨੰਬਰ ਆਪਸ਼ਨ, ਠੀਕ ਹੈ। ਰਾਸ਼ਟਰਪਤੀ ਦੀ ਚੋਣ ਕਿਸ ਦੁਆਰਾ ਹੁੰਦੀ ਹੈ? ਤੁਸੀਂ ਆਮ ਤੌਰ 'ਤੇ ਦੇਖਿਆ ਹੋਊਗਾ, ਆਪਾਂ ਪ੍ਰਧਾਨ ਮੰਤਰੀ ਵੀ ਚਾਹੁੰਦੇ ਹਾਂ, CM ਵੀ ਚਾਹੁੰਦੇ ਹਾਂ, ਠੀਕ ਹੈ, ਪਰ ਆਪਾਂ ਰਾਸ਼ਟਰਪਤੀ ਨਹੀਂ ਚਾਹੁੰਦੇ। ਰਾਸ਼ਟਰਪਤੀ ਦੀ ਚੋਣ ਕੌਣ ਕਰਦਾ? ਲੋਕ ਸਭਾ ਦੇ ਮੈਂਬਰ ਵੋਟ ਕਰਦੇ ਆ, ਰਾਜ ਸਭਾ ਦੇ ਲੋਕ ਵੋਟ ਕਰਦੇ, ਮੈਂਬਰ ਆਫ ਪਾਰਲੀਮੈਂਟ ਵੋਟ ਕਰਦੇ ਆ, ਜਾਂ ਮੈਂਬਰ ਆਫ ਬੂਥ ਹਾਊਸ ਪਾਰਲੀਮੈਂਟ ਐਂਡ ਸਟੇਟ ਲੈਜਿਸਲੇਟਿਵ। ਦੇਖੋ ਬੱਚਿਓ, ਜਿਹੜਾ ਰਾਸ਼ਟਰਪਤੀ ਹੈ ਇਹ ਆਉਂਦਾ ਆਰਟੀਕਲ 52 ਦੇ ਵਿੱਚ, ਠੀਕ ਹੈ। ਆਰਟੀਕਲ 52 ਦੇ ਵਿੱਚ ਕੀ ਆਉਂਦਾ ਗਾ? ਰਾਸ਼ਟਰਪਤੀ ਆਉਂਦਾ ਗਾ ਕਿ ਆਪਣੇ ਭਾਰਤ ਦਾ ਇੱਕ ਰਾਸ਼ਟਰਪਤੀ ਹੋਊਗਾ। ਤਾਂ ਜੋ ਰਾਸ਼ਟਰਪਤੀ ਚੁਣਨਾ ਪਈ, ਇਹਦੇ ਵਿੱਚ ਦੋਵੇਂ ਹਾਊਸ ਪਾਰਲੀਮੈਂਟ ਜਿਹੜੇ ਹੁੰਦੇ ਆ, ਠੀਕ ਹੈ, ਪਾਰਲੀਮੈਂਟ ਦੇ ਜਿਹੜੇ ਹਾਊਸ ਹੁੰਦੇ ਆ ਕਿਹੜੇ ਕਿਹੜੇ ਹੁੰਦੇ ਆ? ਲੋਕ ਸਭਾ ਅਤੇ ਰਾਜ ਸਭਾ। ਲੋਕ ਸਭਾ ਅਤੇ ਰਾਜ ਸਭਾ ਦੇ ਲੋਕ ਵੀ ਵੋਟ ਪਾਉਣਗੇ, ਅਤੇ ਜਿਹੜੇ ਆਪਣੇ ਸਟੇਟਾਂ ਦੇ MLA ਹੁੰਦੇ ਆ ਤਾਂ ਉਹ ਵੀ ਇਹਦੇ ਵਿੱਚ ਵੋਟ ਪਾਉਣਗੇ। ਤਾਂ ਕਰਕੇ ਫਿਰ ਰਾਸ਼ਟਰਪਤੀ ਚੁਣਿਆ ਜਾਊਗਾ। ਇਹ ਗੱਲ ਅੱਜ ਦਿਮਾਗ 'ਚ ਬਿਠਾ ਲਓ, ਠੀਕ ਹੈ। ਤਾਂ ਇਹਦਾ ਆਨਸਰ ਹੈਗਾ ਵੀ ਡੀ ਨੰਬਰ ਆਪਸ਼ਨ, ਮੈਂਬਰ ਆਫ ਬੂਥ ਹਾਊਸ ਐਂਡ ਪਾਰਲੀਮੈਂਟ ਐਂਡ ਸਟੇਟ ਅਸੈਂਬਲੀ। ਰਾਸ਼ਟਰਪਤੀ ਦੀ ਇੰਪੀਚਮੈਂਟ ਕਿਸ ਆਰਟੀਕਲ ਦੇ ਵਿੱਚ ਆਉਂਦੀ ਹੈ? ਇਹ ਤਾਂ ਤੁਹਾਨੂੰ ਆਉਣਾ ਚਾਹੀਦਾ। ਜੇ ਤੁਹਾਨੂੰ ਇਹ ਵੀ ਨਹੀਂ ਆਉਂਦਾ ਨਾ, ਬਸ ਫਿਰ ਚੁੱਪ ਕਰਕੇ ਤੁਹਾਨੂੰ ਵਧੀਆ ਬੱਕਰੀਆਂ ਦਵਾ ਦਿੰਦੇ ਆ ਅਤੇ ਆਪਾਂ ਚਾਰਨ ਚੂਰਨ ਵਗ ਜਾ ਕਰਾਂਗੇ। ਉਹ ਤਾਂ ਪੁੱਤਰ ਕੋਈ ਹੱਲ ਹੈ ਨਹੀਂ, ਸਭ ਤੋਂ ਸੌਖਾ ਆਪਰੇਸ਼ਨ ਹੈ ਇਹ। ਜਿਹੜੇ ਬੱਚੇ ਨੂੰ ਆਪਰੇਸ਼ਨ ਨਹੀਂ ਆਉਂਦਾ ਭਾਈ, ਉਹਦਾ ਸਮਝ ਲਓ ਕਿ ਜਿਹੜਾ ਹੁਣੀ ਲੈਕਚਰ ਲਾਉਣ ਲੱਗਿਆ ਉਹਦੀ ਗਰੰਟੀ ਨਹੀਂ ਲੈਂਦਾ ਮੈਂ, ਜਿਹੜੇ ਮੇਰੇ ਕੋਲ ਸ਼ੁਰੂ ਤੋਂ ਲੈਕਚਰ ਲਾ ਰਹੇ ਆ ਉਹਨਾਂ ਦੀ ਗਰੰਟੀ ਲੈ ਰਿਹਾ ਮੈਂ, ਠੀਕ ਹੈ। ਅਤੇ ਜਿਹੜੇ ਬੱਚੇ ਹੁਣ ਲੈਕਚਰ ਲਾਉਣ ਲੱਗਿਆ, ਕੋਈ ਕਤਲ ਨਹੀਂ ਪੁੱਤਰ, ਤੁਹਾਡੇ ਕੋਲ ਟਾਈਮ ਹੈਗਾ, ਵੀਡੀਓ ਤੋਂ ਰਿਵੀਜ਼ਨ ਸ਼ੁਰੂ ਕਰ ਦਿਓ, ਲੈਣੋਂ ਬਾਅਦ ਚੱਲ ਪਓ, ਤੁਸੀਂ ਬਰਾਬਰ ਹੀ ਆ ਜਾਓਗੇ, ਇਹਨਾਂ ਦੀ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ, ਠੀਕ ਹੈ। ਜਿਹੜੇ ਬੱਚੇ ਤੇ ਸ਼ੁਰੂ ਤੋਂ ਲੈਕਚਰ ਲਾ ਰਹੇ ਆ ਉਹਨਾਂ ਨੂੰ ਜੇ ਆਪਰੇਸ਼ਨ ਨਹੀਂ ਆਉਂਦਾ ਤਾਂ ਭਾਈ ਸ਼ਰਮ ਦੀ ਗੱਲ ਆਉਂਦਾ ਵਾਸਤੇ। ਤਾਂ ਜਿਹੜਾ ਇੰਪੀਚਮੈਂਟ ਆ ਭਾਈ, ਇਹ ਆਰਟੀਕਲ ਕਿਹੜੇ 'ਚ ਆਉਂਦਾ? ਆਰਟੀਕਲ 61 ਦੇ ਵਿੱਚ। ਇੰਪੀਚਮੈਂਟ ਦਾ ਕੀ ਮਤਲਬ ਹੁੰਦਾ ਗਾ? ਹਟਾਉਣਾ। ਰਾਸ਼ਟਰਪਤੀ ਨੂੰ ਉਸਦੇ ਪਦ ਤੋਂ ਹਟਾਉਣ ਨੂੰ ਕੀ ਕਹਿੰਦੇ? ਇੰਪੀਚਮੈਂਟ। ਇੰਪੀਚਮੈਂਟ ਆਉਂਦੀ ਆਰਟੀਕਲ 61 ਦੇ ਵਿੱਚ। ਅਤੇ ਆਪਾਂ ਰਾਸ਼ਟਰਪਤੀ ਦੀ ਇੰਪੀਚਮੈਂਟ ਕਰ ਸਕਦੇ ਹਾਂ। ਇਹ ਜਿਹੜਾ ਰੂਲ ਹੈ ਇਹ ਆਪਾਂ ਕਿਹੜੀ ਦੇਸ਼ ਤੋਂ ਲਿੱਤਾ ਗਾ? ਇਹ ਲਿੱਤਾ ਆਪਾਂ USA ਤੋਂ। ਆਰਟੀਕਲ 60 ਦੇ ਵਿੱਚ ਕੀ ਆ ਜਾਂਦਾ? ਆਰਟੀਕਲ 60 ਦੇ ਵਿੱਚ ਆ ਜਾਂਦੀ ਹੈ ਓਥ। ਓਥ ਦਾ ਮਤਲਬ ਸ਼ਪਥ ਆ ਜਾਂਦੀ ਹੈ, ਅਤੇ ਰਾਸ਼ਟਰਪਤੀ ਸ਼ਬਦ ਕੌਣ ਚੁਕਾਉਂਦਾ ਗਾ? CGI। ਆਰਟੀਕਲ 52 ਦੇ ਵਿੱਚ ਕੀ ਆ ਜਾਂਦਾ? ਆਰਟੀਕਲ 52 ਦੇ ਵਿੱਚ ਆ ਜਾਂਦਾ ਕਿ ਸਾਡੇ ਭਾਰਤ ਦੇ ਵਿੱਚ ਇੱਕ ਰਾਸ਼ਟਰਪਤੀ ਹੋਣਾ ਚਾਹੀਦਾ ਹੈ। ਆਰਟੀਕਲ 55 ਦੇ ਵਿੱਚ ਕੀ ਆ ਜਾਂਦਾ? ਇਲੈਕਸ਼ਨ ਆਫ ਰਾਸ਼ਟਰਪਤੀ। ਰਾਸ਼ਟਰਪਤੀ ਇਲੈਕਸ਼ਨ ਕੀ ਇਨਡਾਇਰੈਕਟਲੀ ਵੇ ਨਾਲ ਹੋਊਗੀ, ਠੀਕ ਹੈ, ਡਾਇਰੈਕਟ ਹੋਊਗੀ, ਸੱਚ ਡਾਇਰੈਕਟ ਇਲੈਕਸ਼ਨ ਹੁੰਦੀ ਹੈ। ਇਸ ਤੋਂ ਬਾਅਦ ਆਪਰੇਸ਼ਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਪੇਪਰ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਤੁਹਾਨੂੰ ਇਹ। ਹੂ ਇਜ਼ ਦਾ ਨੋਨ ਐਜ਼ ਦਾ ਫਾਦਰ ਆਫ ਇਕਨੋਮਿਕਸ। ਇਕਨੋਮਿਕਸ ਦਾ ਪਿਤਾ ਕਿਸ ਨੂੰ ਕਿਹਾ ਜਾਂਦਾ ਪੁੱਤਰੋ? ਇਕਨੋਮਿਕਸ ਦਾ ਪਿਤਾ ਮਨਮੋਹਨ ਸਿੰਘ ਨੂੰ, ਨਰਿੰਦਰ ਮੋਦੀ ਨੂੰ, ਅਟਲ ਬਿਹਾਰੀ ਨੂੰ, ਨਨ ਆਫ ਦੀਜ਼। ਜਿਹੜੇ ਬੱਚੇ ਨੇ ਆਨਸਰ ਦਿੱਤਾ ਤਾਂ ਸਮਝ ਲਓ ਪਲੱਸ ਸਟੂਡੈਂਟ ਮੰਨਿਆ ਜਾਊਗਾ, ਪਲੱਸ ਸਟੂਡੈਂਟ ਮੰਨਿਆ ਜਾਊਗਾ ਉਹ, ਕਿਉਂਕਿ ਮੈਂ ਕਰਵਾਇਆ ਤਾਂ ਹੈ ਨਹੀਂ, ਫਿਰ ਵੀ ਜੇ ਕੋਈ ਬੱਚਾ ਆਨਸਰ ਦਿੰਦਾ ਤਾਂ ਭਾਈ ਜਿਹੜਾ ਫਾਦਰ ਆਫ ਇੰਡੀਅਨ ਇਕਨੋਮਿਕਸ ਹੈ ਇਹ ਮੰਨਿਆ ਜਾਂਦਾ ਹੈਗਾ ਇਹ ਆਪਸ਼ਨ ਨੂੰ, ਡਾਕਟਰ ਮਨਮੋਹਨ ਸਿੰਘ ਜੀ ਨੂੰ। ਓਕੇ, ਇਸ ਤੋਂ ਬਾਅਦ ਅਗਲਾ ਆਪਰੇਸ਼ਨ ਆ ਗਿਆ ਭਾਈ ਆਪਣੇ ਕੋਲ। ਕਹਿੰਦੇ ਕੀ ਕਹਿੰਦੇ ਭਾਈ? ਕਹਿੰਦੇ ਪੰਚਾਇਤੀ ਰਾਜ ਸਿਸਟਮ ਵਿੱਚ ਮੈਂਬਰ ਬਣਨ ਲਈ, ਸਰਪੰਚ ਬਣਨ ਲਈ ਜਾਂ ਪੰਚਾਇਤ ਮੈਂਬਰ ਬਣਨ ਲਈ, ਠੀਕ ਹੈ, ਉਮਰ ਕਿੰਨੀ ਹੋਣੀ ਚਾਹੀਦੀ ਹੈ? ਕਹਿੰਦੇ 21 ਸਾਲ, 22 ਸਾਲ, 25 ਸਾਲ। ਤਾਂ ਭਾਈ ਪੰਚਾਇਤੀ ਰਾਜ ਦਾ ਮੈਂਬਰ ਬਣਨ ਵਾਸਤੇ ਉਮਰ ਹੋਣੀ ਚਾਹੀਦੀ ਹੈ ਆਪਣੇ ਕੋਲ 21 ਸਾਲ। ਸਭ ਤੋਂ ਪਹਿਲਾਂ ਪੰਚਾਇਤੀ ਰਾਜ ਸਿਸਟਮ ਕਿਦੋਂ ਸ਼ੁਰੂ ਕੀਤਾ ਗਿਆ ਸੀ? 1900
1959 ਦੇ ਵਿੱਚ ਸ਼ੁਰੂ ਕੀਤਾ ਗਿਆ ਸੀ ਪੰਚਾਇਤੀ ਰਾਜ ਸਿਸਟਮ। ਠੀਕ ਹੈ ਜੀ, ਪੰਚਾਇਤੀ ਰਾਜ ਸਿਸਟਮ ਕਦੋਂ ਸ਼ੁਰੂ ਕੀਤਾ ਗਿਆ ਸੀ? 1959 ਦੇ ਵਿੱਚ ਸ਼ੁਰੂ ਕੀਤਾ ਗਿਆ ਸੀ। ਅਤੇ ਕਿਹੜੀ ਸਟੇਟ ਦੇ ਵਿੱਚ ਸ਼ੁਰੂ ਕੀਤਾ ਗਿਆ ਸੀ? ਰਾਜਸਥਾਨ ਦੇ ਵਿੱਚ। ਅਤੇ ਕਿਹੜੀ ਕਮੇਟੀ ਦੁਆਰਾ ਇਹ ਪਾਸ ਕੀਤਾ ਗਿਆ ਸੀ? ਉਹ ਤੁਸੀਂ ਦੱਸਣਾ ਮੈਨੂੰ, ਕਿਉਂਕਿ ਸਾਰੀਆਂ ਚੀਜ਼ਾਂ ਕਰਵਾਈਆਂ ਹੋਣਗੀਆਂ। ਤੁਸੀਂ ਦੱਸਣਾ ਕਿਹੜੀ ਕਮੇਟੀ ਨੇ ਇਹ ਬਣਾਇਆ ਸੀ। ਜੋ ਆਪਣੀ ਪੰਚਾਇਤ ਇਲੈਕਸ਼ਨ ਹੁੰਦੀ ਹੈ ਬੱਚਿਓ, ਜਿਹੜੀ ਆਪਣੀ ਪੰਚਾਇਤ ਇਲੈਕਸ਼ਨ ਹੁੰਦੀ ਹੈ, ਇਸ ਨੂੰ ਕਰਵਾਉਣ ਦੀ ਜ਼ਿੰਮੇਵਾਰੀ ਕਿਸ ਦੀ ਹੁੰਦੀ ਹੈ? ਠੀਕ ਹੈ, ਕਹਿੰਦੇ ਜਿਹੜੀ ਆਪਣੀ ਪੰਚਾਇਤ ਇਲੈਕਸ਼ਨਾਂ ਹੁੰਦੀਆਂ ਨੇ ਕੌਣ ਕਰਵਾਉਂਦਾ? ਪ੍ਰੈਜ਼ੀਡੈਂਟ ਕਰਵਾਉਂਦਾ ਗਾ, ਗਵਰਨਰ ਆਫ ਸਟੇਟ ਕਰਵਾਉਂਦਾ, ਸਟੇਟ ਇਲੈਕਸ਼ਨ ਕਮਿਸ਼ਨ ਕਰਵਾਉਂਦਾ, ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕਰਵਾਉਂਦਾ। ਦੇਖੋ ਰੌਲਾ ਤਾਂ ਹੈਗਾ ਗਾ ਪੰਜਾਬ ਸਟੇਟ ਦਾ। ਦੇਖੋ ਆਪਣੀ ਪੰਚਾਇਤੀ ਰਾਜ ਸਿਸਟਮ ਆਪਣੇ ਪਿੰਡਾਂ ਦਾ ਰੌਲਾ ਹੋ ਗਿਆ ਨਾ, ਪਿੰਡਾਂ ਦਾ ਰੌਲਾ ਰਹਿ ਗਿਆ। ਆਪਣੇ ਪਿੰਡਾਂ ਦੇ ਵਿੱਚ ਆਪਾਂ ਸਰਪੰਚ ਚੁਣਦੇ ਹਾਂ। ਇੱਥੇ ਰਾਸ਼ਟਰਪਤੀ ਦਾ ਤਾਂ ਕੋਈ ਕੰਮ ਹੀ ਨਹੀਂ ਹੈਗਾ, ਗਵਰਨਰ ਦਾ ਵੀ ਕੋਈ ਕੰਮ ਨਹੀਂ। ਇੱਥੇ ਰੌਲਾ ਰਹਿ ਗਿਆ ਇਹਨਾਂ ਦੇ ਵਿੱਚ। ਜਿਹੜੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਹੁੰਦੀ ਆ, ਇਹ ਤਾਂ ਵੱਡੀਆਂ ਵੋਟਾਂ ਕਰਵਾਉਂਦਾ, ਜਿਵੇਂ CM ਚੁਣਨਾ ਆਪਾਂ, ਜਾਂ MLA ਦੀਆਂ ਹੋ ਗਈਆਂ, MP ਦੀਆਂ ਵੋਟਾਂ ਹੋ ਗਈਆਂ, ਉਹ ਹੁੰਦੀ ਇਹਦੇ 'ਚ ਸਿਲੈਕਸ਼ਨ। ਉਹਦੇ ਵਿੱਚ ਇਲੈਕਸ਼ਨ ਕਮਿਸ਼ਨ ਦਖਲਅੰਦਾਜ਼ੀ ਕਰਦਾ ਗਾ। ਤਾਂ ਜਿਹੜੀਆਂ ਪੰਚਾਇਤੀ ਵੋਟਾਂ ਹੁੰਦੀਆਂ ਇਹਦੇ 'ਚ ਕੌਣ ਦਖਲਅੰਦਾਜ਼ੀ ਕਰੂਗਾ? ਸਟੇਟ ਇਲੈਕਸ਼ਨ ਕਮਿਸ਼ਨਰ। C ਨੰਬਰ ਆਪਸ਼ਨ ਹੈ ਜਿਹੜਾ, ਉਹ ਆਪਣੀ ਕੀ ਕਰੂਗਾ? ਜਿਹੜੀ ਆਪਣੀ ਸਟੇਟ ਦੀ ਇਲੈਕਸ਼ਨ ਹੁੰਦੀ ਹੈ ਪੰਚਾਇਤੀ ਰਾਜ ਦੀ, ਉਹ ਕਰਵਾਊਗਾ। ਇਸ ਤੋਂ ਬਾਅਦ ਅਗਲਾ ਜੀ, ਕਹਿੰਦੇ ਕਿਹੜਾ ਹਾਈ ਕੋਰਟ ਹੈ ਜੋ ਸਭ ਤੋਂ ਜ਼ਿਆਦਾ ਸਟੇਟਾਂ ਨੂੰ ਕਵਰ ਕਰਦਾ ਹੈ? ਕਹਿੰਦਾ ਮਤਲਬ ਕਿ ਉਹ ਕਿਹੜਾ ਹਾਈ ਕੋਰਟ ਹੈ ਜਿਹਦੇ ਵਿੱਚ ਸਭ ਤੋਂ ਵੱਧ ਸਟੇਟਾਂ ਲੱਗਦੀਆਂ ਨੇ ਜਿਹਨੂੰ, ਮਤਲਬ ਸਭ ਤੋਂ ਵੱਧ। ਜਿਵੇਂ ਹੁਣ ਆਪਣਾ ਪੰਜਾਬ ਐਂਡ ਹਰਿਆਣਾ ਕੋਈ ਹਾਈ ਕੋਰਟ ਹੈ, 2 ਸਟੇਟਾਂ ਨੂੰ ਹੀ ਮਤਲਬ ਗੇਨ ਕਰਦਾ ਗਿਆ। ਇੱਕ ਤਾਂ ਹੈਗੀ ਆਪਣਾ ਪੰਜਾਬ, ਇੱਕ ਹਰਿਆਣਾ, 2 ਸਟੇਟਾਂ ਦੇ ਫੈਸਲੇ ਸੁਣਾ ਸਕਦਾ। ਕਹਿੰਦੇ ਇਹਨਾਂ 'ਚੋਂ ਕਿਹੜੀ ਹਾਈ ਕੋਰਟ ਹੈ ਜਿਹਦੇ ਨਾਲ ਘੱਟੋ ਘੱਟ 7-8 ਸਟੇਟਾਂ ਜੁੜੀਆਂ ਹੋਈਆਂ ਗੀਆਂ? 4-5 ਸਟੇਟਾਂ ਜੁੜੀਆਂ ਹੋਈਆਂ, 7-8 ਨਹੀਂ। ਤਾਂ ਉਹ ਕਿਹੜੀ ਸਟੇਟ ਆ ਭਾਈ? ਉਹ ਹੈਗੀ ਆਪਣੀ ਮੁੰਬਈ ਹਾਈ ਕੋਰਟ, ਕਲਕੱਤਾ ਹਾਈ ਕੋਰਟ, ਪੰਜਾਬ ਐਂਡ ਹਰਿਆਣਾ ਹਾਈ ਕੋਰਟ, ਨਨ ਆਫ ਦੀਜ਼। ਆ ਤਾਂ ਆ ਹੀ ਨਹੀਂ ਸਕਦਾ, ਨਨ ਆਫ ਦੀਜ਼ ਵੀ ਨਹੀਂ ਆ ਸਕਦਾ ਕਿਉਂਕਿ ਉਸੇ ਆਪਸ਼ਨ ਹੀ ਕੱਟਿਆ ਗਿਆ। ਹੁਣ ਰੌਲਾ ਰਹੇਗਾ ਕਲਕੱਤਾ ਦੇ ਮੁੰਬਈ ਦੇ ਵਿੱਚ। ਤਾਂ ਭਾਈ ਇਹਦਾ ਸਹੀ ਆਨਸਰ ਹੈਗਾ ਗਾ A ਨੰਬਰ ਆਪਸ਼ਨ। ਜਿਹੜੀ ਮੁੰਬਈ ਹਾਈ ਕੋਰਟ ਆ ਪੁੱਤਰੋ, ਇਹ ਜਿਹੜੀ ਸਭ ਤੋਂ ਵੱਧ ਸਟੇਟਾਂ ਨੂੰ ਕਵਰ ਕਰਦਾ, ਇਹ ਮੁੰਬਈ ਹਾਈ ਕੋਰਟ ਆ ਜਿਹੜਾ। ਠੀਕ ਹੈ, ਆਪਸ਼ਨ ਨੰਬਰ A ਥੱਲੇ ਆਨਸਰ ਪਿਆ। ਇਸ ਤੋਂ ਬਾਅਦ ਹੂ ਹੈ ਜਿਹਦਾ ਫਸਟ ਲਾ ਮਿਨਿਸਟਰ ਆਫ ਇੰਡੀਪੈਂਡੈਂਟ ਇੰਡੀਆ? ਠੀਕ ਹੈ, ਕਹਿੰਦੇ ਜਦੋਂ ਆਪਣਾ ਦੇਸ਼ ਆਜ਼ਾਦ ਹੋਇਆ ਸੀ ਉਹਦਾ ਪਹਿਲਾ ਲਾ ਅਫਸਰ ਕੌਣ ਸੀ? ਲਾ ਮਿਨਿਸਟਰ ਕਿਹੜਾ ਸੀ? BR ਅੰਬੇਦਕਰ, ਜਵਾਹਰ ਲਾਲ ਨਹਿਰੂ, TN ਨਰਸਿਮਹਾ ਕੇ ਕੈਲਾਸ਼ ਨਾਥ ਕਟਜੂ? ਤਾਂ ਇਹਦਾ ਸਹੀ ਆਨਸਰ ਹੈਗਾ A ਨੰਬਰ ਆਪਸ਼ਨ। ਠੀਕ ਹੈ, ਅਤੇ ਡਰਾਫਟ ਕਮੇਟੀ ਦਾ ਪ੍ਰਧਾਨ ਵੀ ਕੌਣ ਸੀ? BR ਅੰਬੇਦਕਰ ਸੀ ਡਰਾਫਟ ਕਮੇਟੀ ਦਾ ਵੀ ਪ੍ਰਧਾਨ। ਓਕੇ ਜੀ। ਇਸ ਤੋਂ ਬਾਅਦ ਅਗਲਾ ਜੀ, ਜੋ ਵੋਟ ਸਪੀਕਰ ਲੋਕ ਸਭਾ ਦੇ ਵਿੱਚ ਪਾਉਂਦਾ ਹੈ ਉਸ ਵੋਟ ਨੂੰ ਕੀ ਕਿਹਾ ਜਾਂਦਾ? ਤੁਹਾਨੂੰ ਪਰ ਕੱਲ੍ਹ ਕਰਵਾ ਕੇ ਗਏ। ਪਹਿਲੀ ਗੱਲ ਤਾਂ ਇਹ ਸਪੀਕਰ ਵੋਟ ਪਾਉਂਦਾ ਨਹੀਂ। ਜਦੋਂ ਇਹ ਵੋਟ ਪਾਊਗਾ, ਇਹ ਉਹ ਕੰਡੀਸ਼ਨ ਦੇ ਵਿੱਚ ਵੋਟ ਪਾਊਗਾ ਜਦੋਂ ਮੈਚ ਪੂਰਾ ਫਸ ਜੂਗਾ, ਕਿਸੇ ਦੀ ਇੰਪੀਚਮੈਂਟ ਕਰਨੀ ਆ ਜਾਂ ਕਿਸੇ ਨੂੰ ਕੋਈ ਪਦ ਦੇਣਾ ਗਾ। ਠੀਕ ਹੈ, ਤਾਂ ਉਦੋਂ ਜਦੋਂ ਵੋਟਾਂ ਪੈਣਗੀਆਂ, ਤਾਂ ਜਦੋਂ ਸਮਝ ਲਓ 50 ਬੰਦੇ ਇੱਧਰ ਹੋ ਗਏ, 50 ਬੰਦੇ ਇੱਧਰ ਹੋ ਗਏ, ਉਦੋਂ ਇੱਕ ਵੋਟ ਦੀ ਲੋੜ ਹੈਗੀ। ਤਾਂ ਉਦੋਂ ਜਿਹੜੀ ਵੋਟ ਪਊਗੀ ਉਹ ਪਊਗੀ ਸਪੀਕਰ ਦੀ ਵੋਟ ਪਊਗੀ। ਅਤੇ ਸਪੀਕਰ ਦੀ ਵੋਟ ਨੂੰ ਕਿਹੜੀ ਵੋਟ ਕਿਹਾ ਜਾਂਦਾ? ਕਹਿੰਦਾ ਸੈਂਟਰਲ ਵੋਟ ਕਿਹਾ ਜਾਂਦਾ, ਸਪੈਸ਼ਲ ਵੋਟ ਕਿਹਾ ਜਾਂਦਾ, ਕਾਸਟਿੰਗ ਵੋਟ ਕਿਹਾ ਜਾਂਦਾ, ਕਿ ਸਪਰੇਟ ਵੋਟ ਕਿਹਾ ਜਾਂਦਾ। ਤਾਂ ਤੁਸੀਂ ਦੱਸੋ ਪੁੱਤਰੋ ਕਿਹੜੀ ਵੋਟ ਕਿਹਾ ਜਾਂਦਾ? ਜਿਹੜੇ ਬੱਚਿਆਂ ਨੇ ਆਪਸ਼ਨ ਨੰਬਰ C ਲਾਇਆ ਉਹ ਬਿਲਕੁਲ ਸਹੀ ਆਨਸਰ ਹੈ। ਜਿਹੜੀ ਸਪੀਕਰ ਦੀ ਵੋਟ ਪਊਗੀ ਉਹਨੂੰ ਆਪਾਂ ਕਾਸਟਿੰਗ ਵੋਟ ਕਹਾਂਗੇ। ਓਕੇ ਜੀ। ਇੰਡੀਅਨ ਗਵਰਨਮੈਂਟ ਫਿਨਾਂਸ ਬਿੱਲ ਇਜ਼ ਰਿਪਰੈਜੈਂਟਡ। ਜਿਹੜੀ ਆਪਣੀ ਇੰਡੀਆ ਦੀ ਗੌਰਮੈਂਟ ਹੈ, ਜਿਹੜਾ ਫਾਈਨੈਂਸ ਬਿੱਲ ਹੁੰਦਾ ਆਪਣਾ, ਉਹ ਕਿੱਥੇ ਮਤਲਬ ਪੇਸ਼ ਕੀਤਾ ਜਾਂਦਾ ਹੁੰਦਾ? ਆਪਣੇ ਟੋਟਲ 4 ਬਿੱਲ ਨੇ, ਗੱਲ ਸੁਣ ਲਓ ਪੁੱਤਰੋ। ਟੋਟਲ ਆਪਣੇ 4 ਬਿੱਲ ਆ। ਉਹ ਬਿੱਲ ਕਿਹੜੇ ਕਿਹੜੇ ਆ ਦੇਖੋ। ਆਰਡੀਨਰੀ ਬਿੱਲ, ਮਨੀ ਬਿੱਲ, ਫਿਨਾਂਸ ਬਿੱਲ ਪਲੱਸ ਅਮੈਂਡਮੈਂਟ ਬਿੱਲ। ਜਿਹੜਾ ਤਾਂ ਮਨੀ ਬਿੱਲ ਆਉਂਦਾ ਇਹ ਤਾਂ ਆਉਂਦਾ ਆਰਟੀਕਲ 110 ਦੇ ਵਿੱਚ। ਜਿਹੜਾ ਫਿਨਾਂਸ ਬਿੱਲ ਆਉਂਦਾ ਇਹ ਆਉਂਦਾ ਆਰਟੀਕਲ 117 ਦੇ ਵਿੱਚ। ਜਿਹੜਾ ਅਮੈਂਡਮੈਂਟ ਬਿੱਲ ਹੁੰਦਾ ਇਹ ਆਉਂਦਾ 368 ਦੇ ਵਿੱਚ। ਠੀਕ ਹੈ, ਅਤੇ ਇਹ 4 ਬਿੱਲ ਹੁੰਦੇ ਆ। ਜਿਹੜਾ ਮਨੀ ਬਿੱਲ ਹੈ ਅਤੇ ਫਿਨਾਂਸ ਬਿੱਲ ਹੈ, ਠੀਕ ਹੈ, ਮਨੀ ਬਿੱਲ ਅਤੇ ਫਿਨਾਂਸ ਬਿੱਲ ਇਹ ਦੋਨੇ ਬਿੱਲ ਹੀ ਲੋਕ ਸਭਾ ਦੇ ਵਿੱਚ ਪਾਸ ਮਤਲਬ ਦਾਖਲ ਕੀਤੇ ਜਾਂਦੇ ਆ। ਇਹ ਗੱਲ ਯਾਦ ਰੱਖਿਆ, ਜਦੋਂ ਮਨੀ ਬਿੱਲ ਅਤੇ ਫਿਨਾਂਸ ਬਿੱਲ ਕੋਈ ਵੀ ਬਿੱਲ ਲੈ ਕੇ ਆਉਂਦੀ ਹੈ ਸੰਸਦ, ਆਪਾਂ ਕੋਈ ਵੀ ਬਿੱਲ ਲੈ ਕੇ ਆਉਂਦੇ ਤਾਂ ਜਦੋਂ ਪੇਸ਼ ਕਿੱਥੇ ਕੀਤਾ ਜਾਂਦਾ ਗਾ, ਉਹ ਪੇਸ਼ ਕੀਤਾ ਜਾਊਗਾ ਆਪਣਾ ਲੋਕ ਸਭਾ ਦੇ ਵਿੱਚ। ਠੀਕ ਹੈ, ਇਹ ਗੱਲ ਯਾਦ ਰੱਖਣੀ ਹੈ।
ਤੇ ਜਿਹੜੇ ਆਰਡੀਨਰੀ ਬਿੱਲ ਆ ਇਹ ਆਪਾਂ ਰਾਜ ਸਭਾ ਦੇ ਵਿੱਚ ਵੀ ਪੇਸ਼ ਕਰ ਸਕਦੇ ਹਾਂ ਤੇ ਲੋਕ ਸਭਾ ਦੇ ਵਿੱਚ ਵੀ ਪੇਸ਼ ਕਰ ਸਕਦੇ ਹਾਂ। ਤੇ ਅਮੈਂਡਮੈਂਟ ਬਿੱਲ ਵੀ ਆਪਾਂ ਰਾਜ ਸਭਾ ਦੇ ਵਿੱਚ ਵੀ ਪੇਸ਼ ਕਰ ਸਕਦੇ ਹਾਂ, ਲੋਕ ਸਭਾ ਦੇ ਵਿੱਚ ਵੀ ਪਾਸ ਕਰ ਸਕਦੇ ਹਾਂ। ਠੀਕ ਹੈ, ਇੱਕ ਤਾਂ ਪ੍ਰਸ਼ਨ ਇਹ ਹੋ ਗਿਆ। ਇੱਕ ਪ੍ਰਸ਼ਨ ਹੋਰ ਬਣਦਾ ਹੁੰਦਾ, ਉਹ ਪ੍ਰਸ਼ਨ ਕੀ ਬਣਦਾ ਹੁੰਦਾ, ਕਹਿੰਦੇ ਕਿਹੜੇ ਬਿੱਲ ਹੈ ਜਿਹਦੇ 'ਤੇ ਜੁਆਇੰਟ ਸੀਟਿੰਗ ਬੈਠ ਸਕਦੀ ਹੈ। ਕਹਿੰਦਾ ਕਿਹੜਾ ਬਿੱਲ ਹੈ ਜਿਨ੍ਹਾਂ 'ਤੇ ਜੁਆਇੰਟ ਸੀਟਿੰਗ ਬੈਠ ਸਕਦੀ ਹੈ। ਕਹਿੰਦਾ ਮਤਲਬ ਕਿ ਦੋਨੇ ਰਾਜ ਸਭਾ ਅਤੇ ਲੋਕ ਸਭਾ ਇਕੱਠੀਆਂ ਵੀ ਬੈਠ ਸਕਦੀਆਂ। ਜੁਆਇੰਟ ਸੀਟਿੰਗ ਦੀ ਗੱਲ ਕਰ ਰਿਹਾ ਮੈਂ, ਜੁਆਇੰਟ ਸੀਟਿੰਗ ਬੈਠ ਸਕਦੀ ਹੈ ਤਾਂ ਉਹ ਬੈਠ ਸਕਦੀ ਹੈ ਆਰਡੀਨਰੀ ਬਿੱਲ 'ਤੇ ਪਲੱਸ ਫਿਨਾਂਸ ਬਿੱਲ 'ਤੇ। ਇਹਨਾਂ ਦੇ ਜੁਆਇੰਟ ਸੀਟਿੰਗ ਬੈਠ ਸਕਦੀ ਹੈ। ਓਕੇ, ਆਪਦੇ ਕੋਲੇ ਕਾਪੀ ਪੈਨ ਰੱਖ ਲਿਆ ਕਰੋ, ਜਿਹੜਾ ਐਕਸਟਰਾ ਪੁਆਇੰਟ ਹੁੰਦਾ ਉਹ ਲਿਖ ਲਿਆ ਕਰੋ। ਮਨੀ ਬਿੱਲ 110 ਆਰਟੀਕਲ ਦੇ ਵਿੱਚ, ਫਿਨਾਂਸ ਬਿੱਲ 117 ਦੇ ਵਿੱਚ, ਅਮੈਂਡਮੈਂਟ 361 ਦੇ ਵਿੱਚ। ਇੱਕ ਹੁੰਦਾ ਬਜਟ ਬਿੱਲ, ਜਿਹੜੇ ਆਪਣੀ ਬਜਟ ਨਹੀਂ ਬਣਾਉਂਦੇ ਉਹ ਕਿਹੜੇ ਆਰਟੀਕਲ ਦੇ ਵਿੱਚ ਹੁੰਦਾ, ਉਹਦਾ ਆਰਟੀਕਲ 112 ਦੇ ਵਿੱਚ। ਮੇਰੀ ਵੀ ਪ੍ਰੈਕਟਿਸ ਨਾਲ ਹੀ ਯਾਦ ਹੋਇਆ, ਕੋਈ ਮੈਂ ਤੁੱਕਾ ਨਹੀਂ ਲਾਇਆ ਹੋਇਆ। ਠੀਕ ਹੈ, ਪ੍ਰੈਕਟਿਸ ਕਰੋ ਅਤੇ ਯਾਦ ਹੋ ਜਾਣਗੇ। ਤਾਂ ਇਹਨਾਂ ਨੇ ਪੁੱਛਿਆ ਸੀ ਆਪਾਂ ਤੋਂ ਫਿਨਾਂਸ ਬਿੱਲ, ਤਾਂ ਫਿਨਾਂਸ ਬਿੱਲ ਤੁਹਾਨੂੰ ਹੁਣੀ ਦੱਸ ਕੇ ਰਾਜ ਸਭਾ 'ਚ ਪੇਸ਼ ਹੁੰਦਾ, ਲੋਕ ਸਭਾ, ਵਿਧਾਨ ਸਭਾ, ਸੁਪਰੀਮ ਕੋਰਟ 'ਚ ਹੋ ਹੀ ਸਕਦਾ, ਵਿਧਾਨ ਸਭਾ 'ਚ ਵੀ ਨਹੀਂ ਹੋ ਸਕਦਾ ਕਿਉਂਕਿ ਵਿਧਾਨ ਸਭਾ ਦਾ ਸਟੇਟਾਂ ਦੀ ਆ ਜਾਂਦੀ ਹੈ। ਤਾਂ ਰਾਜ ਸਭਾ ਦੇ ਲੋਕ ਸਭਾ ਦੇ ਵਿੱਚ ਫੈਸਲਾ ਰਹਿ ਗਿਆ। ਤਾਂ ਆਪਸ਼ਨ ਨੰਬਰ ਬੀ ਦਾ ਬਿਲਕੁਲ ਸਹੀ ਆਨਸਰ ਹੈ। ਜੇ ਇੱਥੇ ਮਨੀ ਬਿੱਲ ਹੁੰਦਾ ਤਾਂ ਉਹ ਵੀ ਲੋਕ ਸਭਾ ਦੇ ਵਿੱਚ ਹੀ ਪਾਸ ਹੋਣਾ ਸੀ। ਠੀਕ ਹੈ, ਭਾਰਤ ਦੀ ਪਹਿਲੀ ਫੀਮੇਲ ਸਪੀਕਰ ਕੌਣ ਸੀ? ਠੀਕ ਹੈ, ਭਾਰਤ ਦੀ ਪਹਿਲੀ ਕਿਹੜੀ ਸੀ? ਸੁਮਿਤਾ ਮਹਾਜਨ, ਸੁਚੇਤਾ ਕਿਰਪਾਨੀ, ਉन्नति राय, मीरा कुमारी। जी सुचेता किरपानी सी ये तो पहली CM सी। ठीक है, पहली CM सी अपने की देश की पहली CM बनी सी जी अपनी पहल नंबर ते। ते पंजाब की पहली महिला CM किहड़ी है? रजिंदर कौर भट्ठल। पंजाब की महिला CM कौन है? रजिंदर कौर भट्ठल। ठीक है, तो ये हैगी भाई आंसर है और डी ऑप्शन मीरा कुमारी सी जी अपनी पहली फीमेल स्पीकर सी भारत की। आज के प्रश्न नाल मिल देखो, मैं तुम्हें एक गल दसन लग्या जरूरी, जिहड़ा भी मैं तुहानूं प्रश्न करवाउणा हुंदा है, ठीक है जी, मान लो 100 दे विच्चों 99/99 तो उही पेपर आऊगा जिहड़ा मैं तुहानूं करवा रहा हाँ, अजीके करवा रहे हैं। जे 1% कितों बाहरों भी आउंदी है ना, वो बाहरों नहीं आऊगी, वो विच्चों ही आऊगी। उत्थे तुहाडे माइंड ने काम करना किवें, देखो जिवें तुहानूं कल करवा के गया सी मैं कि अपना फस्ट लॉ ऑफिसर कौन हुंदा गा। फस्ट लॉ ऑफिसर कौन होंदा, मैं तुहानूं करवा के गया कि फस्ट लॉ ऑफिसर अपना अटॉर्नी जनरल ऑफ इंडिया हुंदा गा, जिहड़ा कि आर्टिकल 76 दे विच हुंदा। मैं तुहानूं ये भी गल कही, मैं कई बार तुहानूं पुछना कि सैकंड लॉ ऑफिसर कौन है, मैं तुहानूं कहा कि जिहड़ा दा चेला रखिया हुआ हुंदा नाल सोलीसिटर जनरल ऑफ इंडिया, वो की हुंदा सैकंड लॉ ऑफिसर हुंदा। CGA तो अपना CGA तो ऑप्शन दे विच है ही नहीं, कट्टे गया CGA तो, क्योंकि CGA लॉ ऑफिसर नहीं हुंदा, ये अपने लॉ नूं प्रोटैक्ट करदा गा। ठीक है, नन ऑफ दीज वाली ऑप्शन भी कट्टी गई। हुण कट कटा के की रह गया, जिहड़ा अपने स्टेट का फस्ट लॉ ऑफिसर होंदा, स्टेट की गल कर रहे हैं ये, तो वह होंदा एडवोकेट जनरल। ये गल याद रखनी है, अपने स्टेट का लॉ ऑफिसर कौन होंदा गा? एडवोकेट जनरल होंदा गा, जिहड़ा कि एक सरकार का लीगल एडवाइजर होंदा गा। ठीक है, लीगल एडवाइजर होंदा गा। इस तो बाद चलते हैं अगले नूं ते। कहते चीफ इलैक्शन कमीशन का कार्यकाल कितना हुंदा है? चीफ इलैक्शन कमीशन का कार्यकाल कितना हुंदा है? ਇਹਦਾ भाई कार्यकाल हुंदा चीफ इलैक्शन कमीशन ਜਿਹੜਾ ਵੋਟਾਂ ਕਰਵਾਉਂਦਾ ਗਾ। ठीक है, तो ਇਹਦਾ कार्यकाल कितना हुंदा, कहते दसो 5 साल हुंदा, 6 साल हुंदा, 10 साल हुंदा कि 65 साल हुंदा? तो भाई ਇਹਦਾ कार्यकाल हुंदा 6 साल का। याद रखनी है, ਜਿਹੜਾ चीफ इलैक्शन हुंदा गा ਇਹਦਾ कार्यकाल कितना हुंदा गा? 6 साल का होंदा। पुत्तर गल याद रखियो। इस तो बाद आ गया अगला अपने को, कहते पंचायती राज सिस्टम संविधान के किस हिस्से दे विच आउंदा है? दसो जी, पंचायती राज सिस्टम किस हिस्से दे विच आउंदा है? इत्थे बाहले बच्चे उलझणगे, इत्थे नजायज़ ही उलझणगे। नजायज़ किवें उलझणगे तुहानूं दस दांगा, क्योंकि तुहानूं मैं करवा के गया गा DPSP तुहानूं करवा के गया मैं। DPSP आ जाता पार्ट नंबर 4 दे विच, ਉਹਦੇ ਵਿੱਚ आर्टिकल 40 ਦੇ ਵਿੱਚ मैं ਤੁਹਾਨੂੰ करवा के गया गा कि पंचायती राज सिस्टम, पंचायती राज संगठन। ਹੁਣ ਅੱਧੇ ਬੱਚੇ जिन्होंने DPSP ध्यान लाया होगा वो तो लाउणगे पार्ट नंबर 40 की गल हुई है, तो पार्ट नंबर 4 भी कितने ऑप्शन के है नहीं। ठीक है,
ਤਾਂ ਉਹਨਾਂ ਨੂੰ ਇਹ ਹੋਊਗਾ ਕਿ ਗਲਤ ਪਾਤਾ ਕਿਤੇ ਇਹਨਾਂ ਨੇ। ਪਰ ਬੱਚਿਓ ਜਿਹੜਾ ਆਰਟੀਕਲ 40 DSP ਦਾ, ਉਹਦੇ ਵਿੱਚ ਸਿਰਫ ਇਹ ਦੱਸਿਆ ਹੋਇਆ ਹੈ ਕਿ ਜਿਹੜੇ ਆਪਣੇ ਸਾਰੇ ਪੰਜਾਬ ਦੀਆਂ ਜਿੰਨੀਆਂ ਵੀ ਸਟੇਟਾਂ ਹੈਗੀਆਂ ਉਹਨਾਂ ਦੇ ਪਿੰਡਾਂ ਦੇ ਵਿੱਚ ਪੰਚਾਇਤ ਸਿਸਟਮ ਹੋਣਾ ਚਾਹੀਦਾ। ਇਹ ਸਿਰਫ ਆਰਟੀਕਲ 40 ਦੇ ਵਿੱਚ ਸਿਰਫ ਇੰਨੀ ਗੱਲ ਦੱਸੀ ਹੈ ਕਿ ਹੋਣਾ ਚਾਹੀਦਾ। ਜਿਹੜਾ ਆਪਣਾ ਆ ਗਿਆ ਸਿਸਟਮ ਨੰਬਰ 9, ਪਾਰਟ ਨੰਬਰ 9 ਆ ਗਿਆ ਜਿਹੜਾ ਆਪਣਾ, ਉਹਦੇ ਵਿੱਚ ਪੰਜਾਬ ਰਾਜ ਸਿਸਟਮ ਸੰਵਿਧਾਨ ਦੇ ਕਿਸੇ ਹਿੱਸੇ ਵਿੱਚ ਉਹਦੇ ਪੰਚਾਇਤੀ ਰਾਜ ਸਿਸਟਮ ਹੈ ਜਿਹੜਾ, ਉਹਦੀਆਂ ਸਾਰੀਆਂ ਸ਼ਰਤਾਂ, ਉਹਦੀਆਂ ਉਮਰਾਂ, ਉਹਦੀਆਂ ਸ਼ਰਤਾਂ ਦੱਸੀਆਂ ਹੋਈਆਂ ਪਾਰਟ ਨੰਬਰ 9 ਦੇ ਵਿੱਚ। ਪਾਰਟ ਨੰਬਰ 9 ਦੇ ਕਿਹੜੇ ਆਰਟੀਕਲ ਦੇ ਵਿੱਚ? 243D ਦੇ ਵਿੱਚ। 243D ਦੇ ਵਿੱਚ ਇਹ ਗੱਲ ਯਾਦ ਰੱਖਣੀ। ਜਿਹੜਾ ਆਰਟੀਕਲ 40 ਵਿੱਚ ਸਿਰਫ ਇਹ ਦੱਸਿਆ ਗਿਆ ਕਿ ਸਾਰੀਆਂ ਸਟੇਟਾਂ ਦੇ ਵਿੱਚ ਪੰਚਾਇਤੀ ਰਾਜ ਸਿਸਟਮ ਸਾਰੇ ਪਿੰਡਾਂ ਦੇ ਵਿੱਚ ਹੋਣਾ ਚਾਹੀਦਾ। ਆਪਸ਼ਨ ਨੰਬਰ ਸੀ ਇਹਦਾ ਆਨਸਰ ਹੈ। ਜਿਹੜਾ ਆਪਣਾ ਰਾਸ਼ਟਰੀ ਝੰਡਾ ਭਾਈ, ਠੀਕ ਹੈ, ਇਹ ਕਦੋਂ ਡਿਜ਼ਾਈਨ ਕੀਤਾ ਗਿਆ ਸੀ? ਜਿਹੜਾ ਆਪਣਾ ਰਾਸ਼ਟਰੀ ਝੰਡਾ ਇਹ ਕਦੋਂ ਡਿਜ਼ਾਈਨ ਕੀਤਾ ਗਿਆ ਸੀ? ਜਿਹੜਾ ਆਪਣਾ ਰਾਸ਼ਟਰੀ ਝੰਡਾ ਕਿ 46 ਦੇ ਵਿੱਚ, 47 ਵਿੱਚ, 48 ਵਿੱਚ, 63 ਦੇ ਵਿੱਚ। ਇਹ ਪ੍ਰਸ਼ਨ ਬੱਚੋ ਜੇ ਤੁਹਾਨੂੰ ਨਹੀਂ ਆਉਂਦਾ ਤਾਂ ਸ਼ਰਮ ਹੋਣੀ ਚਾਹੀਦੀ ਹੈ। 1947 ਦੇ ਵਿੱਚ ਆਪਣੀ ਵੰਡ ਹੋ ਗਈ ਸੀ। ਵੰਡ ਤੋਂ ਬਾਅਦ 1948 ਦੇ ਵਿੱਚ ਕੀ ਹੋਇਆ ਸੀ? ਆਪਣਾ ਰਾਸ਼ਟਰੀ ਝੰਡਾ ਜਿਹੜਾ ਡਿਜ਼ਾਈਨ ਕੀਤਾ ਸੀ ਤਾਂ, ਠੀਕ ਹੈ, 1948 ਇਹਦਾ ਆਨਸਰ ਨੰਬਰ ਬਿਲਕੁਲ ਸਹੀ ਹੈ। ਹੁਣ ਜੋ ਗੱਲ ਚੱਲ ਹੀ ਪਈ ਰਾਸ਼ਟਰੀ ਝੰਡੇ ਦੀ, ਤਾਂ ਹੁਣ ਮੈਨੂੰ ਇਹ ਦੱਸ ਦਿਓ ਜਿਹੜਾ ਡਿਜ਼ਾਈਨ ਤਿਆਰ ਕਿਹਨੇ ਕੀਤਾ ਸੀ? ਇੱਕ ਇਹਦੀ ਮੈਨੂੰ ਰੇਸ਼ੋ ਦੱਸੋ ਤੁਸੀਂ, ਰੇਸ਼ੋ ਕਿੰਨੀ ਹੁੰਦੀ ਹੈ ਇੱਕ ਇਹਦੀ? ਰੇਸ਼ੋ ਤਾਂ ਭਾਈ ਹੁੰਦੀ ਇਹਦੀ 3:2 ਦੇ ਵਿੱਚ, ਠੀਕ ਹੈ। ਰੇਸ਼ੋ ਚਲੋ ਤੁਹਾਨੂੰ ਮੈਂ ਦੱਸਤੀ। ਜਿਹੜਾ ਡਿਜ਼ਾਈਨ ਤਿਆਰ ਕੀਤਾ ਸੀ ਕਿਹਨੇ ਡਿਜ਼ਾਈਨ ਕੀਤਾ ਸੀ? ਜਿਹੜੇ ਬੱਚੇ ਨੂੰ ਇਮਾਨਦਾਰੀ ਨਾਲ ਪਤਾ ਗਾ ਉਹ ਤਾਂ ਕਮੈਂਟਾਂ ਦੇ ਵਿੱਚ ਦੱਸ ਦਿਓ, ਜਿਹਨੂੰ ਨਹੀਂ ਪਤਾ ਤਾਂ ਉਹ ਵੀ ਦੱਸ ਦਿਓ, ਠੀਕ ਹੈ। ਅਤੇ ਪਿੰਗਲੀ ਬੰਕੇਆ ਸੀ ਜਿਹੜਾ, ਉਹਨੇ ਇਹ ਕੀ ਕਰਿਆ ਸੀ? ਰਾਸ਼ਟਰੀ ਝੰਡੇ ਦਾ ਡਿਜ਼ਾਈਨ ਤਿਆਰ ਕੀਤਾ ਸੀ। ਇਹ ਪੋਜੀਸ਼ਨ ਆਉਣ ਦੇ 200% ਚਾਂਸ ਹੈ, ਠੀਕ ਹੈ। ਆਹ ਤਾਂ ਪ੍ਰਸ਼ਨ ਤੁਹਾਨੂੰ ਬਹੁਤ ਵਾਰੀ ਕਰਵਾ ਗਿਆ ਮੈਂ, ਬਹੁਤ ਵਾਰੀ ਸਟੈਟਿਕ GK ਦੇ ਵਿੱਚ ਵੀ ਕਰਵਾ ਗਿਆ, ਉਹ ਵੀ ਕਰਵਾ ਗਿਆ। ਕੀ ਕਰਵਾ ਕੇ ਕਹਿੰਦੇ ਜੀ ਮੈਂ, ਕਹਿੰਦੇ ਇੰਗਲਿਸ਼ ਇਹਨਾਂ ਵਿੱਚੋਂ ਕਿਸ ਸਟੇਟ ਦੀ ਆਫੀਸ਼ੀਅਲ ਲੈਂਗੁਏਜ ਹੈ? ਇੰਗਲਿਸ਼ ਇਹਨਾਂ ਦੇ ਵਿੱਚੋਂ ਕਿਸ ਸਟੇਟ ਦੀ ਆਫੀਸ਼ੀਅਲ ਲੈਂਗੁਏਜ ਹੈ? ਦੱਸੋ ਭਾਈ, ਕਿਸ ਸਟੇਟ ਦੀ ਆਫੀਸ਼ੀਅਲ ਲੈਂਗੁਏਜ ਹੈ ਇੰਗਲਿਸ਼? ਮਣੀਪੁਰ, ਗੋਆ, ਅਸਾਮ, ਨਾਗਾਲੈਂਡ। ਤਾਂ ਇਹਦਾ ਆਨਸਰ ਹੈਗਾ ਆਪਸ਼ਨ ਨੰਬਰ D, ਨਾਗਾਲੈਂਡ ਦੀ ਆਫੀਸ਼ੀਅਲ ਲੈਂਗੁਏਜ। ਜਿਵੇਂ ਆਪਣੀ ਆਫੀਸ਼ੀਅਲ ਲੈਂਗੁਏਜ ਪੰਜਾਬੀ ਹੈ, ਉਹ ਜਿਵੇਂ ਨਾਗਾਲੈਂਡ ਦੀ ਆਫੀਸ਼ੀਅਲ ਲੈਂਗੁਏਜ ਇੰਗਲਿਸ਼ ਹੈਗੀ ਨਾਗਾਲੈਂਡ ਦੀ, ਠੀਕ ਹੈ। ਅਤੇ ਜਿਹੜੀ ਆਪਣੀ ਭਾਸ਼ਾ ਦੀ ਗੱਲ ਕਿਹੜੀ ਵਿੱਚ ਕਰੀ ਗਈ ਹੈ? ਕਿਹੜੀ ਅਨੁਸੂਚੀ ਦੇ ਵਿੱਚ? 8ਵੀਂ ਅਨੁਸੂਚੀ ਦੇ ਵਿੱਚ ਆਪਣੀਆਂ 22 ਭਾਸ਼ਾਵਾਂ ਨੂੰ ਮਾਨਤਾ ਪ੍ਰਾਪਤ ਹੈ, ਪਰ ਇੰਗਲਿਸ਼ ਉਹਨਾਂ ਦੇ ਵਿੱਚੋਂ ਹੈ ਨਹੀਂ, ਠੀਕ ਹੈ। 22 ਭਾਸ਼ਾਵਾਂ ਦੇ ਵਿੱਚ ਵੀ ਗੱਲ ਯਾਦ ਰੱਖਣੀ ਹੈ। ਇਸ ਤੋਂ ਬਾਅਦ ਅਗਲਾ, ਭਾਰਤ ਵਿੱਚ ਕਿਸ ਸਾਲ ਪਹਿਲੀ ਵਾਰ ਇਲੈਕਸ਼ਨ ਕੰਡਕਟ ਕੀਤੇ ਗਏ ਸੀ? 51, 52, 53, 54 ਦੱਸੋ। ਜੇ ਪਹਿਲੀ ਵਾਰ ਆਪਣੇ ਇਲੈਕਸ਼ਨ ਹੋਏ ਸੀ ਉਹ ਕਦੋਂ ਕੰਡਕਟ ਕੀਤੇ ਗਏ ਸੀ? ਕਿ ਭਾਈ ਆਪਣੇ ਵੋਟਾਂ ਮੰਗੀਆਂ ਸੀ ਪਹਿਲੀ ਵਾਰ ਆਪਣੇ, ਆਜ਼ਾਦੀ ਤੋਂ ਬਾਅਦ ਪੰਗਾਂ ਸੀ ਵੋਟਾਂ। ਪਹਿਲੀ ਵਾਰ ਜਦੋਂ ਵਧੀਆ ਢੰਗ ਨਾਲ ਕਰੇ ਗਏ ਸੀ ਕੰਡਕਟ, ਤਾਂ ਇਹ 1951, ਠੀਕ ਹੈ। ਤਾਂ 1951 ਦਾ ਬਿਲਕੁਲ ਸਹੀ ਆਨਸਰ, ਜਿਹਦੇ ਵਿੱਚ ਨੇ ਆਪਸ਼ਨ ਨੰਬਰ A ਆਨਸਰ ਲਾਇਆ ਹੁੰਦਾ। ਸਵਾਲ ਬਿਲਕੁਲ ਸਹੀ ਹੈ, ਸਮ। ਇਸ ਤੋਂ ਬਾਅਦ ਅਗਲਾ, ਇਹ 'ਚ ਕੀ ਪੁੱਛ ਰਹੇ ਨੇ ਇਹ? ਕਹਿੰਦੇ ਜੋ ਸਟੇਟ ਅਸੈਂਬਲੀ ਹੁੰਦੀ ਹੈ ਆਪਣੀ, ਜਿਹਨੂੰ ਆਪਾਂ ਲੈਜਿਸਲੇਟਿਵ ਅਸੈਂਬਲੀ ਵੀ ਕਹਿ ਦਿੰਦੇ ਹੈ, ਉਸ ਦੀ ਵੋਟਾਂ ਕੌਣ ਕਰਵਾਉਂਦਾ ਹੈ? ਠੀਕ ਹੈ। ਜਿਹੜੇ ਆਪਾਂ MLA ਚਾਹੁੰਦੇ ਨੇ ਵੋਟਾਂ ਕੌਣ ਪਾਉਂਦਾ? ਕਹਿੰਦੇ ਪ੍ਰੈਜ਼ੀਡੈਂਟ ਕਰਵਾਉਂਦਾ। ਪ੍ਰੈਜ਼ੀਡੈਂਟ ਦਾ ਵੋਟਾਂ ਕਰਵਾ ਹੀ ਨਹੀਂ ਸਕਦਾ, ਗਵਰਨਰ ਵੀ ਨਹੀਂ ਕਰਵਾ ਸਕਦਾ ਵੋਟਾਂ। ਗਵਰਨਰ ਤਾਂ ਸਿਰਫ ਸਖਤਾਈ ਕਰ ਸਕਦਾ ਕਿ ਭਾਈ ਰਾਸ਼ਟਰਪਤੀ ਦਾ ਆਹੋ ਕਿ ਹੁਣ ਚੋਣ ਜਾਬਤਾ ਲੱਗ ਗਿਆ, ਚੀਜ਼ਾਂ ਉਹ ਸਾਰੀਆਂ ਜਿਹੜੀਆਂ ਕਰਨੀਆਂ ਹੁੰਦੀਆਂ ਉਹ ਗਵਰਨਰ ਦਾ ਕੰਮ ਹੁੰਦਾ। ਪਰ ਸਟੇਟ ਇਲੈਕਸ਼ਨ ਕਮਿਸ਼ਨ, ਜੇ ਸਟੇਟ ਇਲੈਕਸ਼ਨ ਕਮਿਸ਼ਨ ਦਾ ਪੁੱਤਰੋ, ਇਹ ਤਾਂ ਪੰਚਾਇਤੀ ਵੋਟਾਂ ਹੋ ਗਈਆਂ, ਜਿਵੇਂ ਆਪਣੀਆਂ ਛੋਟੀਆਂ ਮੋਟੀਆਂ ਵੋਟਾਂ ਹੋ ਗਈਆਂ, MSC ਦੀਆਂ ਵੋਟਾਂ ਹੋ ਗਈਆਂ, ਉਹ ਕਰਵਾਊਗਾ ਸਟੇਟ ਇਲੈਕਸ਼ਨ ਕਮਿਸ਼ਨ ਤਾਂ। ਪਰ ਜਿਹੜੀਆਂ ਆਪਣੀਆਂ MLA ਦੀਆਂ ਵੋਟਾਂ ਹੁੰਦੀਆਂ, ਸਟੇਟ ਵਿਧਾਨ ਸਭਾ ਦੀਆਂ ਜਾਂ ਲੈਜਿਸਲੇਟਿਵ ਅਸੈਂਬਲੀ ਦੀਆਂ ਵੋਟਾਂ ਹੁੰਦੀਆਂ ਜਿਹੜੀਆਂ ਆਪਣੀਆਂ, ਉਹ ਕਰਵਾਊਗਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ, ਕਿਉਂਕਿ ਬਹੁਤ ਵੱਡੇ ਪੱਧਰ 'ਤੇ ਕੰਮ ਵਗ ਜਾਂਦਾ ਤਾਂ ਕਰਕੇ। ਆਪਸ਼ਨ ਨੰਬਰ B ਦਾ ਬਿਲਕੁਲ ਸਹੀ ਆਨਸਰ ਹੈ। ਇਸ ਤੋਂ ਬਾਅਦ ਆਹ ਪ੍ਰਸ਼ਨ ਬਹੁਤ ਇੰਪੋਰਟੈਂਟ ਆ, ਅਸ਼ੋਕ ਚੱਕਰ ਦੇ ਵਿੱਚ ਕਿੰਨੀਆਂ ਲਾਈਨਾਂ ਹੁੰਦੀਆਂ ਹਨ? ਅਸ਼ੋਕ ਚੱਕਰ ਦੇ ਵਿੱਚ 23, 24, 20, 19। ਤਾਂ ਅਸ਼ੋਕ ਚੱਕਰ ਦੇ ਵਿੱਚ ਭਾਈ B ਨੰਬਰ ਆਪਸ਼ਨ ਆ, 24 ਲਾਈਨਾਂ ਹੁੰਦੀਆਂ ਹੈਗੀਆਂ। ਜਦੋਂ ਹੁਣ 24 ਲਾਈਨਾਂ ਹੁੰਦੀਆਂ, ਇਹ ਗੱਲ ਤਾਂ ਆਪਾਂ ਕਵਰ ਕਰ ਲਈ। ਹੁਣ ਮੈਨੂੰ ਨਾਲ ਦੀ ਨਾਲ ਤੁਸੀਂ ਇਹ ਗੱਲ ਵੀ ਦੱਸ ਦਿਓ, ਜਿਹੜਾ ਅਸ਼ੋਕ ਚੱਕਰ ਹੁੰਦਾ ਵਿਚਾਲੇ ਦਾ ਰੰਗ ਕੀ ਹੁੰਦਾ? ਰੰਗ ਇਹਦਾ ਕਾਲਾ ਹੁੰਦਾ ਕਿ ਨੀਲਾ ਹੁੰਦਾ? ਤਾਂ ਇਹਦਾ ਭਾਈ ਜਿਹੜਾ ਰੰਗ ਹੁੰਦਾ ਗਾ ਉਹ ਨੀਲਾ ਹੁੰਦਾ ਗਾ, ਇਹ ਗੱਲ ਵੀ ਯਾਦ ਰੱਖਣੀ ਹੈ। ਇਸ ਤੋਂ ਬਾਅਦ ਅਗਲਾ,
ਸਾਡੇ ਸੰਵਿਧਾਨ ਦੇ ਵਿੱਚ ਥੋੜ੍ਹੀ ਸੰਖਿਆ ਵਾਲੀਆਂ ਜਿਵੇਂ ਮਿਨੋਰਟੀਆਂ ਹੋ ਗਈਆਂ, ਜਿਵੇਂ ਆਪਣੀ ਸਿੱਖ ਮਿਨੋਰਟੀ ਹੋ ਗਈ, ਇਹਨਾਂ ਨੂੰ ਕਿਹੜੇ ਹਿਸਾਬ 'ਤੇ ਮਿਨੋਰਟੀਆਂ ਦੇ ਵਿੱਚ ਪਾਇਆ ਜਾਂਦਾ ਗਾ? ਕਹਿੰਦੇ ਕਾਸਟ ਦੇ ਬੇਸ 'ਤੇ, ਜਾਤ ਦੇ ਬੇਸ 'ਤੇ, ਰੰਗ ਰੂਪ ਦੇ ਬੇਸ 'ਤੇ, ਜਾਂ ਧਰਮ ਦੇ ਬੇਸ 'ਤੇ, ਜਾਂ ਪਰਸੈਂਟੇਜ ਆਫ ਪਾਪੂਲੇਸ਼ਨ ਆਊਟ ਆਫ ਟੋਟਲ ਪਾਪੂਲੇਸ਼ਨ। ਕਹਿੰਦੇ ਜਾਂ ਕਿ ਜਿਹੜੀ ਜਿੰਨੀ ਪਰਸੈਂਟ ਆ ਉਹਨਾਂ ਦੀ ਟੋਟਲ ਪਾਪੂਲੇਸ਼ਨ ਦੇ ਵੰਡ ਕੇ। ਤਾਂ ਆਪਸ਼ਨ ਨੰਬਰ ਸੀ ਬਿਲਕੁਲ ਸਹੀ ਆਨਸਰ ਹੈ। ਜਿਹੜੀ ਟੋਟਲ ਪਾਪੂਲੇਸ਼ਨ ਹੁੰਦੀ ਹੈ ਉਹ 'ਤੇ ਵੰਡਿਆ ਜਾਣਗੇ। ਉਹ ਮਿਨੋਰਟੀਆਂ ਜਿਹੜੀਆਂ ਘੱਟ ਹੈਗੀਆਂ, ਜਿਹੜੇ ਘੱਟ ਹੁੰਦੀਆਂ ਉਹਨਾਂ ਨੂੰ ਮਿਨੋਰਟੀ ਦੇ ਵਿੱਚ ਰੱਖਿਆ ਜਾਂਦਾ ਕਿ ਮਤਲਬ ਉਹਨੂੰ ਕੋਈ ਸਹੂਲਤ ਦਿੱਤੀ ਜਾਂਦੀ ਹੈ। ਠੀਕ ਹੈ, ਇਹ ਗੱਲ ਯਾਦ ਰੱਖਣੀ ਹੈ। ਇਹਨਾਂ ਵਿੱਚੋਂ ਕਿਸ ਰੈਂਕ ਦੇ ਵਿਅਕਤੀ ਨੂੰ ਹਟਾਉਣ ਲਈ ਇੰਪੀਚਮੈਂਟ ਦਾ ਪ੍ਰੋਸੈਸ ਨਹੀਂ ਹੈਗਾ? ਕਹਿੰਦਾ ਮਤਲਬ ਕਿ ਰੈਂਕ ਦਿੱਤੇ ਹੋਏ ਆ, 4 ਰੈਂਕ ਦਿੱਤੇ ਹੋਏ, 4 ਰੈਂਕਾਂ ਦੇ ਵਿੱਚ ਦੱਸੋ ਕਿਹਨੂੰ ਇੰਪੀਚਮੈਂਟ ਨਾਲ ਨਹੀਂ ਹਟਾਇਆ ਜਾ ਸਕਦਾ? ਠੀਕ ਹੈ, ਜਿਹਦੇ ਇੰਪੀਚਮੈਂਟ ਨਾਲ ਹਟਾਉਣ ਵਾਸਤੇ ਉਹਨੂੰ ਇੰਪੀਚਮੈਂਟ ਦੀ ਲੋੜ ਨਹੀਂ ਹੁੰਦੀ, ਉਹਨੂੰ ਸਿੱਧੀ ਹਟਾ ਸਕਦੇ ਆ। ਤਾਂ ਕਿਹਨੂੰ ਹਟਾ ਸਕਦੇ? ਪ੍ਰੈਜ਼ੀਡੈਂਟ ਨੂੰ ਹਟਾਉਣ ਵਾਸਤੇ ਇੰਪੀਚਮੈਂਟ ਚਾਹੀਦੀ ਹੈ। ਇੰਪੀਚਮੈਂਟ ਦਾ ਆਰਟੀਕਲ ਵੀ ਲੈਤਾ ਆਪਾਂ, ਕਿਤੋਂ ਲੈਤਾ? USA ਤੋਂ ਲੈਤਾ। CGI ਨੂੰ ਵੀ ਹਟਾਉਣ ਵਾਸਤੇ ਕੀ ਚਾਹੀਦੀ ਹੈ? CGI ਨੂੰ ਹਟਾਉਣ ਵਾਸਤੇ ਵੀ ਆਪਾਂ ਨੂੰ ਚਾਹੀਦੀ ਹੈ ਇੰਪੀਚਮੈਂਟ। ਵਾਈਸ ਪ੍ਰੈਜ਼ੀਡੈਂਟ ਨੂੰ ਹਟਾਉਣ ਵਾਸਤੇ ਵੀ ਆਪਾਂ ਨੂੰ ਇੰਪੀਚਮੈਂਟ ਚਾਹੀਦੀ ਹੈ। ਪਰ ਜਿਹੜਾ ਗਵਰਨਰ ਹੁੰਦਾ ਹੈ, ਇਹਨੂੰ ਹਟਾਉਣ ਵਾਸਤੇ ਲੋੜ ਨਹੀਂ ਹੁੰਦੀ ਇੰਪੀਚਮੈਂਟ ਦੀ, ਇਹਨੂੰ ਰਾਸ਼ਟਰਪਤੀ ਸਿੱਧੀ ਹਟਾ ਸਕਦਾ। ਬਈ ਹਟ ਗਿਆ ਤਾਂ ਹਟ ਗਿਆ, ਰਾਸ਼ਟਰਪਤੀ ਨੇ ਮਾੜਾ ਜਿਹਾ ਕਹਿਣਾ ਉਹਦੀ ਹਟਾ ਦੇਣਗੇ ਇਹਨੂੰ। ਠੀਕ ਹੈ, ਤਾਂ ਕਰਕੇ ਇਹਨੂੰ ਵਿਚਾਰੇ ਨੂੰ ਰਾਸ਼ਟਰਪਤੀ ਦੀ ਬੜੀ ਚਮਚੀ ਮਾਰਨੀ ਪੈਂਦੀ ਹੋਊਗੀ। ਤਨਖਾਹ ਬਹੁਤ ਹੁੰਦੀ, ਇਹਦੀ 4 ਲੱਖ ਦੇ ਨੇੜੇ ਤਨਖਾਹ ਹੁੰਦੀ ਹੈ। ਇਹਨਾਂ ਵਿੱਚੋਂ ਕਿਹੜਾ ਸਟੇਟ ਦੇ ਅੰਤਰਗਤ ਨਹੀਂ ਆਉਂਦਾ? ਇਹਨਾਂ ਦੇ ਵਿੱਚ ਕਿਹੜਾ ਮਸਲਾ ਭਾਈ ਜਾਂ ਕਿਹੜਾ ਡਿਪਾਰਟਮੈਂਟ ਹੈ ਜਿਹੜਾ ਸਟੇਟ ਦੇ ਮਸਲਿਆਂ ਦੇ ਵਿੱਚ ਨਹੀਂ ਆਉਂਦਾ? ਸਟੇਟ ਜਿਵੇਂ ਪੰਜਾਬ ਦੇ ਵਿੱਚ ਨਹੀਂ ਆਊਗਾ। ਪੁਲਿਸ ਵੀ ਪੰਜਾਬ ਦੇ ਅੰਡਰ ਹੋਊਗੀ ਜਿਹੜੀ ਆਪਣੀ ਹੈਗੀ ਹੈ, ਆਪਣੀ ਗੌਰਮੈਂਟ ਵੀ ਪੰਜਾਬ ਦੇ ਅੰਡਰ ਹੀ ਹੋਊਗੀ, ਅਤੇ ਪਾਪੂਲੇਸ਼ਨ ਵੀ ਆਪਣੀ ਪੰਜਾਬ ਦੇ ਅੰਡਰ ਹੋਊਗੀ। ਜਿਹੜੀ ਆਰਮੀ ਹੁੰਦੀ ਹੈ ਪੁੱਤਰ, ਉਹ ਇਹ ਜੂਨੀਅਰ ਲਿਸਟ ਦੇ ਵਿੱਚ ਆ ਜਾਂਦੀ ਹੈ, ਜੂਨੀਅਰ ਲਿਸਟ ਦੇ ਵਿੱਚ ਆ ਜਾਂਦੀ ਹੈ। ਠੀਕ ਹੈ, ਅਤੇ ਆਰਮੀ ਦਾ ਕਮਾਂਡਰ ਕਿਹਨੂੰ ਕਿਹਾ ਜਾਂਦਾ ਗਾ? ਰਾਸ਼ਟਰਪਤੀ ਨੂੰ। ਇਹ ਆਰਟੀਕਲ USA ਦੇ ਵਿੱਚ ਕਿਹਾ ਗਿਆ ਹੈ। USA ਜਦੋਂ ਆਪਾਂ ਬੋਰੋ ਕੀਤਾ ਸੀ ਆਰਟੀਕਲ, ਉਹਦੇ ਵਿੱਚ ਦੱਸਿਆ ਗਿਆ ਕਿ ਜਿਹੜਾ ਕਮਾਂਡਰ ਹੋਊਗਾ ਫੌਜ ਦਾ, ਉਹ ਕੌਣ ਹੋਊਗਾ? ਰਾਸ਼ਟਰਪਤੀ ਹੋਊਗਾ। ਇਸ ਤੋਂ ਬਾਅਦ ਅਗਲਾ, ਵਿੱਚ ਆਰਟੀਕਲ ਬਿਲੋਂਗ ਦਾ ਚੀਫ ਇਲੈਕਸ਼ਨ ਆਫ ਕਮਿਸ਼ਨ। ਜਿਹੜਾ ਚੀਫ ਇਲੈਕਸ਼ਨ ਹੁੰਦਾ ਆਪਣਾ, ਇਲੈਕਸ਼ਨ ਕਮਿਸ਼ਨ ਚੁਣਿਆ ਜਾਂਦਾ ਜਿਹੜਾ, ਉਹ ਕਿਹੜੇ ਆਰਟੀਕਲ ਦੇ ਵਿੱਚ ਆਉਂਦਾ ਗਾ? ਠੀਕ ਹੈ, ਜਿਹੜਾ ਵੋਟਾਂ ਕਰਵਾਉਂਦਾ ਆਪਣਾ ਇਲੈਕਸ਼ਨ ਕਮਿਸ਼ਨ, ਉਹ ਕਿਹੜੇ ਆਰਟੀਕਲ ਦੇ ਰਾਹੀਂ ਚੁਣਿਆ ਜਾਂਦਾ ਹੈਗਾ? ਕਿਹੜੇ ਆਰਟੀਕਲ ਦੇ ਵਿੱਚ ਉਹਦੇ ਬਾਰੇ ਦੱਸਿਆ ਗਿਆ ਹੈਗਾ? ਦੇਖੋ, ਜਿਹੜਾ ਆਰਟੀਕਲ 72 ਆ ਭਾਈ, ਇਹਦੇ ਵਿੱਚ ਤਾਂ ਮਾਫੀ ਵਾਲੀਆਂ ਸ਼ਰਤਾਂ ਕਿ ਜਿਹੜਾ ਰਾਸ਼ਟਰਪਤੀ ਆ ਉਹ ਫਾਂਸੀ ਸਜ਼ਾ ਵੀ ਮਾਫ਼ ਕਰ ਸਕਦਾ ਹੈ, ਕਿਸੇ ਸਜ਼ਾ ਘਟਾ ਵਧਾ ਸਕਦਾ, ਉਹ ਸਾਰਾ ਕੁਛ ਕਾਹਦੇ 'ਚ ਲਿਖਿਆ ਹੋਇਆ? ਆਰਟੀਕਲ 72 ਦੇ ਵਿੱਚ ਲਿਖਿਆ ਹੋਇਆ। ਕਾਰ ਦੇ ਵਿੱਚ ਰਾਸ਼ਟਰਪਤੀ ਦੀ ਇੰਪੀਚਮੈਂਟ ਆ ਗਈ, 2 ਤਾਂ ਕੱਟੀ ਗਏ। 317 ਜਿਹੜਾ ਜੰਮੂ ਕਸ਼ਮੀਰ 'ਤੇ, ਜਿਹਦੇ ਕਰਕੇ ਸਪੈਸ਼ਲ ਸਟੇਟ ਦਾ ਦਰਜਾ ਦਿੱਤਾ ਜਾਂਦਾ ਹੈਗਾ, ਤਾਂ ਕੱਟ ਕਟਾ ਕੇ ਮੰਗ ਰਹੇਗਾ 324 ਭਾਈ। ਜਿਹੜਾ 324 ਆਰਟੀਕਲ ਹੁੰਦਾ ਹੈਗਾ, ਇਹਦੇ ਵਿੱਚ ਇਲੈਕਸ਼ਨ ਕਮਿਸ਼ਨ ਦੇ ਬਾਰੇ ਦੱਸਿਆ ਗਿਆ ਹੈਗਾ। ਇਸ ਤੋਂ ਬਾਅਦ ਅਗਲਾ ਪ੍ਰਸ਼ਨ ਭਾਈ, ਆਜ਼ਾਦੀ ਤੋਂ ਬਾਅਦ ਕਦੋਂ ਪਹਿਲੀ ਵਾਰ ਕਾਂਗਰਸ ਸਰਕਾਰ ਕਿਸ ਸਾਲ ਹਾਰ ਗਈ ਸੀ? ਕਹਿੰਦਾ ਜੀ ਆਜ਼ਾਦੀ ਤੋਂ ਬਾਅਦ ਕਾਂਗਰਸ ਸਰਕਾਰ ਜੋ ਵੋਟਾਂ ਪਈਆਂ, ਕਾਂਗਰਸ ਸਰਕਾਰ ਉਦੋਂ ਜਨਤਾ ਦਲ ਜਿੱਤਿਆ ਸੀ। ਉਦੋਂ ਜਨਤਾ ਦਲ ਪਾਰਟੀ ਹੁੰਦੀ ਸੀ, ਉਹ ਜਿੱਤੀ ਸੀ। ਠੀਕ ਹੈ, ਅਤੇ ਉਦੋਂ ਕਾਂਗਰਸ ਨੂੰ ਮੈਜੋਰਟੀ ਤੋਂ ਵੀ ਬਾਹਰ ਹੋ ਗਈ ਸੀ, ਉਹਨੂੰ ਮੈਜੋਰਟੀ ਨਹੀਂ ਮਿਲੀ ਸੀ। ਕਹਿੰਦੇ 75 ਦੇ ਵਿੱਚ, 76 ਦੇ ਵਿੱਚ, 77 ਦੇ ਵਿੱਚ ਕਿ 178 ਦੇ ਵਿੱਚ, 1978 ਦੇ ਵਿੱਚ, 1977 ਦੇ ਵਿੱਚ ਭਾਈ ਇਹ ਹਾਰ ਗਈ ਸੀ। ਠੀਕ ਹੈ, ਕਾਂਗਰਸ ਹਾਰ ਗਈ ਸੀ, INC ਹਾਰ ਗਈ ਸੀ, ਤਾਂ ਕਰਕੇ ਉਹਨਾਂ ਨੂੰ ਮੈਜੋਰਟੀ ਨਹੀਂ ਮਿਲੀ ਸੀ। ਪਹਿਲੀ ਵਾਰ ਹੋਇਆ ਸੀ ਇੱਦਾਂ। ਲੋਕ ਸਭਾ ਦਾ ਕਾਰਜਕਾਲ ਕਿੰਨਾ ਹੁੰਦਾ ਹੈ? ਲੋਕ ਸਭਾ ਦੇ ਵਿੱਚ ਜਿਹੜੇ ਮੈਂਬਰ ਬੈਠੇ ਆ, MP ਹੁੰਦੇ ਆ, ਉਹਨਾਂ ਦਾ ਕਾਰਜਕਾਲ ਕਿੰਨੇ ਸਾਲ ਦਾ ਹੁੰਦਾ ਹੈ? ਕਹਿੰਦੇ 5, 4, 7, 8 ਕਿੰਨੇ ਸਾਲ ਦਾ ਹੁੰਦਾ? A ਨੰਬਰ ਆਪਸ਼ਨ 5 ਸਾਲ ਦਾ ਕਾਰਜਕਾਲ ਹੁੰਦਾ ਲੋਕ ਸਭਾ ਦਾ। ਅਤੇ ਰਾਜ ਸਭਾ ਦੇ ਮੈਂਬਰਾਂ ਦਾ ਕਾਰਜਕਾਲ ਕਿੰਨਾ ਹੁੰਦਾ ਗਾ? 6 ਸਾਲ ਦਾ। ਇਹਨੂੰ ਭੰਗ ਕੀਤਾ ਜਾ ਸਕਦਾ, ਰਾਜ ਸਭਾ ਨੂੰ ਭੰਗ ਨਹੀਂ ਕੀਤਾ ਜਾ ਸਕਦਾ। ਕਹਿੰਦੇ ਕੋਈ ਵੀ ਵਿਅਕਤੀ ਹੁਣ ਜੰਮੂ ਕਸ਼ਮੀਰ ਦੇ ਵਿੱਚ ਜ਼ਮੀਨ ਲੈ ਸਕਦਾ ਗਾ? ਦੱਸੋ ਜੀ। ਕਹਿੰਦੇ ਕੋਈ ਵੀ ਵਿਅਕਤੀ ਜੰਮੂ ਕਸ਼ਮੀਰ ਦੇ ਵਿੱਚ ਜ਼ਮੀਨ ਲੈ ਸਕਦਾ ਕਿ ਨਹੀਂ ਲੈ ਸਕਦਾ? ਲੈ ਸਕਦਾ, ਨਹੀਂ ਲੈ ਸਕਦਾ। ਸਮ ਕੇਸ ਨਨ ਆਫ ਦੀਜ਼। ਜਦੋਂ ਦਾ 35A ਅਤੇ 370 ਹਟਾਇਆ, ਉਦੋਂ ਦਾ ਇਹ ਰੂਲ ਪਾਸ ਕਰਤਾ ਕਿ ਜੰਮੂ ਕਸ਼ਮੀਰ ਦੇ ਵਿੱਚ ਆਪਾਂ ਜਾ ਕੇ ਜ਼ਮੀਨ ਲੈ ਸਕਦੇ ਹਾਂ। ਇਹਦਾ ਆਨਸਰ ਹੈਗਾ ਆਪਸ਼ਨ ਨੰਬਰ A। ਠੀਕ ਹੈ ਜੀ, ਆਪਸ਼ਨ ਨੰਬਰ A ਦਾ ਬਿਲਕੁਲ ਸਹੀ ਆਨਸਰ ਹੈ। ਹੁਣ ਚੱਲਦੇ ਆਪਾਂ ਅਗਲੇ 'ਤੇ। ਕਹਿੰਦੇ ਕਿਸ ਆਰਟੀਕਲ ਦੇ ਤਹਿਤ ਰਾਸ਼ਟਰਪਤੀ ਸੁਪਰੀਮ ਕੋਰਟ ਤੋਂ ਸਲਾਹ ਲੈ ਸਕਦਾ ਹੈ? ਠੀਕ ਹੈ, ਜਾਂ ਸੁਪਰੀਮ ਕੋਰਟ ਜਾਂ ਹੀ ਵੀ ਸਕਦਾ, ਕਿਸ ਆਰਟੀਕਲ ਦੇ ਤਹਿਤ ਸੁਪਰੀਮ ਕੋਰਟ ਰਾਸ਼ਟਰਪਤੀ ਨੂੰ ਸਲਾਹ ਦੇ ਸਕਦੀ ਹੈ?
ਠੀਕ ਹੈ। ਤਾਂ ਇਹ ਕਿਹੜੇ ਆਰਟੀਕਲ ਦੇ ਵਿੱਚ ਆਉਂਦਾ ਕਹਿੰਦੇ? ਆਰਟੀਕਲ 143, ਆਰਟੀਕਲ 171, ਆਰਟੀਕਲ 120 ਜਾਂ ਆਰਟੀਕਲ 72। ਭਾਈ ਇਹ ਜਿਹੜਾ ਆਰਟੀਕਲ ਇਹਨੂੰ ਆਈ ਲਵ ਯੂ ਆਰਟੀਕਲ ਵੀ ਕਹਿ ਦਿੰਦੇ ਆ, ਇਹਨੂੰ ਆਈ ਲਵ ਯੂ ਆਰਟੀਕਲ ਵੀ ਕਹਿ ਦਿੰਦੇ। ਹੁਣ ਤੁਸੀਂ ਕਹੋਗੇ ਆਈ ਲਵ ਯੂ ਆਰਟੀਕਲ ਕਿਵੇਂ ਹੋ ਗਿਆ? 1 4 3, ਠੀਕ ਹੈ ਕੰਜਰੋ। ਹੁਣ ਤਾਂ ਨਹੀਂ ਭੁੱਲਦੇ ਤੁਸੀਂ? ਹੁਣ ਤਾਂ ਵਿੱਚ ਹੱਸਦੇ ਹੋਣਗੇ ਅੱਧੇ ਜੀ, ਯਾਦ ਤਾਂ ਅਸੀਂ ਭੁੱਲਦੇ ਨਹੀਂ, ਸਾਡੇ ਪੱਕੇ ਯਾਦ ਹੋ ਗਏ ਹੁਣ, ਹੈ ਨਾ। ਤੇ ਕੋਈ ਗੱਲ ਨਹੀਂ, ਗਲਤ ਨਾ ਸਮਝੋ ਭਾਈ, ਮੈਨੂੰ ਪਤਾ ਜਦੋਂ ਤੁਹਾਨੂੰ ਇਹੋ ਜਿਹੇ ਤਰੀਕੇ ਨਾਲ ਯਾਦ ਕਰਾਉਣਾ ਤੁਸੀਂ ਛੇਤੀ ਉਦੋਂ ਤੁਸੀਂ ਭੁੱਲਦੇ ਵੀ ਹੈ ਨਹੀਂ। ਹੁਣ ਹੋਰ ਭਾਵੇਂ ਤੁਸੀਂ ਸਾਰੇ ਭੁੱਲ ਜਾਓ, ਪਰ ਆਹ ਨਹੀਂ ਤੁਸੀਂ ਭੁੱਲਦੇ, ਇੰਨੀ ਮੈਂ ਗਰੰਟੀ ਲੈਂਦਾ ਗਾ, ਠੀਕ ਹੈ। ਤਾਂ 143 ਆਰਟੀਕਲ ਆ ਭਾਈ, ਉਹਦੇ ਤਹਿਤ ਰਾਸ਼ਟਰਪਤੀ ਹੈ ਜਿਹੜਾ, ਠੀਕ ਹੈ, ਉਹ ਸੁਪਰੀਮ ਕੋਰਟ ਤੋਂ ਸਲਾਹ ਲੈ ਵੀ ਸਕਦਾ ਅਤੇ ਸੁਪਰੀਮ ਕੋਰਟ ਵਾਲੇ ਰਾਸ਼ਟਰਪਤੀ ਨੂੰ ਸਲਾਹ ਦੇ ਵੀ ਸਕਦੇ ਆ। ਕਿਹੜੇ ਆਰਟੀਕਲ ਦੇ ਅੰਡਰ? ਆਈ ਲਵ ਯੂ ਆਰਟੀਕਲ ਦੇ ਅੰਡਰ, ਕਹਿੰਦਾ ਮਤਲਬ 143 ਦੇ ਅੰਡਰ। ਇਸ ਤੋਂ ਬਾਅਦ ਰਾਸ਼ਟਰਪਤੀ ਉਪ ਰਾਸ਼ਟਰਪਤੀ ਦੇ ਇਲੈਕਸ਼ਨ ਡਿਸਪਿਊਟ ਹੋ ਗਈ, ਕਹਿੰਦਾ ਮਤਲਬ ਰਾਸ਼ਟਰਪਤੀ ਪ੍ਰੈਜ਼ੀਡੈਂਟ ਅਤੇ ਵਾਈਸ ਪ੍ਰੈਜ਼ੀਡੈਂਟ ਦੇ ਜਿਹੜੇ ਇਲੈਕਸ਼ਨ ਉਹ 'ਚ ਲੜਾਈ ਹੋ ਗਈ, ਤਾਂ ਜਿਹੜਾ ਉਹ ਮਾਮਲਾ ਜਾਊਗਾ ਕਿੱਥੇ ਜਾਊਗਾ? ਕਹਿੰਦੇ ਸੁਪਰੀਮ ਕੋਰਟ ਦੇ ਵਿੱਚ ਜਾਊਗਾ, ਹਾਈ ਕੋਰਟ ਦੇ ਵਿੱਚ ਜਾਊ, ਸੰਸਦ ਦੇ ਵਿੱਚ ਜਾਊਗਾ, ਕੋਈ ਨਹੀਂ। ਇਹ ਤੁਹਾਨੂੰ ਦੱਸਿਆ ਵਾ, ਜਿਹੜੇ ਵੱਡੇ ਮਸਲੇ ਹੁੰਦੇ ਆ ਉਹ ਹਮੇਸ਼ਾ ਹੀ ਓਰੀਜਨਲ ਜੁਡੀਸ਼ਰੀ ਦੇ ਅੰਡਰ ਸੁਪਰੀਮ ਕੋਰਟ ਦੇ ਵਿੱਚ ਜਾਂਦੇ ਆ, ਠੀਕ ਹੈ, ਇਹ ਗੱਲ ਯਾਦ ਰੱਖਣੀ ਹੈ। ਇਸ ਤੋਂ ਬਾਅਦ ਅਗਲਾ ਆ ਗਿਆ, ਇਹਦੇ ਵਿੱਚ ਕੀ ਕਿਹਾ ਗਿਆ ਹੈਗਾ? ਕਹਿੰਦੇ CGI ਜੇਕਰ ਕਿਸੇ ਕਾਰਨ ਨਹੀਂ ਤਾਂ ਉਸੇ ਜਗ੍ਹਾ 'ਤੇ ਰਾਸ਼ਟਰਪਤੀ ਸਹੁੰ ਕੌਣ ਚੁਕਾਊਗਾ? ਮੰਨ ਲਓ CGI ਅੱਜ ਕਿਤੇ ਗਿਆ ਵਾ, ਵਿਆਹ ਵੀ ਵਗ ਗਿਆ, CGI 'ਚ ਛੁੱਟੀਆਂ ਮਨਾਉਣ ਵਗ ਗਿਆ ਕਿਤੇ ਚੀਫ ਜਸਟਿਸ ਆਫ ਇੰਡੀਆ, ਰਾਸ਼ਟਰਪਤੀ ਸਹੁੰ ਵੀ CGI ਦੀ ਚੁਕਾਉਣੀ ਹੁੰਦੀ ਹੈ। ਤਾਂ ਕਹਿੰਦੇ ਫਿਰ ਕੀ ਹੋਊਗਾ? CGI ਫਿਰ ਉਹਨਾਂ 'ਚ ਡਿੱਕੀ ਜਾਣਗੇ ਇਹ ਕਿ CGI ਜਦੋਂ ਆਊਗਾ ਉਦੋਂ ਰਾਸ਼ਟਰਪਤੀ ਸਹੁੰ ਚੁਕਾਊਗਾ, ਠੀਕ ਹੈ। ਤਾਂ ਇਹ ਕਦੇ ਨਹੀਂ ਹੁੰਦਾ। ਜੇ CGI ਨਹੀਂ ਹੈਗਾ ਤਾਂ ਰਾਸ਼ਟਰਪਤੀ ਨੂੰ ਸਹੁੰ ਕੌਣ ਚੁਕਾਊਗਾ? ਕਹਿੰਦੇ ਸੀਨੀਅਰ ਮੋਸਟ ਜੱਜ, ਸੈਕਿੰਡ ਮੋਸਟ ਸੀਨੀਅਰ ਜੱਜ ਆਫ ਸੁਪਰੀਮ ਕੋਰਟ, ਚੀਫ ਜਸਟਿਸ ਆਫ ਹਾਈ ਕੋਰਟ, ਅਟੋਰਨੀ ਜਨਰਲ ਆਫ ਇੰਡੀਆ, ਪ੍ਰਾਈਮ ਮਿਨਿਸਟਰ। ਤਾਂ ਕਹਿੰਦੇ ਜੇਕਰ CGI ਨਹੀਂ ਹੈਗਾ ਤਾਂ ਉਹਦੀ ਥਾਂ 'ਤੇ ਕੌਣ ਉਹਨੂੰ ਸਹੁੰ ਚੁਕਾਊਗਾ? ਉਹਨੂੰ ਸਹੁੰ ਚੁਕਾਊਗਾ ਸੀਨੀਅਰ ਸੈਕਿੰਡ ਮੋਸਟ ਸੀਨੀਅਰ ਜੱਜ ਆਫ ਸੁਪਰੀਮ ਕੋਰਟ। ਜਿਹੜਾ ਦੂਸਰੇ ਨੰਬਰ 'ਤੇ ਸੀਨੀਅਰ ਜੱਜ ਹੋਊਗਾ ਉਹ ਕੀ ਕਰੂਗਾ? ਉਹਨੂੰ ਸਹੁੰ ਚੁਕਾਊਗਾ ਰਾਸ਼ਟਰਪਤੀ ਨੂੰ। ਜੇਕਰ ਕੁਦਰਤੀ ਉਹ ਵੀ ਹੈ ਨਹੀਂ ਤਾਂ ਫਿਰ ਕੌਣ ਚੁਕਾਊਗਾ? ਫਿਰ ਚੁਕਾਊਗਾ ਚੀਫ ਜਸਟਿਸ ਆਫ ਹਾਈ ਕੋਰਟ, ਠੀਕ ਹੈ। ਇਹ ਗੱਲ ਯਾਦ ਰੱਖਣੀ ਹੈ ਪੁੱਤਰੋ। ਅਤੇ ਇਹਦਾ ਆਨਸਰ ਹੈਗਾ ਆਪਸ਼ਨ ਨੰਬਰ A, ਇਹਦਾ ਬਿਲਕੁਲ ਸਹੀ ਆਨਸਰ ਹੈ। ਕਹਿੰਦੇ ਰਾਸ਼ਟਰਪਤੀ ਦਾ ਜੋ ਅਸਤੀਫਾ ਹੈ ਉਹ ਵਾਈਸ ਰਾਸ਼ਟਰਪਤੀ ਨੂੰ ਦਿੰਦਾ, ਇਹ ਤਾਂ ਆਪਾਂ ਨੂੰ ਪਤਾ ਹੀ ਹੈਗਾ। ਜਿਹੜਾ ਰਾਸ਼ਟਰਪਤੀ ਆਪਣਾ ਅਸਤੀਫਾ ਦਿੰਦਾ ਹੈਗਾ ਉਹ ਆਪਣਾ ਅਸਤੀਫਾ ਕਿਹਨੂੰ ਦਿੰਦਾ? ਰਾਸ਼ਟਰਪਤੀ ਆਪਦਾ ਅਸਤੀਫਾ ਦਿੰਦਾ ਭਾਈ ਉਪ ਰਾਸ਼ਟਰਪਤੀ ਨੂੰ, ਅਤੇ ਉਪ ਰਾਸ਼ਟਰਪਤੀ ਆਪਦਾ ਅਸਤੀਫਾ ਦਿੰਦਾ ਰਾਸ਼ਟਰਪਤੀ ਨੂੰ, ਠੀਕ ਹੈ। ਇਹ ਤੁਹਾਨੂੰ ਕਰਵਾ ਕੇ ਗਿਆ ਮੈਂ। ਅਤੇ ਕਹਿੰਦੇ ਜਿਹੜਾ ਰਾਸ਼ਟਰਪਤੀ ਨੇ ਜੇਕਰ ਅਸਤੀਫਾ ਦੇ ਦਿੱਤਾ ਉਪ ਰਾਸ਼ਟਰਪਤੀ ਨੂੰ ਦਿੱਤਾ, ਕਿ ਉਪ ਰਾਸ਼ਟਰਪਤੀ ਉਹ ਅਸਤੀਫਾ ਕਿੱਥੇ ਪੇਸ਼ ਕਰੂਗਾ? ਹੁਣ ਇਹ ਤਾਂ ਹੈ ਨਹੀਂ ਕਿ ਉਹਨੂੰ ਅਸਤੀਫਾ ਦੇ ਗਿਆ ਅਤੇ ਉਹ ਤਾਂ ਸਮੋਸੇ ਧਰ ਕੇ ਖਾਈ ਜਾਊਗਾ, ਉਹਦੇ ਸਮੋਸੇ ਧਰ ਕੇ ਖਾ ਲਏ ਜਾਂ ਉਹਨੇ ਭੁਜੀਆ ਧਰ ਕੇ ਖਾ ਲਿਆ ਜਾਂ ਕੁਛ ਹੋਰ ਧਰ ਕੇ ਖਾ ਲਿਆ, ਠੀਕ ਹੈ। ਉਹਨੂੰ ਕਿਤੇ ਲਿਜਾਣੀ ਪਊਗਾ, ਉਹ ਜਾ ਕੇ ਉਹਨੂੰ ਕਿੱਥੇ ਪੇਸ਼ ਕਰੂਗਾ? CGI ਕੋਲ ਪੇਸ਼ ਕਰੂਗਾ, ਕਹਿੰਦੇ PM ਕੋਲ ਪੇਸ਼ ਕਰੂ, ਕੈਗ ਕੋਲ ਪੇਸ਼ ਕਰੂਗਾ, ਲੋਕ ਸਭਾ ਸਪੀਕਰ ਕੋਲ ਪੇਸ਼ ਕਰੂਗਾ। ਤਾਂ ਇਹਦਾ ਆਨਸਰ ਹੈਗਾ ਆਪਸ਼ਨ ਨੰਬਰ D। ਤਾਂ ਭਾਈ ਉਹ ਜਾ ਕੇ ਉਹਨੂੰ ਕਿੱਥੇ ਪੇਸ਼ ਕਰੂਗਾ? ਲੋਕ ਸਭਾ ਸਪੀਕਰ ਕੋਲ ਪਾਸ ਕਰੂਗਾ। ਲੋਕ ਸਭਾ ਸਪੀਕਰ ਫਿਰ ਸੰਸਦ ਦੇ ਵਿੱਚ ਉਹ ਬਿੱਲ ਪੜੂਗਾ, ਉਦੋਂ ਸਾਰੇ ਦੇਸ਼ ਨੂੰ ਪਤਾ ਲੱਗ ਜਾਊਗਾ ਕਿ ਭਾਈ ਜਿਹੜਾ ਰਾਸ਼ਟਰਪਤੀ ਹੈ ਉਹ ਅਸਤੀਫਾ ਦੇ ਗਿਆ ਉਹਦਾ, ਠੀਕ ਹੈ। ਇਹ ਗੱਲ ਤੁਹਾਨੂੰ ਹੋਰ ਦੱਸਦਾ, ਜਿਹੜਾ CGI ਹੁੰਦਾ ਚੀਫ ਜਸਟਿਸ ਆਫ ਇੰਡੀਆ, ਇਹ ਵੀ ਆਪਣਾ ਅਸਤੀਫਾ ਕਿਹਨੂੰ ਦਿੰਦਾ? ਪ੍ਰੈਜ਼ੀਡੈਂਟ ਨੂੰ ਦਿੰਦਾ ਗਾ। ਜਿਹੜਾ ਵਾਈਸ ਪ੍ਰੈਜ਼ੀਡੈਂਟ ਹੁੰਦਾ ਇਹ ਵੀ ਆਪਦਾ ਅਸਤੀਫਾ ਕਿਹਨੂੰ ਦਿੰਦਾ ਗਾ? ਪ੍ਰੈਜ਼ੀਡੈਂਟ ਨੂੰ ਦਿੰਦਾ ਗਾ। ਜਿਹੜਾ ਕੈਗ ਹੁੰਦਾ ਗਾ ਕੰਟਰੋਲਰ ਐਡੀਟਰ ਆਫ ਜਨਰਲ, ਇਹ ਵੀ ਆਪਣਾ ਅਸਤੀਫਾ ਕਿਹਨੂੰ ਦਿੰਦਾ? ਪ੍ਰੈਜ਼ੀਡੈਂਟ ਨੂੰ ਦਿੰਦਾ ਗਾ। ਜਿਹੜਾ ਆਪਣਾ ਹੁੰਦਾ ਗਾ ਅਟੋਰਨੀ ਜਨਰਲ ਆਫ ਇੰਡੀਆ, ਇਹ ਆਰਟੀਕਲ 148 'ਚ ਆ ਜਾਂਦਾ, ਇਹ ਆਰਟੀਕਲ 76 'ਚ ਆ ਜਾਂਦਾ, ਆਰਟੀਕਲ 63 'ਚ ਆ ਜਾਂਦਾ। ਤਾਂ AGI ਹੈ ਜਿਹੜਾ ਅਟੋਰਨੀ ਜਨਰਲ, ਇਹ ਵੀ ਆਪਣਾ ਅਸਤੀਫਾ ਕਿਹਨੂੰ ਦੇਊਗਾ? ਪ੍ਰੈਜ਼ੀਡੈਂਟ ਨੂੰ ਦੇਊਗਾ, ਠੀਕ ਹੈ। ਅਤੇ ਜਿਹੜਾ ਇਲੈਕਸ਼ਨ ਕਮਿਸ਼ਨ ਹੁੰਦਾ ਇੰਡੀਆ ਦਾ, ਉਹ ਵੀ ਆਪਦਾ ਅਸਤੀਫਾ ਕਿਹਨੂੰ ਦੇਊਗਾ? ਪ੍ਰੈਜ਼ੀਡੈਂਟ ਨੂੰ ਦੇਊਗਾ, ਠੀਕ ਹੈ। ਅਤੇ ਹੋਰ ਕਿਹੜਾ ਰਹਿ ਗਿਆ? ਹੋਰ ਤਾਂ ਨਹੀਂ ਕੋਈ ਰਿਹਾ, ਬਸ ਸਾਰੇ ਹੋ ਗਏ ਨਾ, ਹੋਰ ਤਾਂ ਬਸ ਆਹੀ ਸੀ। ਇਹ ਸਾਰੇ ਆਪਦਾ ਅਸਤੀਫਾ ਕਿਹਨੂੰ ਦੇਣਗੇ ਇਹਨੂੰ? ਪਰ ਜਿਹੜਾ ਸਪੀਕਰ ਹੁੰਦਾ ਉਹ ਆਪਦਾ ਅਸਤੀਫਾ ਕਿਹਨੂੰ ਦੇਊਗਾ? ਡਿਪਟੀ ਸਪੀਕਰ ਨੂੰ। ਅਤੇ ਡਿਪਟੀ ਸਪੀਕਰ ਆਪਦਾ ਅਸਤੀਫਾ ਕਿਹਨੂੰ ਦੇਊਗਾ? ਸਪੀਕਰ ਨੂੰ। ਅਤੇ ਹਾਂ PM ਪ੍ਰਧਾਨ ਮੰਤਰੀ ਵੀ ਆਪਦਾ ਅਸਤੀਫਾ ਕਿਹਨੂੰ ਦੇਊਗਾ? ਪ੍ਰੈਜ਼ੀਡੈਂਟ ਨੂੰ, ਠੀਕ ਹੈ। ਇਸ ਤੋਂ ਬਾਅਦ ਰਾਈਟ ਆਫ ਪ੍ਰੋਪਰਟੀ ਨੂੰ ਕਿਸ ਸਾਲ ਖਤਮ ਕਰ ਦਿੱਤਾ ਗਿਆ ਸੀ? ਜਿਹੜਾ ਰਾਈਟ ਆਫ ਪ੍ਰੋਪਰਟੀ ਹੈ
ਇਹ ਕੀ ਸੀ ਆਪਣਾ ਪਹਿਲਾਂ ਫੰਡਾਮੈਂਟਲ ਰਾਈਟ ਸੀ, ਪਰ ਹੁਣ ਇਹਨੂੰ ਕੱਢ ਕੇ ਕਿਹੜੇ ਰਾਈਟ 'ਚ ਪਾਤਾ, ਲੀਗਲ ਰਾਈਟ ਦੇ ਵਿੱਚ ਪਾਤਾ। ਲੀਗਲ ਰਾਈਟ ਕਿੰਨੇ 'ਚ ਪਾਤਾ, 300A ਦੇ ਵਿੱਚ ਪਾਤਾ। ਕਿ ਜੋ ਕਿਸ ਸਾਲ ਖਤਮ ਕੀਤਾ ਗਿਆ ਸੀ, ਇਹਨੂੰ ਖਤਮ ਕੀਤਾ ਗਿਆ ਸੀ 1978 ਦੇ ਵਿੱਚ। ਆਪਸ਼ਨ ਨੰਬਰ ਸੀ ਇਹਦਾ ਬਿਲਕੁਲ ਸਹੀ ਆਨਸਰ ਹੈ ਭਾਈ। ਅਤੇ ਆਰਟੀਕਲ 31 ਦੇ ਵਿੱਚ ਆਉਂਦੀ ਸੀ ਇਹ ਗੱਲ ਯਾਦ ਰੱਖਣੀ ਹੈ। ਆਰਟੀਕਲ 31 ਦੇ ਵਿੱਚ ਆਉਂਦੀ ਸੀ। ਆਰਟੀਕਲ 25 ਦੇ ਵਿੱਚ ਕੀ ਕਿਹਾ ਗਿਆ, ਬਹੁਤ ਵਾਰੀ ਕਰਵਾਤਾ ਤੁਹਾਨੂੰ ਮੈਂ ਹੁਣੇ। ਤਾਂ ਆਰਟੀਕਲ 25 ਹੈ ਜਿਹੜਾ, ਇਹਦੇ ਵਿੱਚ ਕਿਹੜਾ ਆਰਟੀਕਲ ਆਉਂਦਾ, ਰਾਈਟ ਟੂ ਇਕੁਅਲਿਟੀ। ਇਹ ਤਾਂ ਆਉਂਦਾ 14 ਤੋਂ ਲੈ ਕੇ 18 ਤੱਕ। ਰੈਮਡੀ ਇਹ 32 ਮੰਗ ਜਿਹਨੂੰ ਆਪਾਂ ਪਾਪਾ ਲਾ ਵੀ ਕਹਿ ਦਿੰਦੇ ਹਾਂ। ਇਹਦੇ ਅਨੁਸਾਰ ਹੀ ਰਿਟ ਦਾਇਰ ਕਰਦੀ ਹੈ ਸੁਪਰੀਮ ਕੋਰਟ। ਰਾਈਟ ਅਗੇਂਸਟ ਇਹ ਸ਼ੋਸ਼ਣ ਵਿਰੁੱਧ ਅਧਿਕਾਰ ਆ ਗਿਆ, ਇਹ ਆਉਂਦਾ ਆਪਣਾ 23 ਤੋਂ 24। ਅਤੇ 25 ਤੋਂ 28 ਤੱਕ ਕਿਹੜਾ ਆ ਜਾਂਦਾ ਆਪਣਾ, ਰਾਈਟ ਟੂ ਫਰੀਡਮ ਟੂ ਰਿਲੀਜਨ। ਠੀਕ ਹੈ, ਇਹਦਾ ਆਪਸ਼ਨ ਨੰਬਰ ਡੀ ਬਿਲਕੁਲ ਸਹੀ ਆਨਸਰ ਹੈਗਾ। ਇਹ ਗੱਲ ਯਾਦ ਰੱਖਣੀ ਹੈ। ਆਹ ਵੀ ਤੁਹਾਨੂੰ ਬਹੁਤ ਵਾਰੀ ਕਰਵਾਤਾ ਮੈਂ। ਕਹਿੰਦਾ ਕਿਹੜਾ ਆਰਟੀਕਲ ਕਹਿੰਦਾ ਹੈ ਕਿ ਜੇਕਰ ਕਿਸੇ ਨਾਲ ਰੰਗ ਰੂਪ ਜਾਤ ਪਾਤ ਅਤੇ ਜਨਮ ਦੇ ਸਥਾਨ ਦੇ ਹਿਸਾਬ ਨਾਲ ਵਿਤਕਰਾ ਨਹੀਂ ਕਰਨਾ ਚਾਹੀਦਾ। ਦੱਸੋ ਪੁੱਤਰੋ, ਕਿਹੜਾ ਆਰਟੀਕਲ ਕਹਿ ਰਿਹਾ ਆਪਾਂ ਨੂੰ ਭਾਈ ਇਹ ਗੱਲ, ਕਿ ਆਪਾਂ ਨੂੰ ਕਿਸੇ ਨਾਲ ਵਿਤਕਰਾ ਨਹੀਂ ਕਰਨਾ ਚਾਹੀਦਾ ਰੰਗ ਰੂਪ ਜਾਤ ਪਾਤ ਦੇ ਭੇਦਭਾਵ ਨਾਲ। ਆਰਟੀਕਲ 2 ਤਾਂ ਆ ਨਹੀਂ ਸਕਦਾ ਕਿਉਂਕਿ ਇਹਦਾ ਸਟੇਟ ਅਤੇ ਯੂਨੀਅਨ ਨਾਲ ਸੰਬੰਧਿਤ ਹੈ। ਆਰਟੀਕਲ 16 ਵੀ ਨਹੀਂ ਆ ਸਕਦਾ ਕਿਉਂਕਿ ਆਰਟੀਕਲ ਜਿਹੜਾ 16 ਹੈਗਾ ਇਹ ਨੌਕਰੀ ਨਾਲ ਸੰਬੰਧਿਤ ਹੈ। ਆਰਟੀਕਲ 17 ਜਿਹੜਾ ਇਹ ਅਨਟੱਚੇਬਿਲਿਟੀ ਨਾਲ ਸੰਬੰਧਿਤ ਹੈਗਾ। ਤਾਂ ਕੱਟ ਕਟਾ ਕੇ ਕੀ ਰਹਿ ਗਿਆ, ਆਰਟੀਕਲ 15 ਜਿਹੜਾ ਇਹਦੇ ਵਿੱਚ ਆਪਾਂ ਕੀ ਕਹਿੰਦੇ, ਰੰਗ ਰੂਪ ਕਿਸੇ ਨੂੰ ਆਪਾਂ ਗੋਲਾ ਕਰ ਲੈ ਕਹਿ ਕੇ ਉਹਨੂੰ ਦੁਖੀ ਨਹੀਂ ਕਰ ਸਕਦੇ, ਕਿਸੇ ਨੂੰ ਆਪਾਂ ਜਾਤ ਪਾਤ ਦਾ ਭੇਦਭਾਵ ਨਹੀਂ ਕਰ ਸਕਦੇ, ਕਿਸੇ ਨੂੰ ਜਨਮ ਸਥਾਨ ਦੇ ਹਿਸਾਬ 'ਤੇ, ਮਤਲਬ ਮੇਰਾ ਦਾ ਜਨਮ ਹੋਇਆਗਾ ਦਿੱਲੀ ਦੇ ਵਿੱਚ ਜਾਂ ਕਿਸੇ ਵੱਡੇ ਸ਼ਹਿਰ ਦੇ ਵਿੱਚ, ਅਤੇ ਕਿਸੇ ਹੋਰ ਦਾ ਜਨਮ ਪਿੰਡ 'ਚ ਹੋਇਆਗਾ, ਮੈਂ ਉਹਨੂੰ ਕਹੀ ਜਾਵਾਂ ਤੇਰਾ ਜਨਮ ਦਾ ਪਿੰਡ 'ਚ ਹੋਇਆ, ਉਸ ਹਿਸਾਬ 'ਤੇ ਵੀ ਆਪਾਂ ਕਿਸੇ ਨੂੰ ਕਰ ਨਹੀਂ ਸਕਦੇ, ਸਥਾਨ ਦੇ ਭਾਵ 'ਤੇ ਵੀ ਕਰ ਸਕਦੇ। ਕਿ ਆਪਾਂ ਪੇਂਡੂ ਬੰਦੇ ਦੇ ਕੋਈ ਸ਼ਹਿਰੀ ਬੰਦਾ ਹਵਾ ਕਰੀ ਜਾਵੇ ਕਿ ਭਾਈ ਮੇਰਾ ਸ਼ਹਿਰ ਦਾ, ਮੈਂ ਤਾਂ ਸ਼ਹਿਰ ਦਾ, ਤਾਂ ਉਹ ਵੀ ਨਹੀਂ ਕੁਛ ਕਹਿ ਸਕਦਾ। ਠੀਕ ਹੈ ਨਾ, ਇਹ ਸਾਰੇ ਕੁਛ ਆਰਟੀਕਲ 15 ਦੇ ਵਿੱਚ ਆ ਜਾਂਦੇ ਆ। ਇਸ ਤੋਂ ਬਾਅਦ ਉਹ ਕਿਹੜਾ ਜੱਜ ਹੈ, ਕਿਹੜਾ ਚੀਫ ਜਸਟਿਸ ਆਫ ਇੰਡੀਆ ਹੈਗਾ ਜਿਹਨੇ ਰਾਸ਼ਟਰਪਤੀ ਦੀ ਗੈਰ ਹਾਜ਼ਰੀ ਦੇ ਵਿੱਚ ਉਸਦੀ ਪੋਸਟ ਸੰਭਾਲੀ ਸੀ। ਉਦੋਂ ਕੀ ਸੀ ਭਾਈ, ਰਾਸ਼ਟਰਪਤੀ ਵੀ ਗਿਆ ਹੋਇਆ ਸੀ ਕਿਤੇ, ਅਤੇ ਨਹੀਂ ਰਾਸ਼ਟਰਪਤੀ ਦੀ ਪੋਸਟ ਕੌਣ ਸੰਭਾਲਦਾ, ਉਪ ਰਾਸ਼ਟਰਪਤੀ ਸੰਭਾਲਦਾ, ਉਪ ਰਾਸ਼ਟਰਪਤੀ ਵੀ ਉਦੋਂ ਹੈ ਨਹੀਂ ਸੀ। ਤਾਂ ਉਦੋਂ ਜਿਹੜੀ ਪੋਸਟ ਸੰਭਾਲਦਾ ਹੁੰਦਾ ਰਾਸ਼ਟਰਪਤੀ, ਉਹ ਕੌਣ ਸੰਭਾਲਦਾ ਹੁੰਦਾ, CJA ਸੰਭਾਲਦਾ ਹੁੰਦਾ, ਚੀਫ ਜਸਟਿਸ ਆਫ ਇੰਡੀਆ ਸੰਭਾਲਦਾ ਹੁੰਦਾ। ਅਤੇ ਉਹਦਾ ਨਾਮ ਕੀ ਸੀ ਉਹ ਬੰਦੇ ਦਾ ਜਿਹਨੇ ਪਹਿਲੀ ਵਾਰ ਇਹ ਸੰਭਾਲੀ ਸੀ, ਉਹਦਾ ਨਾਮ ਹੈਗਾ ਭਾਈ, ਕਹਿੰਦੇ ਦੱਸੋ, M ਹਦਾਇਤੁੱਲਾ, BK ਮਰਾਠਾ, JL ਨਾਰਾਇਣ ਕਿ ਨਨ ਆਫ ਦੀਜ਼। ਦੱਸੋ ਭਾਈ ਇਹਦਾ ਆਨਸਰ ਕੀ ਆਊਗਾ। ਜਿਹੜੇ ਬੱਚਿਆਂ ਨੂੰ ਇਹਦਾ ਆਨਸਰ ਪਤਾ ਹੈਗਾ ਜ਼ਰੂਰ ਦੱਸਿਓ ਕਿਉਂਕਿ ਬਹੁਤ ਹੀ ਇੰਪੋਰਟੈਂਟ ਪ੍ਰਸ਼ਨ ਹੈ, 1969 ਦੀ ਗੱਲ ਹੈ ਇਹ। ਠੀਕ ਹੈ, ਤਾਂ ਇਹ ਹੈਗਾ ਆਪਸ਼ਨ ਨੰਬਰ A। ਠੀਕ ਹੈ, ਆਪਸ਼ਨ ਨੰਬਰ A M ਹਦਾਇਤੁੱਲਾ ਸੀ ਭਾਈ, ਜਿਹੜਾ ਇਹ ਪਹਿਲੀ ਵਾਰ ਬੰਦਾ ਸੀ ਜਿਹੜਾ CJA ਚੁਣਿਆ ਗਿਆ ਸੀ। ਓਕੇ ਜੀ, ਆਹ ਦੇਖੋ 1969 ਲਿਖਿਆ ਵੀ ਪਿਆ ਥੱਲੇ। ਆਹ ਆਪਰੇਸ਼ਨ ਬਸ ਤੁਸੀਂ ਇੱਕ ਤਰ੍ਹਾਂ ਰੱਟਾ ਲਾ ਲਓ ਆਪਰੇਸ਼ਨ, ਕਿਉਂਕਿ ਸਮਝਾਉਣ ਲੱਗ ਗਿਆ ਫਿਰ ਔਖਾ ਬਹੁਤ ਹੋ ਜਾਊਗਾ ਆਪਰੇਸ਼ਨ। ਉਹ ਕਿਹੜੇ ਰਾਸ਼ਟਰਪਤੀ ਹਨ ਜੋ ਸੈਕੰਡ ਪ੍ਰੀਫਰੈਂਸ ਦੇ ਵਿੱਚ ਚੁਣੇ ਗਏ ਸੀ। ਪ੍ਰੀਫਰੈਂਸ ਕਿਵੇਂ ਹੁੰਦੀ ਹੈ, ਦੇਖੋ ਪ੍ਰੀਫਰੈਂਸ ਇਹ ਹੁੰਦੀ ਹੈ ਕਿ ਮਤਲਬ ਰਾਸ਼ਟਰਪਤੀ ਚੋਣ ਵਾਸਤੇ 4 ਬੰਦੇ ਖੜੇ ਹੋ ਗਏ, ਇੱਕ A, ਇੱਕ B, ਇੱਕ C, ਇੱਕ D। ਵੋਟ ਆਪਾਂ ਨੂੰ ਚਾਰੋਂ ਨਹੀਂ ਪਾਉਣੀ ਪਊਗੀ ਚੁਣਨ ਵਾਸਤੇ। ਵੋਟ ਜਿਹੜਾ MLA ਜਾਂ MP ਪਾਉਣਗੇ ਉਹਨੂੰ ਚਾਰੋਂ ਨਹੀਂ ਪਾਉਣੀ ਪਊਗੀ। ਮਤਲਬ ਇਹ ਹੈ ਕਿ ਮੈਨੂੰ B ਬੰਦਾ ਵਧੀਆ ਲੱਗਦਾ, ਮੈਂ ਕਹੂੰਗਾ ਭਾਈ ਪਹਿਲ ਨੰਬਰ 'ਤੇ B ਬਣ ਜੇ, ਦੁੱਗ 'ਤੇ ਬਣ ਜੇ C, ਤਿੱਗ 'ਤੇ A ਬਣ ਜੇ, ਚੌਥ 'ਤੇ A ਬਣ ਜੇ। ਠੀਕ ਹੈ, ਕਹਿੰਦਾ ਮਤਲਬ ਕਿ ਵੋਟ ਆਪਾਂ ਨੂੰ ਚਾਰਾਂ ਨੂੰ ਪਾਉਣੀ ਪਊਗੀ। ਠੀਕ ਹੈ, ਪਰ ਪ੍ਰੀਫਰੈਂਸ 'ਤੇ ਨਹੀਂ ਪਊਗੀ। ਜਿਹਦੀ ਪ੍ਰੀਫਰੈਂਸ ਵੱਧ ਹੋਊਗੀ ਉਹਨੂੰ ਰਾਸ਼ਟਰਪਤੀ ਚੁਣ ਲਿਆ ਜਾਊਗਾ। ਪਰ ਕਹਿੰਦਾ ਉਹ ਕਿਹੜੇ ਰਾਸ਼ਟਰਪਤੀ ਜੋ ਸੈਕੰਡ ਪ੍ਰੀਫਰੈਂਸ ਦੇ ਵਿੱਚ ਵੀ ਚੁਣੇ ਗਏ ਸੀ। ਠੀਕ ਹੈ, ਤਾਂ ਇਹ ਚੁਣੇ ਗਏ ਸੀ ਕਹਿੰਦੇ BB ਗਿਰੀ, ਪ੍ਰਤਿਭਾ ਪਾਟਿਲ। ਪ੍ਰਤਿਭਾ ਪਾਟਿਲ ਭਾਈ ਇਹ ਆਪਣੀ ਪਹਿਲੀ ਮਹਿਲਾ ਰਾਸ਼ਟਰਪਤੀ ਸੀ। ਪਹਿਲੀ ਮਹਿਲਾ ਰਾਸ਼ਟਰਪਤੀ ਕੌਣ ਸੀ ਆਪਣੀ, ਪ੍ਰਤਿਭਾ ਪਾਟਿਲ। ਕੋਵਿੰਦ ਹੋਣਾਗੇ 14ਵੇਂ ਨੰਬਰ 'ਤੇ ਇਹ। ਤਾਂ BB ਗਿਰੀ ਸੀ ਭਾਈ। ਠੀਕ ਹੈ, ਕੌਣ ਸੀ, A ਨੰਬਰ ਆਪਸ਼ਨ BB ਗਿਰੀ ਜਿਹੜੇ ਸੈਕੰਡ ਪ੍ਰੀਫਰੈਂਸ ਦੇ ਵਿੱਚ ਚੁਣੇ ਗਏ ਸੀ। ਇਸ ਤੋਂ ਬਾਅਦ ਅਗਲਾ, ਇਹਨਾਂ ਵਿੱਚੋਂ ਕਿਸ ਕੋਲ ਸ਼ਕਤੀ ਹੈ ਕਿ ਜੇਕਰ ਕੋਈ ਨਵੀਂ ਸਟੇਟ ਬਣਾਉਣੀ ਹੈ ਜਾਂ ਕਿਸੇ ਦੀ ਸਟੇਟ ਦੀ ਸੀਮਾ ਘੱਟ ਵੱਧ ਕਰਨੀ ਹੈ ਤਾਂ ਉਸ ਦੀ ਪਾਵਰ ਕਿਸ ਕੋਲ ਹੈ। ਬਹੁਤ ਜ਼ਿਆਦਾ ਇੰਪੋਰਟੈਂਟ ਪ੍ਰਸ਼ਨ ਆ, ਬਹੁਤ ਜ਼ਿਆਦਾ। ਕਹਿੰਦੇ ਰਾਸ਼ਟਰਪਤੀ ਕੋਲ ਆ, ਸੁਪਰੀਮ ਕੋਰਟ ਕੋਲ ਆ, ਗਵਰਨਰ ਕੋਲ ਆ ਕਿ ਪਾਰਲੀਮੈਂਟ ਕੋਲ। ਪ੍ਰੈਜ਼ੀਡੈਂਟ ਕੋਲ ਤਾਂ ਪਾਵਰ ਹੋ ਹੀ ਨਹੀਂ ਸਕਦੀ, ਸੁਪਰੀਮ ਕੋਰਟ ਕੋਲ ਵੀ ਨਹੀਂ ਹੋ ਸਕਦੀ, ਗਵਰਨਰ ਕੋਲ ਵੀ ਨਹੀਂ ਹੋ ਸਕਦੀ। ਤਾਂ ਜਿਹੜਾ ਪਾਰਲੀਮੈਂਟ ਹੁੰਦੀ ਹੈ ਭਾਈ, ਸੰਸਦ ਦੇ ਵਿੱਚ ਮਤਾ ਪਾ ਕੇ ਇਹ ਕੰਮ ਕੀਤਾ ਜਾ ਸਕਦਾ। ਠੀਕ ਹੈ, ਸੰਸਦ ਦੇ ਵਿੱਚ ਮਤਾ ਪਾ ਕੇ ਇਹ ਕੰਮ ਕੀਤਾ ਜਾ ਸਕਦਾ। ਤਾਂ ਆਪਸ਼ਨ ਨੰਬਰ D ਦਾ ਬਿਲਕੁਲ ਸਹੀ ਆਨਸਰ ਹੈਗਾ। ਠੀਕ ਹੈ,
ਇਸ ਤੋਂ ਬਾਅਦ ਰਾਜ ਸਭਾ ਦਾ ਗਠਨ ਕਿਦੋਂ ਹੋਇਆ ਸੀ? ਬਹੁਤ ਇੰਪੋਰਟੈਂਟ ਪ੍ਰਸ਼ਨ ਆ, ਬਹੁਤ ਜ਼ਿਆਦਾ। ਰਾਜ ਸਭਾ ਦਾ ਗਠਨ ਕਿਦੋਂ ਹੋਇਆ ਸੀ? ਰਾਜ ਸਭਾ ਕਿਹੜੇ ਆਰਟੀਕਲ ਦੇ ਵਿੱਚ ਆਉਂਦੀ ਹੈ? 80 ਦੇ ਵਿੱਚ। 6 ਸਾਲ ਦਾ ਇਹਦਾ ਕਾਰਜਕਾਲ ਹੁੰਦਾ। ਹਰੇਕ 2 ਸਾਲ ਬਾਅਦ ਇਹਦੇ 1/3 ਮੈਂਬਰ ਬਦਲੇ ਜਾਂਦੇ ਆ। ਠੀਕ ਹੈ। ਅਤੇ ਇਹਦਾ ਗਠਨ ਕਿਦੋਂ ਹੋਇਆ ਸੀ? 3 ਜੁਲਾਈ 1956, 3 ਅਪ੍ਰੈਲ 1952, 10 ਜੈਨ 1950 ਅਤੇ 1 ਜੈਨ 1948। ਤਾਂ ਇਹਦਾ ਸਹੀ ਆਨਸਰ ਹੈਗਾ ਭਾਈ 3 ਅਪ੍ਰੈਲ 1952। ਆਪਸ਼ਨ ਨੰਬਰ ਬੀ ਜਿਹੜਾ ਬਿਲਕੁਲ ਸਹੀ ਆਨਸਰ ਹੈ। ਰਾਜ ਸਭਾ ਦਾ ਗਠਨ ਹੋਇਆ ਸੀ 3 ਅਪ੍ਰੈਲ 1952 ਦੇ ਵਿੱਚ। ਓਕੇ। ਇਸ ਤੋਂ ਬਾਅਦ ਅਗਲਾ, ਰਾਜ ਸਭਾ ਦੇ ਵਿੱਚ ਕੇਂਦਰ ਸ਼ਾਸਤ ਦੇ ਮੈਂਬਰ ਵੀ ਹੁੰਦੇ ਹਨ। ਜਿਹੜੀ ਰਾਜ ਸਭਾ ਹੁੰਦੀ ਹੈ ਇਹਦੇ ਵਿੱਚ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਵੀ ਮੈਂਬਰ ਹੁੰਦੇ ਹਨ ਰਾਜ ਸਭਾ ਦੇ ਵਿੱਚ। ਕਹਿੰਦੇ ਦੱਸੋ? ਕਹਿੰਦੇ ਯੈਸ ਹੁੰਦੇ ਆ, ਨੋ ਨਹੀਂ ਹੁੰਦੇ, ਜਾਂ ਕਦੇ ਕਦੇ ਹੁੰਦੇ ਆ, ਜਾਂ ਨਨ ਆਫ ਦੀਜ਼। ਤਾਂ ਇਹਦਾ ਆਨਸਰ ਹੈਗਾ ਭਾਈ ਏ ਨੰਬਰ ਆਪਸ਼ਨ ਬਿਲਕੁਲ ਸਹੀ ਹੈ ਕਿ ਰਾਜ ਸਭਾ ਦੇ ਵਿੱਚ ਕੇਂਦਰ ਸ਼ਾਸਤ ਪ੍ਰਦੇਸ਼ ਹੁੰਦੇ ਜਿਹੜੇ ਉਹਨਾਂ ਦੇ ਮੈਂਬਰ ਵੀ ਹੁੰਦੇ ਆ। ਕਿਹੜੇ ਸਟੇਟਾਂ ਦੇ ਮੈਂਬਰ ਹੁੰਦੇ ਆ? ਉਹ 2 ਸਟੇਟਾਂ ਦੇ ਹੁੰਦੇ ਆ। ਕਿਹੜੇ? ਦਿੱਲੀ ਅਤੇ ਪਾਂਡੂਚੇਰੀ। ਭੁੱਲਣਾ ਨਹੀਂ ਭਾਈ, ਦਿੱਲੀ ਅਤੇ ਪਾਂਡੂਚੇਰੀ 2 ਸਟੇਟਾਂ ਦੇ ਮਤਲਬ ਰਾਜ ਸਭਾ ਦੇ ਮੈਂਬਰ ਚੁਣੇ ਜਾਂਦੇ ਆ। ਅਤੇ ਰਾਜ ਸਭਾ ਦੇ ਵੱਧ ਤੋਂ ਵੱਧ ਕਿੰਨੇ ਮੈਂਬਰ ਹੁੰਦੇ ਆ? 252 ਮੈਂਬਰ ਹੁੰਦੇ ਆ, ਜਿਹਦੇ ਵਿੱਚੋਂ 250 ਮੈਂਬਰ ਹੁੰਦੇ, ਜਿਹਦੇ 238 ਤਾਂ ਸਟੇਟ ਐਂਡ ਯੂਟੀ ਦੁਆਰਾ ਚੁਣ ਕੇ ਆਉਂਦੇ ਆ। ਜਿਹੜੇ ਬਾਕੀ 12 ਇਹਨਾਂ ਨੂੰ ਰਾਸ਼ਟਰਪਤੀ ਚੁਣਦਾ। ਰਾਸ਼ਟਰਪਤੀ ਨੂੰ ਕਿਹੜੇ ਆਧਾਰ 'ਤੇ ਚੁਣਦਾ? ਕਿ ਜਿਹੜੇ ਇਹ ਬੰਦੇ ਹੋਣਗੇ ਇਹ ਕਲਾ ਦੇ ਵਿੱਚ, ਸੋਸ਼ਲ ਦੇ ਵਿੱਚ, ਇਕਨੋਮਿਕਸ ਦੇ ਵਿੱਚ, ਜਾਂ ਕਿਸੇ ਵੀ ਸਾਇੰਸ ਦੇ ਜਾਂ ਕਿਸੇ ਵੀ ਖੇਤਰ ਦੇ ਵਿੱਚ, ਕਿੱਤੇ ਦੇ ਵਿੱਚ ਨਿਪੁੰਨ ਹੋਣਗੇ। ਠੀਕ ਹੈ। ਕਿਸੇ ਕਿੱਤੇ ਦੇ ਵਿੱਚ ਨਿਪੁੰਨ ਹੋਣਗੇ ਜਿਹੜੇ ਰਾਜ ਸਭਾ ਦੇ ਮੈਂਬਰ ਚੁਣੇ ਜਾਂਦੇ ਯੂਟੀ ਦੇ ਵਿੱਚ, ਜਿਹੜੇ 12 ਚੁਣਦਾ ਰਾਸ਼ਟਰਪਤੀ। ਓਕੇ ਜੀ। ਤਾਂ ਇਹਦਾ ਆਨਸਰ ਹੈਗਾ ਆਪਸ਼ਨ ਨੰਬਰ ਏ ਬਿਲਕੁਲ ਸਹੀ ਆਨਸਰ, ਚੁਣੇ ਜਾਂਦੇ ਜੀ। ਇਸ ਤੋਂ ਬਾਅਦ ਕਹਿੰਦੇ ਜੰਮੂ ਕਸ਼ਮੀਰ ਦਾ ਨਾਗਰਿਕ ਬਣਨ ਦੇ ਲਈ ਸਾਡੇ ਕੋਲ ਕੀ ਹੋਣਾ ਚਾਹੀਦਾ ਹੈ? ਜੰਮੂ ਕਸ਼ਮੀਰ ਦਾ ਨਾਗਰਿਕ ਬਣਨਾ ਆਪਾਂ ਕੀ ਚੀਜ਼ਾਂ ਚਾਹੀਦੀਆਂ ਆਪਾਂ ਨੂੰ ਜੰਮੂ ਕਸ਼ਮੀਰ ਦਾ ਨਾਗਰਿਕ ਬਣਨ ਵਾਸਤੇ? ਕਹਿੰਦੇ 20 ਸਾਲ ਦੀ ਉੱਥੇ ਰਹਿਣਾ ਚਾਹੀਦਾ ਆਪਾਂ ਨੂੰ। 20 ਸਾਲ ਰਹਿਣਾ ਪਊਗਾ ਉੱਥੇ। 3 ਜਾਂ 7 ਸਾਲ ਰਹਿਣਾ ਪਊਗਾ। 15 ਜਾਂ 7 ਸਾਲ ਰਹਿਣਾ ਪਊਗਾ। 10 ਸਾਲ ਰਹਿਣਾ ਪਊਗਾ ਜੇ ਆਪਾਂ ਜੰਮੂ ਕਸ਼ਮੀਰ ਦੀ ਨਾਗਰਿਕਤਾ ਲੈਣੀ ਹੈ। ਦੇਖੋ ਭਾਵੇਂ 370 ਅਤੇ 35 ਹਟਾਤੀ, ਪਰ ਹਜੇ ਵੀ ਇੱਥੇ ਥੋੜ੍ਹਾ ਮੋਟਾ ਕਿਸੇ ਨਾ ਕਿਸੇ ਹਿਸਾਬ 'ਤੇ ਹਜੇ ਵੀ ਉਹਨੂੰ ਸਪੈਸ਼ਲ ਸਟੇਟ ਦਾ ਦਰਜਾ ਦਿੱਤਾ ਹੋਇਆ ਹੈਗਾ ਯੂਟੀ ਦਾ। ਠੀਕ ਹੈ। ਸਪੈਸ਼ਲ ਏਰੀਆ ਦਾ ਦਰਜਾ ਦਿੱਤਾ ਹੋਇਆ ਹੈਗਾ ਹਜੇ ਵੀ ਜੰਮੂ ਕਸ਼ਮੀਰ ਨੂੰ। ਜੇ ਤਾਂ ਆਪਾਂ ਉੱਥੇ ਰਹਿੰਦੇ ਹਾਂ ਭਾਈ, ਜੇ ਤਾਂ ਆਪਾਂ ਉੱਥੇ ਵੋਟ ਬਣਾਉਣੀ, ਉੱਥੇ ਵਸਨੀਕ ਬਣਨਾ ਜੰਮੂ ਕਸ਼ਮੀਰ, ਫਿਰ ਤਾਂ ਆਪਾਂ ਨੂੰ ਉੱਥੇ 15 ਸਾਲ ਰਹਿਣਾ ਹੀ ਪਊਗਾ। ਠੀਕ ਹੈ। 15 ਸਾਲ ਆਪਾਂ ਨੂੰ ਉੱਥੇ ਰਹਿਣਾ ਪਊਗਾ, ਫਿਰ ਜਾ ਕੇ ਕਿਤੇ ਆਪਣੇ ਉੱਥੋਂ ਦੀ ਵੋਟ ਬਣੂਗੀ। ਜੇਕਰ ਆਪਾਂ ਉੱਥੋਂ ਦੇ ਜੰਮੂ ਕਸ਼ਮੀਰ ਦੇ ਸਕੂਲ ਦੇ ਵਿੱਚੋਂ 10ਵੀਂ ਕੀਤੀ ਹੋਈ ਹੈ ਤਾਂ ਫਿਰ ਆਪਾਂ ਨੂੰ ਉੱਥੇ 7 ਸਾਲ ਹੋਰ ਲਾਉਣੇ ਪੈਣਗੇ ਅਤੇ ਆਪਾਂ ਉੱਥੋਂ ਦੇ ਕੀ ਹੋ ਜਾਵਾਂਗੇ? ਵਸਨੀਕ ਬਣ ਜਾਵਾਂਗੇ। ਉੱਥੋਂ ਦੇ ਆਪਾਂ ਕੀ ਬਣ ਜਾਵਾਂਗੇ? ਵਸਨੀਕ ਬਣ ਜਾਵਾਂਗੇ। ਇਹ ਗੱਲ ਵੀ ਯਾਦ ਰੱਖਣੀ ਹੈ। ਠੀਕ ਹੈ। 15 ਅਤੇ 7 ਸਾਲ, 15 ਸਾਲ ਤਾਂ ਵੈਸੇ ਰਹਿਣਾ ਪਊਗਾ। ਜੇ ਆਪਾਂ ਉੱਥੋਂ 10ਵੀਂ ਕੀਤੀ ਹੈ ਫਿਰ ਆਪਾਂ ਨੂੰ ਕਿੰਨੇ ਸਾਲ ਰਹਿਣਾ ਪਊਗਾ? ਉੱਥੇ 7 ਸਾਲ। ਓਕੇ। ਇਹ ਗੱਲ ਯਾਦ ਰੱਖਣੀ ਹੈ। ਲਾਸਟ ਪ੍ਰਸ਼ਨ ਆ ਗਿਆ ਆਪਣਾ। ਇਹ ਪ੍ਰਸ਼ਨ ਆ ਹੁਣ ਤੁਹਾਨੂੰ ਨਿਚੋੜ ਚੰਗੀ ਤਰ੍ਹਾਂ ਆਉਣਾ ਚਾਹੀਦਾ। ਪ੍ਰਸ਼ਨ ਜੇ ਨਹੀਂ ਆਉਂਦਾ ਪੁੱਤਰੋ ਫਿਰ ਆਪਣਾ ਹੱਥ ਤੰਗ ਆ ਬਹੁਤ ਜ਼ਿਆਦਾ। ਬਹੁਤ ਵਾਰੀ ਕਰਵਾਤਾ ਇਹ ਪ੍ਰਸ਼ਨ। ਇਹਨਾਂ ਵਿੱਚੋਂ ਕਿਹੜੀ ਰਿਟ ਹੈ ਜਿਸ ਵਿੱਚ ਮੁਜਰਮ ਨੂੰ 24 ਘੰਟੇ ਦੇ ਵਿੱਚ ਗ੍ਰਿਫਤਾਰ ਕਰਕੇ ਪੇਸ਼ ਕਰਨ ਦਾ ਹੱਕ ਹੁੰਦਾ? ਗ੍ਰਿਫਤਾਰ ਕਰਨ ਦਾ ਹੱਕ ਹੁੰਦਾ ਅਤੇ ਪੇਸ਼ ਵੀ ਕਰਨਾ ਹੁੰਦਾ। ਠੀਕ ਹੈ। ਕਹਿੰਦੇ ਕਿਹੜੀ ਰਿਟ ਆ ਉਹ? ਕਹਿੰਦੇ ਹੈਪਸ ਕਾਰਪਸ, ਕਿਊ ਬਰਾਂਟੋ, ਰਾਈਟ ਆਫ ਸੈਟੋਰੀ ਜਾਂ ਮੈਂਡਾਮਸ। ਕਿਹੜੀ ਭਾਈ ਉਹ ਹੈਗੀ ਆ? ਹੈਪਸ ਕਾਰਪਸ। ਆਪਸ਼ਨ ਨੰਬਰ ਏ ਬਿਲਕੁਲ ਸਹੀ ਆਨਸਰ ਹੈ। ਹੈਪਸ ਕਾਰਪਸ ਇਹ ਜੀ ਹੈ ਜਿਹਦੇ ਵਿੱਚ ਸੁਪਰੀਮ ਕੋਰਟ ਰਿਟ ਦਾਇਰ ਕਰਦਾ ਕਿ ਵੀ ਜਿਹੜਾ ਮੁਜਰਮ ਉਹਨੂੰ 24 ਘੰਟੇ ਦੇ ਵਿੱਚ ਸਾਡੇ ਸਾਹਮਣੇ ਪੇਸ਼ ਕੀਤਾ ਜਾਵੇ। ਓਕੇ। ਹੁਣ ਦੂਸਰੀਆਂ ਦੀ ਵੀ ਚਰਚਾ ਕਰ ਲੈਂਦੇ ਆਪਾਂ ਥੋੜ੍ਹੀ ਮੋਟੀ। ਕਿਊ ਬਰਾਂਟੋ ਕਿਹੜੀ ਰਿਟ ਹੁੰਦੀ ਹੈ? ਕਿਊ ਬਰਾਂਟੋ ਬੱਚੋ ਆਰਟੀਕਲ 32 ਦੇ ਤਹਿਤ ਸੁਪਰੀਮ ਕੋਰਟ ਜਿਹੜੀ ਰਿਟ ਦਾਇਰ ਕਰਦੀ ਹੈ। ਗੱਲ ਯਾਦ ਰੱਖਣੀ ਹੈ। ਦੇਖੋ ਕਿਊ ਬਰਾਂਟੋ ਕੀ ਹੁੰਦੀ ਹੈ? ਕੋਈ ਬੰਦਾ ਹੈਗਾ ਜਿਹੜਾ ਸਿਫਾਰਸ਼ੀ ਚੁਣਿਆ ਗਿਆ, ਸਿਫਾਰਸ਼ੀ ਪੈਸੇ ਦੇ ਕੇ ਕਿਸੇ ਜੋਬ 'ਤੇ ਲੱਗ ਗਿਆ ਅਤੇ ਕਿਸੇ ਰੈਂਕ 'ਤੇ ਬੈਠਾ ਹੈਗਾ। ਬਾਅਦ ਵਿੱਚ ਉਹਦੀ ਜਦੋਂ ਇਨਕੁਆਇਰੀ ਹੋ 'ਚ ਪਤਾ ਲੱਗ ਗਿਆ ਕਿ ਭਾਈ ਇਹ ਬੰਦਾ ਜਿਹੜਾ ਰੱਖਿਆ ਸੀ ਇਹ ਬੰਦਾ ਜਾਲੀ ਰੱਖਿਆ ਸੀ। ਤਾਂ ਉਹ ਟਾਈਮ ਦੇ ਵਿੱਚ ਜਿਹੜੀ ਸੁਪਰੀਮ ਕੋਰਟ ਹੈ ਜਾਂ ਉਹ ਟਾਈਮ ਦੇ ਵਿੱਚ ਹਾਈ ਕੋਰਟ ਵੀ ਦੋਨੇ ਰਿਟਾਂ ਦਾਇਰ ਕਰ ਸਕਦੀਆਂ। ਤਾਂ ਜਿਹੜੀ ਰਿਟ ਦਾਇਰ ਕਰਨਗੇ ਉਹਦੇ ਵਿੱਚ ਕੀ ਕਹਿਣਗੇ ਕਿ ਭਾਈ ਕਿਊ ਬਰਾਂਟੋ ਰਿਟ ਦਾਇਰ ਕਰਨਗੇ। ਕਿਊ ਬਰਾਂਟੋ ਰਿਟ ਦੇ ਵਿੱਚ ਲਿਖਿਆ ਹੋਊਗਾ ਕਿ ਕਿਰਪਾ ਕਰਕੇ ਤੁਸੀਂ ਆਪਦੇ ਪਦ ਨੂੰ ਛੱਡ ਦਿਓ ਕਿਉਂਕਿ ਤੁਸੀਂ ਇਸ ਪਦ ਦੇ ਹੱਕਦਾਰ ਨਹੀਂ ਹੈਗੇ। ਠੀਕ ਹੈ। ਤਾਂ ਉਦੋਂ ਕਿਹੜੀ ਰਿਟ ਦਾਇਰ ਕੀਤੀ ਜਾਂਦੀ ਹੈ? ਕਿਊ ਬਰਾਂਟੋ। ਆਪਾਂ ਨੂੰ ਜੇ ਪੰਜਾਬੀ ਦੇ ਵਿੱਚ ਟਰੱਕੇ ਨਾਲ ਯਾਦ ਕਰਨਾ ਤਾਂ ਐਂ ਕਰ ਲਓ ਕਿ ਕਿਉਂ ਬੈਠਾ ਭਾਈ ਤੂੰ ਪਦ 'ਤੇ, ਤੂੰ ਪਦ 'ਤੇ ਕਿਉਂ ਬੈਠਾਂਗਾ? ਕਿਉਂਕਿ ਜੋ ਤੇਰਾ ਹੱਕ ਹੀ ਨਹੀਂ ਹੈਗਾ ਬੈਠਣ ਦਾ। ਪੰਜਾਬੀ 'ਚ ਆਪਾਂ ਇਹ ਯਾਦ ਕਰ ਲਾਂਗੇ।
ਇਸ ਤੋਂ ਬਾਅਦ ਆ ਗਿਆ ਰਿਟ ਆਫ ਸੈਰੇਟੋਰੀ। ਰਿਟ ਆਫ ਸੈਰੇਟੋਰੀ ਕੀ ਹੁੰਦੀ ਹੈ? ਰਿਟ ਆਫ ਸੈਰੇਟੋਰੀ ਇਹ ਹੁੰਦੀ ਹੈ ਕਿ ਮੰਨ ਲਓ ਹਾਈ ਕੋਰਟ ਕੋਲੇ ਕੰਮ ਬਹੁਤ ਜ਼ਿਆਦਾ ਹੋ ਗਿਆ, ਸੁਪਰੀਮ ਕੋਰਟ ਕੋਲੇ ਕੰਮ ਬਹੁਤ ਘੱਟ ਹੈ, ਤਾਂ ਸੁਪਰੀਮ ਕੋਰਟ ਹਾਈ ਕੋਰਟ ਨੂੰ ਕਹਿ ਸਕਦੀ ਹੈ ਭਾਈ ਜੇ ਤੁਹਾਡੇ ਕੋਲ ਕੇਸ ਥੋੜ੍ਹੇ ਜਿਹੇ ਜ਼ਿਆਦਾ ਆ, ਤੁਸੀਂ ਸਾਨੂੰ ਕੇਸ ਟਰਾਂਸਫਰ ਕਰ ਦਿਓ, ਅਸੀਂ ਉਹ ਕੇਸ ਹੱਲ ਕਰ ਦਿੰਦੇ ਹਾਂ। ਪਰ ਅੱਜ ਤੱਕ ਇੱਦਾਂ ਕਦੇ ਨਹੀਂ ਹੋਇਆ, ਕਿਉਂਕਿ ਸੁਪਰੀਮ ਕੋਰਟ ਕੋਲ ਤਾਂ ਆਪ ਹੀ ਸਾਰੇ ਸਟੇਟਾਂ ਦੇ ਕੇਸ ਵਗ ਜਾਂਦੇ, ਵੱਡੇ ਵੱਡੇ ਮਾਮਲੇ ਵਗ ਜਾਂਦੇ, ਤਾਂ ਕਰਕੇ ਬੇਸਿਕ ਰਿਟ ਦਾਇਰ ਕਰੀ ਹੋਈ ਹੈ, ਇਹਦਾ ਕੋਈ ਮਤਲਬ ਅੱਜ ਤੱਕ ਕਦੇ ਵਰਤੀ ਨਹੀਂ ਗਈ ਹੈ। ਇਸ ਤੋਂ ਬਾਅਦ ਆ ਗਿਆ ਮੈਂਡਾਮਸ। ਮੈਂਡਾਮਸ ਦਾ ਮਤਲਬ ਉਹ ਹੁੰਦਾ ਕਿ ਕੋਈ ਬੰਦਾ ਗਾ ਉਹ ਸਰਕਾਰੀ ਅਦਾਰੇ 'ਤੇ ਬੈਠਾ ਹੈ, ਪਰ ਉਹ ਕਿਸੇ ਜਿਹੜਾ ਕੋਈ ਬੰਦਾ ਸਹੀ ਹੈ ਉਹਦੀ ਗੱਲ ਨਹੀਂ ਸੁਣ ਰਿਹਾ, ਤਾਂ ਉਦੋਂ ਆਪਾਂ ਜਾ ਕੇ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਵਿੱਚ ਕੇਸ ਕਰਾਂਗੇ ਭਾਈ ਫਲਾਨਾ ਅਫਸਰ ਆ ਉਹ ਸਾਡੀ ਗੱਲ ਨਹੀਂ ਸੁਣ ਰਿਹਾ, ਤਾਂ ਹਾਈ ਕੋਰਟ ਜਾਂ ਸੁਪਰੀਮ ਕੋਰਟ ਨਾਲ ਦੀ ਨਾਲ ਹੀ ਰਿਟ ਦਾਇਰ ਕਰੂਗੀ ਮੈਂਡਾਮਸ ਕਿ ਭਾਈ ਉਹਨੂੰ ਸੱਦੂ, ਉੱਥੇ ਕਹੂਗੀ ਤੂੰ ਆਦੀ ਡਿਊਟੀ ਦੇ ਢੰਗ ਨਾਲ ਕਿਉਂ ਨਹੀਂ ਨਿਭਾ ਰਿਹਾ, ਠੀਕ ਹੈ, ਉਹਦੀ ਕਾਫੀ ਖਿੱਚ ਤੂੰ ਵੀ ਹੋਊਗੀ। ਤਾਂ ਮੈਂਡਾਮਸ ਤੋਂ ਵੀ ਤੁਸੀਂ ਟ੍ਰਿਕ ਨਾਲ ਯਾਦ ਕਰ ਲਓ ਕਿ ਉਹ ਬੰਦਾ ਜਿਹੜਾ ਉਹਦੇ ਮਨ ਦੀ ਕਰ ਰਿਹਾ ਹੈਗਾ, ਕਿਸੇ ਦੀ ਨਹੀਂ ਸੁਣ ਰਿਹਾ, ਆਪਦੇ ਮਨ ਮਰਜ਼ੀ ਕਰ ਰਿਹਾ, ਉਹਦੇ 'ਤੇ ਕਿਹੜੀ ਰਿਟ ਦਾਇਰ ਹੋਊਗੀ? ਮੈਂਡਾਮਸ। ਇੱਕ ਰਿਟ ਹੋਰ ਬਚ ਗਈ, ਉਹਦੀ ਦੱਸਣਾ ਰਿਟ ਆਫ ਪ੍ਰੋਹੀਬਿਸ਼ਨ। ਇਹਦੇ ਵਿੱਚ ਕੀ ਹੁੰਦਾ ਗਾ? ਰਿਟ ਆਫ ਪ੍ਰੋਹੀਬਿਸ਼ਨ ਦੇ ਵਿੱਚ ਕੀ ਹੁੰਦਾ ਗਾ? ਰਿਟ ਆਫ ਪ੍ਰੋਹੀਬਿਸ਼ਨ ਉਹ ਹੁੰਦੀ ਹੈ ਕਿ ਕੰਮ ਤਾਂ ਹੈਗਾ ਹਾਈ ਕੋਰਟ ਦਾ, ਪਰ ਉਹਦੀ ਕੰਮ ਤਾਂ ਹੈਗਾ ਸੁਪਰੀਮ ਕੋਰਟ ਦਾ, ਦਾਖਲਅੰਦਾਜ਼ੀ ਉੱਥੇ ਕਰ ਰਹੀ ਹੈ ਹਾਈ ਕੋਰਟ, ਤਾਂ ਸੁਪਰੀਮ ਕੋਰਟ ਰਿਟ ਦਾਇਰ ਕਰਕੇ ਹਾਈ ਕੋਰਟ ਨੂੰ ਕਹੂਗੀ ਭਾਈ ਤੁਸੀਂ ਆਪਦੇ ਕਿਰਪਾ ਕਰਕੇ ਉਹਦੇ ਦਾਇਰੇ 'ਚ ਰਹੋ, ਜਿਹੜਾ ਕੰਮ ਸਾਡਾ ਉਹ ਸਾਨੂੰ ਕਰ ਦਿਓ, ਜਿਹੜਾ ਕੰਮ ਤੁਹਾਡਾ ਉਹ ਤੁਸੀਂ ਕਰੋ, ਠੀਕ ਹੈ, ਉਦੋਂ ਇਹ ਰਿਟ ਦਾਇਰ ਕੀਤੀ ਜਾਊਗੀ। ਓਕੇ ਜੀ, ਅਤੇ ਇਹਦੇ ਨਾਲ ਆਪਣੇ 100 ਦਾ 100 MCQ ਕਵਰ ਹੋ ਚੁੱਕਿਆ। ਇੱਕ ਵੀਡੀਓ ਨੂੰ ਲਾਈਕ ਕਰ ਦਿਓ ਭਾਈ, ਕਹਿਣ ਦੀ ਲੋੜ ਨਾ ਪਿਆ ਕਰੇ, ਵੀਡੀਓ ਨੂੰ ਲਾਈਕ ਕਰ ਦਿਆ ਕਰੋ ਜ਼ਰੂਰ ਪੁੱਤਰ ਬਣ ਕੇ, ਠੀਕ ਹੈ। ਅਤੇ 100 MCQ ਹੋ ਗਿਆ। ਕੱਲ੍ਹ ਨੂੰ ਤੁਹਾਨੂੰ ਅੱਜ ਸ਼ਾਮ ਨੂੰ ਤੁਹਾਨੂੰ ਮੈਂ ਕਰੰਟ ਅਫੇਅਰ ਦੇ ਵੀ 50 MCQ ਦਊਂਗਾ, ਅਤੇ ਕੱਲ੍ਹ ਨੂੰ ਬਈ ਇਹ ਲੈਕਚਰ ਲਊਗਾ ਪੰਜਾਬ GK ਦਾ 50 MCQ ਆਪਾਂ ਪੰਜਾਬ GK 'ਤੇ ਕਵਰ ਕਰਾਂਗੇ ਚੰਗੀ ਤਰ੍ਹਾਂ। ਹੁਣ ਇੱਕ ਗੱਲ ਤਾਂ ਮੈਨੂੰ ਪਤਾ ਲੱਗ ਗਿਆ, ਵਕੀਲ ਤਾਂ ਤੁਸੀਂ ਬਣ ਗਏ ਹੋਗੇ ਨਾ ਹੁਣ ਪੂਰੇ, ਵਕੀਲ ਤਾਂ ਤੁਸੀਂ ਬਣ ਗਏ ਹੋਗੇ ਪੂਰੇ, ਕਿਉਂਕਿ ਪੂਰੇ ਚੰਗੀ ਤਰ੍ਹਾਂ ਢੰਗ ਨਾਲ ਕਰਵਾਇਆ ਤੁਹਾਨੂੰ ਮੈਂ, ਠੀਕ ਹੈ, ਨਾ ਹੀ ਤੁਹਾਨੂੰ ਇਦੋਂ ਸੌਖਾ ਕਰਾਇਆ ਸਮਝ ਲੱਗਣਾ ਸੀ ਜੇ ਤੁਹਾਨੂੰ ਇਦੋਂ ਔਖਾ ਕਰਵਾਉਂਦਾ, ਜਮਾ ਔਖਾ ਵੀ ਕਰਵਾ, ਸਾਰਾ ਪੂਰਾ ਟਫ ਕੰਮ ਕਰਵਾਇਆ ਹੋਇਆ। ਤੁਹਾਨੂੰ ਕਿਉਂ ਨਹੀਂ ਪਤਾ ਲੱਗਿਆ? ਕਿਉਂਕਿ ਤੁਹਾਨੂੰ ਤਾਂ ਨਹੀਂ ਪਤਾ ਲੱਗਿਆ ਕਿਉਂਕਿ ਤੁਸੀਂ ਥਿਊਰੀ ਕਵਰ ਕੀਤੀ ਹੋਈ ਹੈ ਜੀ, ਠੀਕ ਹੈ। ਜਦੋਂ ਆਪਾਂ ਥਿਊਰੀ ਕਵਰ ਕਰ ਲੈਂਦੇ ਹਾਂ ਉਦੋਂ ਕੰਮ ਬਹੁਤ ਸੌਖਾ ਹੋ ਜਾਂਦਾ ਪੁੱਤਰੋ। ਅਤੇ ਬਸ ਇਹ ਗੱਲ ਧਿਆਨ 'ਚ ਰੱਖਣੀ ਹੈ, ਅਤੇ ਲੈਕਚਰ ਵਧੀਆ ਢੰਗ ਨਾਲ ਲਾਉਣਾ ਗਾ। ਜੇ ਕੋਈ ਚੀਜ਼ ਨਹੀਂ ਸਮਝਦੇ ਤਾਂ ਪੁੱਛ ਲਿਓ। ਵੈਸੇ ਪਤਾ ਕੀ ਗੱਲ ਹੁੰਦੀ, ਉਦੋਂ ਮੈਂ ਮਿਸਟੇਕ ਬਹੁਤ ਘੱਟ ਕਰਨ ਦੀ ਕੋਸ਼ਿਸ਼ ਕਰਦਾ, ਫਿਰ ਵੀ ਤੁਹਾਨੂੰ ਪਤਾ ਕਿ ਬੰਦਾ ਗਲਤੀਆਂ ਦਾ ਪੁਤਲਾ ਹੁੰਦਾ ਗਾ, ਫਿਰ ਵੀ ਕਿਤੇ ਨਾ ਕਿਤੇ ਜਾ ਕੇ ਮਾੜੀ ਮੋਟੀ ਗਲਤੀ ਹੋਈ ਜਾਂਦੀ ਹੈ, ਕੋਈ ਚੱਕਰ ਨਹੀਂ। ਮੈਂ ਕੱਲ੍ਹ ਹੁਣ ਲੋਕ ਸਭਾ ਵਾਲੇ 'ਚ ਹੋ ਕੇ ਦੇਖੋ ਔਖੇ ਪੋਜੀਸ਼ਨ ਦਾ ਆਪਾਂ ਸਾਰੇ ਕਰਦੇ, ਸੌਖੇ ਪੋਜੀਸ਼ਨ ਦੇ ਵਿੱਚ ਆਪਾਂ ਨੂੰ ਮਿਸਟੇਕ ਹੋਊਗੀ, ਤਾਂ ਕਰਕੇ ਥੋੜ੍ਹਾ ਜਿਹਾ ਮਤਲਬ ਪੇਪਰ ਦੇ ਵਿੱਚ ਐਕਟਿਵ ਰਹਿਣਾ ਆਪਾਂ, ਠੀਕ ਹੈ। ਅਤੇ ਕੋਈ ਗੱਲ ਨਹੀਂ, ਮੈਂ ਤੁਹਾਨੂੰ ਦੱਸੂ ਕਿੰਨੇ ਲੋਕਾਂ ਨੇ ਫਾਰਮ ਭਰਿਆ, ਕੀ ਸ਼ਡਿਊਲ ਉਹ ਵੀ ਬਣਾਊਂਗਾ ਯਾਰ, ਮੇਰੇ ਕੋਲ ਟਾਈਮ ਦੀ ਥੋੜ੍ਹੀ ਸ਼ਾਰਟੇਜ ਚੱਲ ਰਹੀ ਹੈ, ਕਿਉਂਕਿ ਪਟਵਾਰੀ ਬੈਚ ਵਾਲੇ ਬੱਚੇ ਆ ਜਾਂਦੇ, ਉਹਨਾਂ ਕਰਕੇ ਬਹੁਤ ਔਖਾ ਹੋ ਜਾਂਦਾ ਮੈਨੂੰ। ਅਤੇ 8 ਤਰੀਕ ਤੱਕ ਐਡਜਸਟਮੈਂਟ ਕਰ ਲਓ, 8 ਤਰੀਕ ਤੋਂ ਬਾਅਦ ਤਾਂ ਤੁਹਾਡੀ ਮੈਂ ਗਰਦ ਕੱਢ ਦੂੰਗਾ, ਟੈਨਸ਼ਨ ਨਾ ਲਓ ਲੈਕਚਰਾਂ ਦੀ, ਠੀਕ ਹੈ। ਉਹਨਾਂ ਦੇ ਲੈਕਚਰ ਹੁਣ ਵੀ ਮਿਲਣਗੇ, ਵਧੀਆ ਮਿਲਣਗੇ, ਹੁਣ ਵੀ ਐਡੀ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ, ਅਤੇ ਲੈਕਚਰ ਤੁਹਾਨੂੰ ਥੋੜ੍ਹੇ ਵਧੀਆ ਪ੍ਰੋਵਾਈਡ ਕਰਵਾਇਆ ਕਰਾਂਗੇ। ਅਤੇ ਠੀਕ ਹੈ ਦੋਸਤੋ, ਆਹ ਲੈਕਚਰ ਸਾਰੇ ਧਿਆਨ ਨਾਲ ਲਾ ਲਿਓ, ਅਤੇ PDF ਤੁਹਾਨੂੰ ਇਹਦੇ ਮਿਲ ਜਾਣੇ, ਠੀਕ ਹੈ। ਅਤੇ ਧੰਨਵਾਦ ਮੇਰੇ ਦੋਸਤੋ, ਜਿਉਂਦੇ ਵੱਧਦੇ ਰਹੋ ਭਾਈ।